ਸਾਹਿਬ ਇੱਕ ਕੁਝ ਕੁ ਸਵਾਲ ਮਨ ਦੇ ਵਿੱਚ ਪੈਦਾ ਹੁੰਦੇ ਆ, ਖਾਸ ਤੌਰ ਤੇ ਜਿਵੇਂ ਪਹਿਲਾਂ ਬਜ਼ੁਰਗ ਸਵਾਹ ਦੇ ਵਿੱਚ ਮਲ ਕੇ ਵੜੇਵੇਂ ਲਾਉਂਦੇ ਹੁੰਦੇ ਸੀ, ਹੈ ਨਾ। ਉਹਦੇ ਤੋਂ ਆਪਾਂ ਨੂੰ ਇਹਦੀ ਲੋੜ ਕਿਵੇਂ ਪੈ ਗਈ ਦੂਸਰੇ ਹਾਈਬ੍ਰਿਡ ਬੀ ਦੀ? ਜਿੱਦਾਂ ਹੁਣ ਆਪਣੀ ਅਮਰੀਕਨ ਕਪਾਹ ਹੈਗੀ ਹੈ, ਜਦੋਂ ਜਿਹਨੇ ਇਹਨਾਂ ਦੇ ਉੱਤੇ ਲੀਫ ਕਰਲ ਜਿਹੜੀ ਪੱਤਾ ਮਰੋੜ ਬਿਮਾਰੀ ਹੈ ਇਹ ਆ ਜਾਂਦੀ ਹੈਗੀ। ਦੇਸੀ ਕਪਾਹ ਉਹਦੇ ਪ੍ਰਤੀ ਇਮਿਊਨ ਸੀਗੀ, ਉਹਦੇ ਤੇ ਇਹ ਬਿਮਾਰੀ ਨਹੀਂ ਆਉਂਦੀ ਸੀਗੀ। ਮੈਂ ਕਈ ਕਿਸਾਨਾਂ ਨਾਲ ਗੱਲਬਾਤ ਕਰਦਾ, ਮੈਨੂੰ ਬੜਾ ਲੱਗਿਆ ਵੱਖਰਾ ਜਿਹਾ। ਉਹ ਕਹਿੰਦੇ ਵੀ ਜਿਹੜੀ ਸੁੰਡੀ ਪਈ ਸੀ ਉਦੋਂ 90 ਦੇ ਦਹਾਕੇ 'ਚ, ਉਹਨੂੰ ਅਮਰੀਕਨ ਸੁੰਡੀ ਕਿਉਂ ਕਹਿੰਦੇ ਸੀ, ਪੰਜਾਬਣ ਸੁੰਡੀ ਕਿਉਂ ਨਹੀਂ ਕਹਿੰਦੇ ਸੀ? ਇਹ ਤਾਂ ਨਹੀਂ ਵੀ ਬਾਹਰਲੇ, ਜਿਵੇਂ ਕਿ ਆਪਾਂ ਨੂੰ ਲੱਗਦਾ ਵੀ ਉਹਨਾਂ ਨੇ ਆਪਣਾ ਜਿਹੜਾ ਮੂਲ ਬੀਜ ਸੀ ਉਹਨੂੰ ਖਤਮ ਕਰਕੇ ਆਪਦਾ ਬੀਜ ਲਿਆਂਦਾ ਤੇ ਉਹਦੇ ਵਿੱਚ ਇਹੋ ਜਿਹੀਆਂ ਸੁੰਡੀਆਂ ਜਾਂ ਬਿਮਾਰੀਆਂ ਆ ਗਈਆਂ। ਇਹ ਸੁੰਡੀ ਖਾਸ ਤੌਰ ਤੇ ਉਸੇ ਕਪਾਹ ਤੇ ਪਈ ਜਿਹੜੀ ਅਮਰੀਕਾ ਤੋਂ ਆਪਣਾ ਬੀਜ ਆਇਆ ਸੀ। ਆ ਜਿਹੜੀ ਬੀਜ ਸੀਗੀ ਜਿਹੜੀ ਰਿਪਲੇਸ ਹੋਈ, ਕਿਉਂਕਿ ਦੇਸੀ ਨਰਮੇ ਥੱਲੇ ਰਕਬਾ ਹੀ ਘਟ ਗਿਆ ਜਾਂ ਦੂਜੇ ਨੇ ਗਾ। ਤੇ ਜਿਹੜੀ ਪ੍ਰੋਡਕਸ਼ਨ ਦੀ ਗੱਲ ਕਰੀਏ ਆਪਾਂ, ਜੇਕਰ ਉਹ ਬਰਾਬਰ ਵੀ ਸੀ ਤਾਂ ਦੂਜੇ ਪਾਸੇ ਆਪਣੇ ਲਈ ਹਾਨੀਕਾਰਕ ਇੰਨਾ ਸੀ, ਕਹਿੰਦੇ ਵੀ ਆਪਾਂ ਜਿਹੜੇ ਬੜੇਵੇਂ ਆ ਇਹ ਪਸ਼ੂਆਂ ਨੂੰ ਪਾਉਂਦੇ ਸੀ, ਪਰ ਜਿਹੜੇ ਬੀਟੀ ਦੇ ਬੜੇਵੇਂ ਕਹਿੰਦੇ ਉਹਦੇ ਨਾਲ ਮੱਝਾਂ ਨਹੀਂ ਠਹਿਰਦੀਆਂ, ਗਾਵਾਂ ਨਹੀਂ ਠਹਿਰਦੀਆਂ। ਆਪਾਂ ਬੀਟੀ ਇਸ ਲਈ ਲਿਆਂਦਾ ਸੀਗਾ ਵੀ ਕਿਸਾਨ ਸਪਰੇਹਾਂ ਤੋਂ ਮੁਕਤ ਹੋ ਜਾਣ। ਘੱਟੋ ਘੱਟ ਤੁਹਾਨੂੰ ਪਤਾ ਹੀ ਹੈ ਕਿੰਨਾ ਉਦੋਂ ਨੁਕਸਾਨ ਹੋਇਆ ਆਪਣਾ। ਫਿਰ ਅੱਗੇ ਫਿਰ ਇੱਕ ਚਿੱਟਾ ਮੱਛਰ ਆ ਜਾਂਦਾ। ਹੁਣ ਵੀ ਗੁਲਾਬੀ ਸੁੰਡੀ ਆ ਗਈ ਆਪਣੇ। ਇਹ ਗੁਲਾਬੀ ਸੁੰਡੀ ਹੈ ਕੀ ਚੀਜ਼? ਪਹਿਲਾਂ ਤਾਂ ਮੈਨੂੰ ਇਹ ਦੱਸੋ ਮੁਕੰਮਲ, ਕਿਉਂਕਿ ਆਮ ਜਿਹੜੇ ਕਿਸਾਨ ਆ, ਜਿਵੇਂ ਤੁਸੀਂ ਮੈਨੂੰ ਪਹਿਲਾਂ ਦੱਸ ਰਹੇ ਸੀ ਕਿ ਪਤਾ ਨਹੀਂ ਲੱਗਦਾ ਆਪਾਂ ਨੂੰ। ਪਹਿਲਾਂ ਤਾਂ ਐਂ ਦੱਸੋ ਇਹ ਹੈ ਕੀ ਚੀਜ਼? ਪਹਿਲਾਂ ਬਜ਼ੁਰਗ ਬਹੁਤ ਡਰਦੇ ਹੁੰਦੇ ਸੀ ਵੀ ਅਸੀਂ ਜ਼ਹਿਰ ਖੇਤਾਂ ਦੇ ਵਿੱਚ ਪਾਈਏ, ਪਰ ਹੁਣ ਤੁਸੀਂ ਇਹ ਦੇਖੋ ਵੀ ਆਪਾਂ ਇੰਨਾ ਪਰਿਵਾਰਕ ਹੋ ਗਏ ਜ਼ਹਿਰ ਨਾਲ, ਇੰਨੇ ਨੇੜੇ ਹੋ ਗਏ ਜ਼ਹਿਰ ਦੇ ਵੀ ਆਪਾਂ ਉਹਨਾਂ ਸਪਰੇਹਾਂ ਦੇ ਲੀਟਰਾਂ ਦੇ ਵਿੱਚ ਕੱਟ ਕੇ ਉਹਨਾਂ 'ਚ ਹੀ ਪਾਣੀ ਪੀ ਲੈਂਦੇ ਹਾਂ। ਆਪਾਂ ਨੂੰ ਡਰ ਨਹੀਂ ਲੱਗਦਾ। ਤੇ ਤੁਸੀਂ ਜ਼ਰੂਰ ਮੇਰਾ ਨੰਬਰ ਵੀ ਨੋਟ ਕਰ ਸਕਦੇ ਹੈਗੇ ਜਦੋਂ ਜਿਹਨੂੰ। ਮੇਰਾ ਨਾਮ ਡਾਕਟਰ ਵਿਜੇ ਕੁਮਾਰ ਆ। ਮੋਬਾਈਲ ਨੰਬਰ ਮੇਰਾ ਹੈਗਾ 97 794 51 214। ਤੁਸੀਂ ਜਦੋਂ ਮਰਜ਼ੀ ਮੇਰੇ ਨਾਲ ਸੰਪਰਕ ਕਰ ਸਕਦੇ ਜੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਹਮੇਸ਼ਾ ਦੀ ਤਰ੍ਹਾਂ ਖੇਤੀਬਾੜੀ ਤੇ ਗੱਲਬਾਤ ਕਰਦੇ ਰਹਿੰਦੇ ਹਾਂ ਤੇ ਅੱਜ ਖਾਸ ਤੌਰ ਤੇ ਜਿਹੜਾ ਕਿ ਮਾਲਵੇ ਇਲਾਕੇ ਦੇ ਵਿੱਚ ਗੁਲਾਬੀ ਸੁੰਡੀ ਦਾ ਪ੍ਰਕੋਪ ਆਇਆ। ਬਹੁਤ ਸਾਰੇ ਜਿਹੜੇ ਮਾਨਸਾ ਤੇ ਬਠਿੰਡਾ ਦੇ ਜਿਹੜੇ ਕਿਸਾਨ ਆ ਉਹਨਾਂ ਦਾ ਨਰਮਾ ਬਿਲਕੁਲ ਖ਼ਰਾਬ ਹੋ ਗਿਆ। ਪਹਿਲਾਂ ਇਹ ਸੁੰਡੀ ਨਹੀਂ ਸੀ, ਪਹਿਲਾਂ ਹੋਰ ਤਰ੍ਹਾਂ ਦੀਆਂ ਸੁੰਡੀਆਂ ਹੁੰਦੀਆਂ ਸੀ। ਜੇਕਰ ਆਪਾਂ ਨਰਮੇ ਦੇ ਰਕਬੇ ਦੀ ਵੀ ਗੱਲ ਕਰੀਏ ਤਾਂ 1960 ਦੇ ਵਿੱਚ 4.46 ਲੱਖ ਹੈਕਟੇਅਰ ਸੀਗਾ ਤੇ ਝੋਨਾ ਜਿਹੜਾ ਉਹ 2.27 ਲੱਖ ਹੈਕਟੇਅਰ ਸੀ। ਪਰ ਇਹ ਰਕਬਾ ਝੋਨੇ ਦਾ ਜਿਹੜਾ ਸੀ ਉਹ ਵੱਧਦਾ ਗਿਆ ਤੇ ਨਰਮੇ ਦਾ ਘਟਦਾ ਗਿਆ। ਜੇਕਰ 60 ਸਾਲਾਂ ਬਾਅਦ ਦੀ ਗੱਲ ਕਰੀਏ ਤਾਂ ਝੋਨੇ ਦਾ ਜਿਹੜਾ ਰਕਬਾ ਉਹ 31 ਲੱਖ ਹੈਕਟੇਅਰ ਤੇ ਚਲਿਆ ਗਿਆ ਤੇ ਜਿਹੜਾ ਨਰਮੇ ਦਾ ਉਹ 3 ਲੱਖ ਹੈਕਟੇਅਰ ਰਹਿ ਗਿਆ। ਜ਼ਰੂਰ ਹੈ ਕਿ 11-12 ਦੇ ਵਿੱਚ 5 ਲੱਖ ਹੈਕਟੇਅਰ ਨਰਮਾ ਗਿਆ ਸੀਗਾ ਉਦੋਂ ਬੀਟੀ ਤੋਂ ਬਾਅਦ, ਬੀਟੀ ਦੇ ਕਰਕੇ, ਪਰ 2014 ਦੇ ਵਿੱਚ ਜਦੋਂ ਆਪਣਾ ਚਿੱਟਾ ਮੱਛਰ ਆਇਆ ਉਹਦੇ ਕਰਕੇ ਫਿਰ ਨਰਮਾ ਘਟ ਗਿਆ। ਅੱਜ ਸਾਡੇ ਨਾਲ ਡਾਕਟਰ ਵਿਜੇ ਕੁਮਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ। ਇਹਨਾਂ ਨਾਲ ਖਾਸ ਤੌਰ ਤੇ ਗੱਲਬਾਤ ਕਰਾਂਗੇ ਕਿਉਂਕਿ ਗੱਲਾਂ ਬਹੁਤ ਹੋਈਆਂ ਗੁਲਾਬੀ ਸੁੰਡੀ ਤੇ ਜਾਂ ਜਿਹੜਾ ਕਿ ਨਰਮਾ ਖਰਾਬ ਹੁੰਦਾ ਇਹਦੇ ਤੇ, ਪਰ ਅਸੀਂ ਇਹਨਾਂ ਤੋਂ ਹੋਰ ਵੀ ਜਾਣਕਾਰੀ ਲਵਾਂਗੇ ਕਿ ਕਿਵੇਂ ਇਸ ਚੀਜ਼ ਦਾ ਹੱਲ ਕੀਤਾ ਜਾ ਸਕਦਾ ਹੈ। ਕਿਉਂਕਿ ਜਿਹੜੇ ਕਿਸਾਨ ਹੈ, ਜਦੋਂ ਕੋਈ ਵੱਡਾ ਘਾਟਾ ਪੈਂਦਾ, ਵੱਡਾ ਨੁਕਸਾਨ ਹੁੰਦਾ, ਉਸ ਤੋਂ ਬਾਅਦ ਉਸ ਫਸਲ ਦਾ ਜਿਹੜਾ ਰਕਬਾ ਉਹ ਘਟ ਜਾਂਦਾ। ਨਰਮੇ ਨਾਲ ਵੀ ਹਮੇਸ਼ਾ ਇਸ ਤਰ੍ਹਾਂ ਹੋਇਆ। ਸਭ ਤੋਂ ਪਹਿਲਾਂ ਸਵਾਗਤ ਕਰਦਾ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਜਿਵੇਂ ਮੈਂ ਹੁਣੇ ਗੱਲਬਾਤ ਕਰਕੇ ਹਟਿਆ ਕਿ ਝੋਨੇ ਨੇ ਜਿਹੜੀ ਥਾਂ ਉਹ ਨਰਮੇ ਦੀ ਲੈ ਲਈ ਹੈ ਨਾ, ਕਿਉਂਕਿ ਉਹ ਚਲੋ ਗੱਲ ਵੱਖਰੀ ਹੈ ਕਿ ਉਹ ਸੌਖਾ ਹੈ ਜਾਂ ਉਹਦੀ MSP ਹੈ, ਉਹ ਆਪਾਂ ਗੱਲ ਮੁੱਦਾ ਵੱਖਰਾ ਹੈ। ਪਰ ਜੇਕਰ ਨਰਮੇ ਦੀ ਗੱਲ ਕਰੀਏ ਤਾਂ ਨਰਮੇ ਦਾ ਜਿਹੜਾ ਰਕਬਾ ਉਹ ਘਟਦਾ ਗਿਆ ਹੈ ਨਾ ਇਹਦੇ 'ਚ, ਆਪਣੇ ਮਾਲਵੇ ਇਲਾਕੇ ਦੇ ਵਿੱਚ, ਖਾਸ ਕਰਕੇ ਜਿਹੜੀ ਕਾਟਨ ਬੈਲਟ ਹੈ। ਕੀ ਕਾਰਨ ਸਮਝਦੇ ਹੋ ਤੁਸੀਂ? ਇਹਦੇ ਕਈ ਪ੍ਰਮੁੱਖ ਕਾਰਨ ਨੇ ਜਾਂ ਦੂਜੇ ਨੂੰ ਹੈਗਾ। ਜਿੱਦਾਂ ਕਿ ਸਭ ਤੋਂ ਪਹਿਲਾਂ ਜੇ ਮੈਂ ਮੁੱਖ ਕਾਰਨ ਦੇਖਾਂ ਜਾਂ ਦੂਜੇ ਨੂੰ ਹੈਗਾ ਕਿ ਇੱਕ ਜਿਹੜੇ ਜਿੱਦਾਂ ਕਿ ਤੁਸੀਂ ਗੱਲ ਕਰ ਰਹੇ ਜਿੱਦਾਂ MSP ਵਗੈਰਾ ਦਾ, ਜਾਂ ਦੂਜੇ ਨੇ ਕਿ ਫਿਕਸ ਰੇਟ ਮਿਲਦਾ ਹੈਗਾ, ਪਰ ਚਾਹੇ ਇਹਦਾ ਕੋਈ ਬਹੁਤਾ ਜ਼ਿਆਦਾ ਪ੍ਰਾਈਵੇਟ ਮੰਡੀਕਰਨ ਜਾਂ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਵੀ ਉਹੀ ਜ਼ਿਆਦਾ ਜਿਹੜਾ ਪਰਚੇਜ਼ ਕਰਦੀ ਹੈਗੀ ਹੈ, ਬਟ ਫਿਰ ਵੀ ਜਿੱਦਾਂ ਪਿਛਲੇ ਸਾਲਾਂ 'ਚ ਅਸੀਂ ਦੇਖਦੇ ਪਏ ਹਾਂ ਵੀ ਨਰਮੇ ਦਾ ਕਿਹੜਾ ਵਾਜਬ ਰੇਟ ਮਿਲਦਾ ਪਿਆ ਹੈਗਾ। ਤਕਰੀਬਨ ਇਸ ਸਾਲ ਵੀ ਜੇ ਦੇਖਦੇ 7000 ਰੁਪਏ ਤੋਂ ਉੱਤੇ ਜਿਹੜਾ ਕੁਇੰਟਲ ਦਾ ਨਰਮੇ ਦਾ ਜਿਹੜਾ ਝਾੜ ਮਿਲਦਾ ਹੈਗਾ, ਤੇ ਜੇ 10 ਕੁਇੰਟਲ ਵੀ ਐਵਰੇਜ ਨਿਕਲਦੀ ਹੈ ਤਾਂ 70000 ਰੁਪਏ ਦਾ ਨਰਮਾ ਹੋ ਜਾਂਦਾ, ਤਾਂ ਜੀਰੀ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈਗਾ। ਪਰ ਜੇ ਓਵਰ ਦਾ ਪੀਰੀਅਡ ਆਫ ਟਾਈਮ ਦੇਖੀਏ ਜਾਂ ਦੂਜੇ ਨੂੰ ਨਰਮਾ ਜਿਹੜਾ ਕਾਫੀ ਝੋਨਾ ਜਿਹੜਾ ਕਾਫੀ ਮੈਕਨਾਈਜ਼ਡ ਹੋ ਗਿਆ ਬਿਲਕੁਲ ਸਮੇਂ ਦੇ ਨਾਲ ਜਾਂ ਦੂਜੇ ਨੂੰ ਹੈਗਾ। ਜਿਹੜੀ ਉਹਦੀਆਂ ਕਿਸਮਾਂ ਵੀ ਸੀਗੀਆਂ ਜਾਂ ਦੂਜੇ ਨੂੰ ਉਹ ਵੀ ਸ਼ਾਰਟ ਡਿਊਰੇਸ਼ਨ ਦੇ ਵਿੱਚ ਹੋ ਗਈਆਂ, ਜਾਂ ਦੂਜੇ ਨੂੰ ਹੈਗੀਆਂ ਸਮਾਂ ਘੱਟ ਸਮੇਂ ਦੀਆਂ ਫਸਲਾਂ ਆ ਗਈਆਂ ਜਾਂ ਦੂਜੇ ਨੂੰ ਹੈਗਾ। ਤੇ ਉਹ ਇੱਕ ਕੀ ਹੁੰਦਾ ਕਿ ਬਜਾਈ ਸਾਨੂੰ ਇੱਕ ਨਰਮੇ ਦੀ ਜਿਹੜੀ ਹੈ ਟਰਾਂਸਪਲਾਂਟਿੰਗ ਕਰਦੇ ਉਹ ਇੱਕ ਔਖੀ ਲੱਗਦੀ ਹੈ। ਬਾਕੀ ਜਿਹੜਾ ਖੀਰ ਦੇ ਉੱਤੇ ਕਟਾਈ ਕਰਨਾ ਜਾਂ ਦੂਜੇ ਨੂੰ ਮੈਕਨਾਈਜ਼ਡ ਟਰਾਲੀ 'ਚ ਭਰ ਕੇ ਆਪਾਂ ਮੰਡੀ 'ਚ ਲੈ ਜਾਣਾ ਜਾਂ ਦੂਜੇ ਨੂੰ ਹੈਗਾ, ਤੇ ਉਹਦੀ ਇੱਕ ਮਿਨੀਮਮ ਸਪੋਰਟ ਪ੍ਰਾਈਸ ਵੀ ਸਾਨੂੰ ਪ੍ਰੋਪਰ ਮਿਲ ਜਾਣੀ ਆ। ਤਾਂ ਉਹਦੇ ਕਰਕੇ ਜਿਹੜਾ ਹੈਗਾ ਵੀ ਜਿਹੜੀ ਮੈਕਨਾਈਜੇਸ਼ਨ ਹੋਣ ਕਰਕੇ
ਕਰਕੇ ਜਿਹੜਾ ਹੈਗਾ ਵੀ ਉਹਦੇ 'ਚ। ਤੇ ਜੇ ਉਲਟ ਆਪਾਂ ਨਰਮੇ ਨੂੰ ਦੇਖਦੇ ਹੈਗਾ ਤਾਂ ਥੋੜ੍ਹਾ ਜਿੱਦਾਂ ਹੁਣ 3 ਜਾਂ 4 ਵਾਰੀ ਚੁਗਾਈ ਕਰਨੀ ਹੈਗੀ ਆ, ਚੁਗਾਈ ਵਾਲੀ ਲੇਬਰ ਲੱਭਣੀ ਹੈਗੀ ਆ, ਔਰ ਦੂਸਰਾ ਵੀ ਉਹਦੇ ਨਾਲ ਇਹ ਡਿਊਰੇਸ਼ਨ ਜੇ ਪੀਰੀਅਡ ਦੇਖਿਆ ਜਾਵੇ ਤਾਂ ਇਹ ਲੰਬਾ ਸਮਾਂ ਲੈਂਦੀ ਹੈ, ਤਕਰੀਬਨ 6 ਮਹੀਨੇ ਵਗੈਰਾ ਵੀ ਕਰਨੀ ਪੈਂਦੀ ਹੈ। ਤੇ ਉਹਦੀ ਟੇਕ ਕੇਅਰ ਜਿਹੜੀ ਹੁਣ ਨੀਲੀ ਛਤਰੀ ਥੱਲੇ ਕੋਈ ਕ੍ਰੌਪ ਰਹਿ ਰਹੀ ਹੈਗੀ ਆ, ਜਿੱਦਾਂ ਮੈਂ ਦੇਖਦਾ ਇੱਕ ਕ੍ਰੌਪ ਰਹਿ ਰਹੀ ਹੈ ਤਕਰੀਬਨ 100 ਦਿਨ ਲਈ, ਇੱਕ ਰਹਿ ਰਹੀ ਹੈ 150 ਦਿਨ ਲਈ, ਤਾਂ ਉਹਦੇ ਤੇ ਕੋਈ ਨਾ ਕੋਈ ਕੁਦਰਤੀ ਪ੍ਰਕੋਪ ਜਿਹੜਾ ਹੈਗਾ, ਕੋਈ ਜਿਹੜਾ ਸਾਡੇ এনवायरमेंटਲ ਫੈਕਟਰ ਨੇ ਜਾਂ ਦੂਜੇ ਨੂੰ ਉਹ ਵੀ ਰੋਲ ਪਲੇ ਕਰਨਗੇ। ਕਈ ਤਰ੍ਹਾਂ ਦੇ ਕੀੜੇ ਮਕੌੜੇ ਬਿਮਾਰੀਆਂ ਦਾ ਉਹਨਾਂ ਦਾ ਹਮਲਾ ਵੀ ਰਹਿਣ ਦਾ ਜਿਹੜਾ ਉਹਨੂੰ ਬਰਦਾਸ਼ਤ ਕਰਨ ਦਾ ਜਿਹੜਾ ਮਾਦਾ ਜਿਹੜਾ ਉਹਨਾਂ ਹੀ ਉਹ ਘਟਦਾ ਜਾਏਗਾ। ਜਿੰਨਾ ਲੰਬਾ ਸਮਾਂ ਰਹੇਗੀ ਉਹਦੇ ਤੇ ਕੀੜੇ ਮਕੌੜੇ ਬਿਮਾਰੀਆਂ ਦੇ ਹਮਲੇ ਹੋਣ ਦਾ ਵੀ ਉਨੇ ਹੀ ਚਾਂਸ ਜ਼ਿਆਦਾ ਰਹਿਣਗੇ ਜਾਂ ਦੂਜੇ ਨੂੰ ਹੈਗਾ। तो ਉਹਦੇ 'ਚ ਅੱਗੇ ਫਰਦਰ ਹੈਗਾ ਜਾਂ ਦੂਜੇ ਨੂੰ ਸਾਨੂੰ ਕਿਸਮਾਂ ਕੁਛ ਨਵੀਆਂ ਇਸ ਤਰ੍ਹਾਂ ਦੀਆਂ ਕੁਛ ਆ ਵੀ ਰਹੀਆਂ ਨੇ ਜਾਂ ਦੂਜੇ ਨੇ ਹੈਗਾ, ਕਿਉਂਕਿ ਜ਼ਿਆਦਾਤਰ ਜਿਹੜਾ ਹੈਗਾ ਤਕਰੀਬਨ 99.9% ਹੀ ਮੈਂ ਕਹਿ ਸਕਾਂਗਾ ਪੰਜਾਬ ਦੇ ਵਿਚਕਾਰ ਜਿਹੜਾ ਨਰਮਾ ਦਾ ਰਕਬਾ ਜਿਹੜਾ ਹੈਗਾ, ਜਿਹਨੂੰ 3 ਲੱਖ ਹੈਕਟੇਅਰ ਦੀ ਆਪਾਂ ਗੱਲ ਕਰ ਰਹੇ ਸੀਗੇ, ਉਹ ਤਕਰੀਬਨ ਸਾਰਾ ਬੀਟੀ ਥੱਲੇ ਹੀ ਹੈ ਜਾਂ ਦੂਜੇ ਨੂੰ ਹੈਗਾ। ਅੱਗੇ ਸਾਡੇ ਕੋਲ ਨਾਨ ਬੀਟੀ ਨਰਮਾ ਵੀ ਸੀਗਾ, ਦੇਸੀ ਕਪਾਹ ਵੀ ਸੀਗਾ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਹਿਲੋਂ ਜਦੋਂ 90 ਦੇ ਦਹਾਕੇ ਦੇ ਵਿੱਚ ਅਮਰੀਕਨ ਸੁੰਡੀ ਆਈ ਆ ਤਾਂ ਇਹੋ ਜਿਹਾ ਹਮਲਾ ਹੋਇਆ ਜਾਂ ਦੂਜੇ ਨੂੰ ਆਪਾਂ ਸਪਰੇਆਂ ਕਰਕੇ ਹੰਬ ਗਏ, ਬਟ ਸੁੰਡੀ ਦੇ ਕਾਬੂ ਨਹੀਂ ਪਾ ਸਕੇ। ਫਿਰ ਉਹ ਬੀਟੀ ਟੈਕਨੋਲੋਜੀ ਆਈ ਆ ਤਾਂ ਉਹਦੇ ਨਾਲ ਸਾਨੂੰ ਉਹਦਾ ਰਕਬਾ ਵੀ ਸਾਡਾ ਵਧਿਆ ਜਾਂ ਦੂਜੇ ਨੂੰ ਹੈਗਾ। ਉਦੋਂ ਅਸੀਂ 5-6 ਲੱਖ ਹੈਕਟੇਅਰ ਤੱਕ ਵੀ ਪਹੁੰਚ ਗਏ ਸੀਗੇ ਜਾਂ ਦੂਜੇ ਨੂੰ ਹੈਗਾ। ਸਭ ਇੱਕ ਕੁਝ ਕੁ ਸਵਾਲ ਮਨ ਦੇ ਵਿੱਚ ਪੈਦਾ ਹੁੰਦੇ ਆ, ਖਾਸ ਤੌਰ ਤੇ ਜਿਵੇਂ ਪਹਿਲਾਂ ਬਜ਼ੁਰਗ ਸਵਾਹ ਦੇ ਵਿੱਚ ਮਲਕੇ ਬੜੇਵੇਂ ਲਾਉਂਦੇ ਹੁੰਦੇ ਸੀ, ਹੈ ਨਾ, ਉਹਦੇ ਤੋਂ ਆਪਾਂ ਨੂੰ ਇਹਦੀ ਲੋੜ ਕਿਵੇਂ ਪੈ ਗਈ ਦੂਸਰੇ ਹਾਈਬ੍ਰਿਡ ਬੀ ਦੀ? ਹਾਂ, ਜਿਹੜੀ ਤਾਂ ਜਿੱਦਾਂ ਕਿ ਬੀਟੀ ਜੇ ਗੈਰ ਬੀਟੀ ਨਰਮਾ ਦੇਖਦੇ ਤੇ ਬੀਟੀ ਨਰਮਾ ਦੇਖਦੇ, ਦੋਨਾਂ 'ਚ ਫਰਕ ਸਿਰਫ ਇਹਦੇ 'ਚ ਜੀਨ ਪਾਤਾ। ਸ਼ੁਰੂ 'ਚ ਸਿੰਗਲ ਬੀਟੀ ਨਰਮਾ ਆਇਆ ਸੀ, ਉਹਦੇ 'ਚ ਇੱਕ ਜੀਨ ਪਾਤਾ ਸੀ ਜਿਹਨੂੰ ਕਰਾਈਵਾਨ ਸੀ ਕਹਿੰਦੇ ਵੀ, ਇੱਕ ਜੀਨ ਪਾਤਾ ਜਿਹੜਾ ਕਿ ਉਹ ਪ੍ਰੋਟੀਨ ਪ੍ਰੋਡਿਊਸ ਹੁੰਦਾ ਜਾਂ ਦੂਜੇ ਨੂੰ ਹੈਗਾ, ਤੇ ਉਹਦੇ 'ਚੋਂ ਟੌਕਸਨ ਲੈਵਲ ਹੁੰਦਾ ਹੈਗਾ, ਤੇ ਜਿਹੜਾ ਕਿ ਉਹ ਖਾਸ ਤਰ੍ਹਾਂ ਦੇ ਕੀੜੇ ਨੇ, ਖਾਸ ਤੌਰ ਤੇ ਅਮਰੀਕਨ ਸੁੰਡੀ ਆ, ਚਿੱਤਕਬਰੀ ਸੁੰਡੀ ਆ ਜਾਂ ਗੁਲਾਬੀ ਸੁੰਡੀ ਜਿਹੜੀ ਅੱਜ ਕੱਲ੍ਹ ਹਮਲਾ ਦਿਖਾਈ ਦੇ ਰਿਹਾ ਸਾਨੂੰ, ਇਹਨਾਂ ਨੂੰ ਉਹਦੇ 'ਚ ਪ੍ਰਤੀ ਜਿਹੜੀ ਸਹਿਣ ਸ਼ਕਤੀ ਇਹਦੇ 'ਚ ਸੀਗੀ ਜਿਹੜੀ ਹੈਗੀ, ਜਿਹੜੀ ਕਿ ਕੀੜਾ ਖਾਂਦਾ ਸੀ ਉਹਨੂੰ ਤੇ ਉਹ ਮਰ ਜਾਂਦਾ ਸੀਗਾ। ਦੇਸੀ ਵਿੱਚ ਵੀ ਆਏ ਸੀ ਜਿਹੜੇ ਬਜ਼ੁਰਗ ਬੀਜਦੇ ਸੀ ਆਪਣੇ? ਦੇਸੀ ਦੇ ਵਿੱਚ ਨਹੀਂ ਸੀਗਾ, ਦੇਸੀ ਕਪਾਹ ਬੀਜਦੇ ਸੀ। ਦੂਜੇ ਨੰਬਰ ਦੇਸੀ ਦੇ ਵਿੱਚ ਖਾਸ ਤੌਰ ਦੇ ਉੱਤੇ ਜਿੱਦਾਂ ਹੁਣ ਆਪਣੀ ਅਮਰੀਕਨ ਕਪਾਹ ਹੈਗੀ ਹੈ ਜਾਂ ਦੂਜੇ ਨੇ ਇਹਨਾਂ ਦੇ ਉੱਤੇ ਲੀਫ ਕਰਲ ਜਿਹੜੀ ਪੱਤਾ ਮਰੋੜ ਬਿਮਾਰੀ ਹੈ ਇਹ ਆ ਜਾਂਦੀ ਹੈਗੀ। ਦੇਸੀ ਕਪਾਹ ਉਹਦੇ ਪ੍ਰਤੀ ਇਮਿਊਨ ਸੀਗੀ, ਉਹਦੇ ਤੇ ਇਹ ਬਿਮਾਰੀ ਨਹੀਂ ਆਉਂਦੀ ਸੀਗੀ। ਪਰ ਜਿਹੜੀ ਸੁੰਡੀ ਸੀ ਜਦੋਂ ਆਈ ਹੈ ਜਾਂ ਦੂਜੇ ਨੇ ਗਈ, ਉਹਦੇ ਕਰਕੇ ਜਿਹੜਾ ਵੀ ਉਹ ਖਾਸ ਤੌਰ ਤੇ ਜਿਹੜਾ ਗੈਰ ਬੀਟੀ ਨਰਮਾ ਸੀ, ਦੇਸੀ ਕਪਾਹ ਦੇ ਉੱਤੇ ਇੱਕ ਚਿੱਤਕਬਰੀ ਸੁੰਡੀ ਜਿਹੜੀ ਹੈਗੀ ਹੈ, ਜਿਹੜੀ ਕਿ ਬੀਟੀ ਦੇ ਪ੍ਰਤੀ ਉਹ ਰੋਕਥਾਮ ਹੈਗੀ ਉਹਦੇ ਵਿਚਕਾਰ ਹੈਗੀ ਆ। ਸੋ ਕਿਉਂਕਿ ਹੌਲੀ ਹੌਲੀ ਸੁੰਡੀ ਦਾ ਪ੍ਰਕੋਪ ਇਸ ਤਰ੍ਹਾਂ ਦਾ ਜ਼ਿਆਦਾ ਹੋ ਗਿਆ 90 ਦੇ ਦਹਾਕੇ ਦੇ ਵਿਚਕਾਰ ਕਿ ਉਹ ਜਿਹੜੀ ਇਕਨੋਮਿਕਲੀ ਵਾਈਬਲ ਨਹੀਂ ਰਹੀ ਸਾਡੀ ਨਰਮਾ ਜਿਹੜਾ ਫਸਲ ਜਿਹੜੀ ਸੀਗੀ ਜਾਂ ਦੂਜੇ ਨੂੰ, ਕਿ ਬਹੁਤ ਜ਼ਿਆਦੀਆਂ ਸਪਰੇਆਂ ਦਾ ਖਰਚਾ ਵੱਧ ਗਿਆ ਜਾਂ ਦੂਜੇ ਨੂੰ ਹੈਗਾ। ਉਹਦੇ ਤਰ੍ਹਾਂ ਦਾ ਵਾਤਾਵਰਨ ਸਾਡਾ ਦੂਸ਼ਿਤ ਹੋਇਆ ਜਿਹੜੀਆਂ ਜ਼ਿਆਦੀਆਂ ਸਪਰੇਆਂ ਕਰਨ ਦੇ ਨਾਲ, ਉਹਦੇ ਨਾਲ ਕਈ ਤਰ੍ਹਾਂ ਦੇ ਹੋਰ ਕੀੜੇ ਜਿਹੜੇ ਸੈਕੰਡਰੀ ਪੈਸਟ ਸੀਗੇ ਉਹ ਵੀ ਆ ਗਏ ਜਾਂ ਦੂਜੇ ਨੂੰ ਰਸ ਚੂਸਣ ਵਾਲੇ ਕੀੜਿਆਂ ਦੇ ਹਮਲੇ 'ਚ ਵਾਧਾ ਹੋ ਗਿਆ ਜਾਂ ਦੂਜੇ ਨੂੰ ਹੈਗਾ, ਜਿੱਦਾਂ ਕਿ ਚਿੱਟਾ ਮੱਛਰ ਵੀ ਆ ਗਿਆ ਸੀਗਾ 90 ਦੇ ਦਹਾਕੇ ਦੇ ਵਿਚਕਾਰ। ਸੋ ਉਹਦੀ ਇੱਕ ਆਪਣੇ ਸੀਗਾ, ਤੇ ਉਸ ਤੋਂ ਬਾਅਦ ਕਿਉਂਕਿ ਉਹਦੀ ਬੀਟੀ ਦੀ ਇੱਕ ਸਖਤ ਜ਼ਰੂਰਤ ਸੀ ਵੀ ਕਿਸ ਤਰ੍ਹਾਂ ਦਾ ਕੋਈ ਹੱਲ ਜਿਹੜਾ ਲੱਭਿਆ ਜਾਵੇ ਜਾਂ ਦੂਜੇ ਨੂੰ ਹੈਗਾ। ਸੋ 2002 ਦੇ ਵਿਚਕਾਰ ਸੈਂਟਰਲ ਇੰਡੀਆ ਦੇ ਜਿਹੜੇ ਸਦਰਨ ਪਾਰਟ ਆਫ ਇੰਡੀਆ ਹੈਗੀ ਆ, ਉੱਥੇ ਜਿਹੜੀ ਸਾਡੀ ਜਿਹੜੀ ਹੈਗੀ ਭਾਰਤ ਦੇ ਵਿੱਚ ਇਹਦੀ ਪ੍ਰਮਾਣਤਾ ਮਿਲੀ, ਤੇ ਆਪਣੀ ਜਿਹੜੀ 2005 ਦੇ ਵਿੱਚ ਜਿਹੜੀ ਪ੍ਰਮਾਣਤਾ ਜਿਹੜੀ ਉਹਦੀ ਮਿਲੀ ਜਿਹੜੀ, ਤੇ ਉਸ ਤੋਂ ਬਾਅਦ ਅਸੀਂ 2020-21 ਤੱਕ ਜਿਹੜਾ ਹੈਗਾ ਸੀ ਇਹਨੂੰ ਸਕਸੈਸਫੁਲੀ ਜਿਹੜਾ ਬੀਟੀ ਨਰਮੇ ਦੇ ਤਕਰੀਬਨ ਹੁਣ ਜੇ ਲੋਕਾਂ ਨੇ, ਜਿੱਦਾਂ ਮੈਂ ਗੱਲ ਕਹਿ ਰਿਹਾ ਵੀ ਤਕਰੀਬਨ 100% ਦੇ ਰਕਬੇ ਦੇ ਥੱਲੇ ਜੇ ਨਰਮਾ ਬੀਜਦੇ ਨੇ, ਤੇ ਇਹਦਾ ਮਤਲਬ ਲੋਕੀ ਉਹ ਤੋਂ ਵਧੀਆ ਝਾੜ ਲੈ ਰਹੇ ਸੀ ਕਿ ਤੇ ਵਧੀਆ ਖੁਸ਼ਹਾਲੀ ਦੀ ਜਿਹੜਾ ਵੀ ਉਹ ਵੱਲ ਜਾ ਰਹੇ ਸੀ ਅਸੀਂ ਜਾਂ ਦੂਜੇ ਨੇ ਹੈਗਾ। ਪਰ ਉਹ ਇਸ ਸਾਲ ਜਿੱਦਾਂ ਕਿ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਜਾਂ ਦੂਜੇ ਨੇ ਹੈਗਾ, ਖਾਸ ਤੌਰ ਤੇ ਮਾਨਸਾ ਤੇ ਬਠਿੰਡਾ ਜ਼ਿਲ੍ਹੇ ਦੇ ਵਿਚਕਾਰ, ਉਹ ਇੱਕ ਚਿੰਤਾ ਦਾ ਵਿਸ਼ਾ ਹੈਗਾ। ਇੱਕ ਕਮਾਲ ਦੀ ਗੱਲ ਇਹ ਜਿਹੜੀ ਕਿ ਮੈਨੂੰ, ਮੈਂ ਕਈ ਕਿਸਾਨਾਂ ਨਾਲ ਗੱਲਬਾਤ ਕਰਦਾ, ਮੈਨੂੰ ਬੜਾ ਲੱਗਿਆ ਵੱਖਰਾ ਜਿਹਾ। ਉਹ ਕਹਿੰਦੇ ਵੀ ਜਿਹੜੀ ਸੁੰਡੀ ਪਈ ਸੀ ਉਦੋਂ 90 ਦੇ ਦਹਾਕੇ 'ਚ, ਉਹਨੂੰ ਅਮਰੀਕਨ ਸੁੰਡੀ ਕਿਉਂ ਕਹਿੰਦੇ ਸੀ, ਪੰਜਾਬਣ ਸੁੰਡੀ ਕਿਉਂ ਨਹੀਂ ਕਹਿੰਦੇ ਸੀ? ਇਹ ਬੜੀ ਹੈ ਕਿਉਂਕਿ ਜਿਹੜਾ ਨਰਮਾ ਸੀ ਪਹਿਲੋਂ ਸਾਡੇ ਦੇਸੀ ਨਰਮਾ ਹੀ ਕਪਾਹ ਬੀਜਿਆ ਜਾਂਦਾ ਸੀਗਾ। ਫਿਰ ਉਸ ਤੋਂ ਬਾਅਦ ਉਹਨੂੰ ਜਿਹੜਾ ਰਿਪਲੇਸ ਕੀਤਾ ਵੀ ਉਹ ਜਿਹਨੂੰ ਕਹਿੰਦਾ ਵੀ ਉਹਨੂੰ ਕਹਿ ਦਿੰਦੇ ਵੀ ਜਿਹੜਾ ਨਾਨ ਬੀਟੀ ਕਾਟਨ ਜਿਹਨੂੰ ਕਹਿ ਦਿੰਦੇ ਆ, ਉਹਦਾ ਨਾਂ ਹੀ ਇਹੋ ਸੀ ਵੀ ਅਮਰੀਕਨ ਕਾਟਨ, ਵੀ ਅਮਰੀਕਨ ਜਿਹੜਾ ਕਪਾਹ ਗਈ ਜਿਹੜੀ ਦੇਸੀ ਕਪਾਹ ਜਿਹੜੀ ਆਪਣੀ ਚੱਲਦੀ ਸੀ। ਇਹ ਤਾਂ ਨਹੀਂ ਵੀ ਬਾਹਰਲੇ, ਜਿਵੇਂ ਕਿ ਆਪਾਂ ਨੂੰ ਲੱਗਦਾ ਵੀ ਉਹਨਾਂ ਨੇ ਆਪਣਾ ਜਿਹੜਾ ਮੂਲ ਬੀਜ ਸੀ ਉਹਨੂੰ ਖਤਮ ਕਰਕੇ ਆਪਦਾ ਬੀਜ ਲਿਆਂਦਾ ਤੇ ਉਹਦੇ ਵਿੱਚ ਇਹੋ ਜਿਹੀਆਂ ਸੁੰਡੀਆਂ ਜਾਂ ਬਿਮਾਰੀਆਂ ਆ ਗਈਆਂ। ਨਹੀਂ, ਇਸ ਤਰ੍ਹਾਂ ਦਾ ਕੋਈ ਨਹੀਂ ਸੀਗਾ। ਜੇ ਤੁਸੀਂ ਦੇਖੋਗੇ ਜੇ ਸਨ 1978 ਦੇ ਵਿੱਚ ਪਹਿਲੀ ਵਾਰੀ ਸੀਗਾ ਥੋੜ੍ਹਾ, ਕਿ ਬੇਸਿਕਲੀ ਜਿਹੜੀ ਅਮਰੀਕਨ ਸੁੰਡੀ ਜਿਹਨੂੰ ਕਹਿ ਦਿੰਦੇ, ਇਹ ਗ੍ਰੈਮ ਪਾਊਡਰ ਸੀ, ਛੋਲਿਆਂ ਦੀ ਸੁੰਡੀ ਸੀ। ਆਪਣੇ ਮਾਲਵੇ ਬੈਲਟ ਦੇ ਵਿੱਚ ਛੋਲਿਆਂ ਦੇ ਉੱਤੇ, ਡੱਡਿਆਂ ਦੇ ਉੱਤੇ ਜਿਹੜੀ ਕਾਣੇ ਕਰਦੀ ਸੀ ਤੇ ਉੱਥੇ ਖਾਂਦੀ ਸੀ। ਮਾੜਾ ਮੋਟਾ ਸਬਜ਼ੀਆਂ ਦੇ ਉੱਤੇ ਆ ਗਈ, ਫਿਰ ਇਹ ਦਾਲਾਂ 'ਤੇ ਆ ਗਈ। ਇਹ ਨਰਮੇ ਦਾ ਕੀੜਾ ਹੀ ਨਹੀਂ ਸੀਗਾ। ਨਰਮੇ ਦਾ ਜਿਹੜਾ ਪ੍ਰਮੁੱਖ ਕੀੜਾ, ਜੇ ਤੁਸੀਂ ਜੇ ਪੁਰਾਣੇ ਬਜ਼ੁਰਗ ਜੇ ਜਾਣਦੇ ਨੇ ਜਾਂ ਦੂਜੇ ਨੂੰ 70 ਦੇ ਦਹਾਕੇ 'ਚ ਵੀ ਦੇਖੋ, 60 ਦੇ ਵਿੱਚ ਵੀ ਇੱਕ ਹਰਾ ਤੇਲਾ, ਇੱਕ ਜਿਹੜੀ ਗੁਲਾਬੀ ਸੁੰਡੀ, ਇਹ ਇਹਦਾ ਮੇਨ ਕੀੜਾ ਨਰਮੇ ਦਾ। ਅੱਛਾ, ਚਾਹੇ ਉਹ ਤੁਹਾਡੀ ਦੇਸੀ ਕਪਾਹ ਆ ਚਾਹੇ ਨਰਮਾ ਹੈਗਾ, ਮੇਨ ਪ੍ਰਮੁੱਖ ਇਹ ਦੋ ਕੀੜੇ ਸੀਗੇ।
ਓਵਰ ਦਾ ਪੀਰੀਅਡ ਆਫ ਟਾਈਮ ਜਿਹੜੇ ਸੈਕੰਡਰੀ ਪੈਸਟ ਸੀਗੇ ਦੂਜੀ ਫਸਲਾਂ ਤੇ ਆਉਂਦੇ ਸੀਗੇ, ਉਹਨਾਂ ਨੇ ਇਹਦੇ ਵੱਲ ਨੂੰ, ਕਿਉਂਕਿ ਇਹਦਾ ਲੌਂਗ ਡਿਊਰੇਸ਼ਨ ਸੀ ਪੀਰੀਅਡ, ਜਾਂ ਦੂਜੇ ਨੂੰ ਹੈਗਾ 6 ਮਹੀਨੇ, ਜਿੱਦਾਂ ਆਪਾਂ ਦੱਸਿਆ ਵੀ ਨੀਲੀ ਛਤਰੀ ਥੱਲੇ ਹੈਗੀ ਆ, ਤਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਸਮੇਂ ਦੇ ਉੱਤੇ ਪੈਸਟ ਉੱਥੋਂ ਸ਼ਿਫਟ ਹੋ ਕੇ ਇੱਥੇ ਦਾ ਹੌਲੀ ਹੌਲੀ ਉਹਨੇ ਅਡੈਪਟ ਕੀਤਾ ਉਸ ਚੀਜ਼ ਨੂੰ। ਸੋ ਅਮਰੀਕਨ ਸੁੰਡੀ ਇਸ ਕਰਕੇ ਕੋਈ ਅਮਰੀਕਨ ਕਪਾਹ ਤੇ ਆਈ ਸੀਗੀ, ਤੇ ਉਹਦੇ ਕਰਕੇ ਨਾਂ ਉਹਨੂੰ ਸੌਖਾ ਜਿਹੜਾ ਸੀਗਾ ਵੀ ਅਮਰੀਕਨ ਬੋਲਵਰਮ ਤੋਂ ਅਮਰੀਕਨ ਸੁੰਡੀ ਬਣ ਗਿਆ, ਜਿਹੜਾ ਪਿੰਡਾਂ ਦੇ ਵਿੱਚ ਆਮ ਸੌਖਾ ਜਿੱਦਾਂ ਯਾਦ ਰਹਿ ਜਾਂਦਾ ਜਦੋਂ ਜਿਹਨੂੰ, ਉੱਥੋਂ ਇਹਦਾ ਨਾਮ ਹੈ ਅਮਰੀਕਨ ਸੁੰਡੀ ਪੈ ਗਿਆ। ਪਰ ਬੇਸਿਕਲੀ ਇਹ ਹੋਰ ਫਸਲਾਂ ਦੀ, ਇਹ ਖਾਸ ਤੌਰ ਤੇ ਛੋਲਿਆਂ ਦੀ ਸੁੰਡੀ ਸੀਗੀ। ਤਾਂ ਓਵਰ ਦਾ ਪੀਰੀਅਡ ਛੋਲੇ ਅੱਗੇ ਪਹਿਲਾਂ ਬੀਜਦੇ ਸੀ ਮਾਲਵੇ ਬੈਲਟ 'ਚ, ਉਹ ਘਟਦਾ ਗਿਆ ਰਕਬਾ, ਜਦੋਂ ਜਿਹਨੂੰ ਨਰਮੇ ਹੇਠ ਰਕਬਾ ਵੱਧਦਾ ਗਿਆ, ਜਦੋਂ ਜਿਹਨੂੰ ਹੈਗਾ ਉਹ ਸੁੰਡੀ, ਕਿਉਂਕਿ ਛੋਲਿਆਂ ਇਹ ਸੁੰਡੀ ਖਾਸ ਤੌਰ ਤੇ ਉਸੇ ਕਪਾਹ ਤੇ ਪਈ ਜਿਹੜੀ ਅਮਰੀਕਾ ਤੋਂ ਆਪਣਾ ਬੀਜ ਆਇਆ ਸੀ। ਆ ਜਿਹੜੀ ਬੀਜ ਸੀਗੀ ਜਿਹੜੀ ਰਿਪਲੇਸ ਹੋਈ, ਕਿਉਂਕਿ ਦੇਸੀ ਨਰਮੇ ਥੱਲੇ ਰਕਬਾ ਹੀ ਘਟ ਗਿਆ ਜਾਂ ਦੂਜੇ ਨੇ ਹੈਗਾ। ਸੋ ਜਿਹੜੀ ਜੇ ਪੁਰਾਣੇ ਵੇਲੇ ਦੇਖਦੇ ਸੀ ਇਹ ਗੁਲਾਬੀ ਸੁੰਡੀ 70 ਜਾਂ 80 ਦੇ ਦਹਾਕੇ 'ਚ ਵੀ ਗੁਲਾਬੀ ਸੁੰਡੀ ਦਾ ਹਮਲਾ ਬਹੁਤ, ਜੇ ਪੁਰਾਣੇ ਬਜ਼ੁਰਗ ਜਾਣਦੇ ਨਹੀਂ, ਉਦੋਂ ਜਿਹੜੀਆਂ ਖੀਰ ਤੇ ਚੁਗਿਆ ਨਹੀਂ ਜਾਂਦਾ ਸੀ ਨਰਮਾ ਜਾਂ ਦੂਜੇ ਨੂੰ, ਖੀਰ ਦੇ ਉੱਤੇ ਆਉਂਦਾ ਹੁੰਦਾ ਸੀ ਇਹਦਾ ਹਮਲਾ, ਤਾਂ ਉਹ ਲੋਕਾਂ ਨੂੰ 70 ਦਾ 80 ਦੇ ਦਹਾਕੇ 'ਚ ਇਹ ਬਹੁਤ ਸੀਗਾ। ਉਦੋਂ ਕੀ ਸੀਗਾ ਵੀ ਨਰਮੇ ਦੀ ਜਿਹੜੀ ਫਸਲ ਸੀ ਤਕਰੀਬਨ ਜਿਹੜੀ ਸੀਗੀ ਉਹ 210 ਦਿਨ ਤੋਂ ਉੱਪਰ ਹੁੰਦੀ ਸੀ ਫਸਲ, ਉਦੋਂ ਇੱਕੋ ਹੀ ਫਸਲ ਲੈਂਦੇ ਸੀ, ਉਹ ਜਨਵਰੀ ਤੱਕ ਚੱਲੀ ਜਾਂਦੀ ਸੀ ਫਸਲ। ਫਿਰ ਉਹ ਜਦੋਂ 75 'ਚ ਸਾਡਾ ਇੱਕ ਆਪਰੇਸ਼ਨਲ ਰਿਸਰਚ ਪ੍ਰੋਜੈਕਟ ਸਟਾਰਟ ਹੋਇਆ ਜਾਂ ਦੂਜੇ ਨੇ ਇੱਥੇ ਪੰਜਾਬ ਦੇ ਵਿੱਚ, ਜਿਹਨੂੰ ਕਹਿੰਦੇ ਵੀ IPM ਸਟ੍ਰੈਟਜੀ ਨੂੰ ਅਡਾਪਟ ਕਰਨਾ, ਉਹਦੇ 'ਚ ਪਹਿਲਾ ਇੱਕ ਮੰਤਵ ਇਹ ਰੱਖਿਆ ਗਿਆ ਸੀ ਜਾਂ ਦੂਜੇ ਨੂੰ ਵੀ ਅਸੀਂ ਜਿਹੜੀ ਲੰਬੇ ਡਿਊਰੇਸ਼ਨ ਦੀਆਂ ਵੀ 7-8 ਮਹੀਨੇ ਦੀ ਕ੍ਰੌਪ ਆ, ਇਹਨੂੰ ਰਿਡਿਊਸ ਕਰਕੇ ਅਸੀਂ 5-6 ਮਹੀਨੇ ਤੇ ਲੈ ਕੇ ਆਈਏ। ਫਿਰ ਉਦੋਂ ਕੁਛ ਜਿਹੜੀਆਂ ਵੈਰਾਈਟੀਆਂ ਸੀਗੀਆਂ ਉਹ ਨਵੀਆਂ ਆਈਆਂ 70 ਦੇ ਦਹਾਕੇ ਦੇ ਵਿਚਕਾਰ, ਜਿਹੜੀ 80 ਦੇ ਦਹਾਕੇ ਦੀ ਮਤਲਬ ਲੇਟ 70 ਦੇ ਵਿਚਕਾਰ, ਉਹ ਕਿਸਮਾਂ ਇਹੋ ਜਿਹੀਆਂ ਆਈਆਂ ਜਿਨ੍ਹਾਂ ਨੇ ਤਕਰੀਬਨ 175-80 ਦਿਨ ਦੇ ਵਿੱਚ ਫਸਲ ਨੂੰ ਪੂਰਾ ਕਰਤਾ। 1 ਮਹੀਨਾ ਉਹਦਾ ਡਿਊਰੇਸ਼ਨ ਸ਼ਾਰਟ ਹੋਇਆ, ਜਿਹਦੇ ਕਰਕੇ ਗੁਲਾਬੀ ਸੁੰਡੀ ਦਾ ਹਮਲਾ ਇੱਕ ਵੱਡੀ ਇੱਕ ਲੈਂਡਮਾਰਕ ਅਚੀਵਮੈਂਟ ਹੋਈ ਵੀ ਉਹਦਾ ਹਮਲਾ ਜਿਹੜਾ ਘਟਿਆ ਹੈਗਾ, ਕਿਉਂਕਿ ਜਾ ਕੇ ਬਰਸਾਤਾਂ ਤੋਂ ਬਾਅਦ ਸ਼ੁਰੂ ਹੁੰਦਾ ਕੀੜਾ, ਤੇ ਮਗਲੀ ਜਨਰੇਸ਼ਨ ਜਾ ਕੇ ਇਹਦਾ ਹਮਲਾ ਜ਼ਿਆਦਾ ਹੁੰਦਾ ਹੈਗਾ। ਸੋ ਜਦੋਂ ਉਹਦਾ ਪੀਰੀਅਡ ਆਪਾਂ ਘਟਾਤਾ ਪਿੱਛੋਂ, ਤਾਂ ਉਹਦੇ ਕਰਕੇ ਇਹਦਾ ਹਮਲਾ ਥੋੜਾ ਜਿਹਾ ਘਟ ਗਿਆ। ਦੂਸਰਾ ਸੀਗਾ ਵੀ ਉਹਦੇ 'ਚ ਕਈ ਤਰ੍ਹਾਂ ਦੀ ਇਹਦੇ ਤੇ ਬਾਇਓਲੋਜੀ ਦੇ ਉੱਤੇ, ਇਹਦੀ ਇਕੋਲੋਜੀ ਦੇ ਉੱਤੇ, ਇਹਦੀ ਜੀਵਨ ਚੱਕਰ ਰੇਖਾ ਕੀ ਹੈਗੀ, ਉਹਦੇ ਸਾਰੇ ਬਾਰੇ ਕਈ ਅਧਿਐਨ ਹੋਏ 70-80 ਦੇ ਵਿਚਕਾਰ ਵੀ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ। ਜਿੱਦਾਂ ਕਿ ਤੁਸੀਂ ਹੁਣ ਗੱਲ ਕੀਤੀ ਸੀ ਵੀ ਉਦੋਂ ਉਹ ਜਿਹੜੇ ਆਪਣਾ ਮਲਦੇ ਸੀ, ਸੁਆਹ 'ਚ ਮਲਦੇ ਸੀਗੇ ਜਾਂ ਦੂਜੂ ਨੇ ਹੈਗਾ, ਉਹਦੇ 'ਚ ਇਹ ਹੁੰਦਾ ਸੀ ਵੀ ਜਿਹੜਾ ਲਾਰਵਾ ਸੀਗਾ ਨਾ ਇਹਦਾ, ਇਹ ਬੀ ਦੇ ਵਿੱਚ ਚੱਲਦਾ ਹੈਗਾ, ਤਾਂ ਬੀ ਦੇ ਵਿੱਚ ਰਹਿੰਦਾ ਸੀਗਾ, ਤੇ ਉਹਦੇ 'ਚ ਸੁਆਹ ਮਿਲਦੇ ਸੀਗੇ। ਉਸ ਤੋਂ ਬਾਅਦ ਇੱਕ ਸਪਾਰਸ਼ ਜਿਹੜੀ ਸੀਗੀ ਅਸੀਂ ਦਿੱਤੀ ਸੀਗੀ, ਉਹਦੇ 'ਚ ਹੁੰਦਾ ਵੀ ਐਸਿਡ ਡੀਲਿੰਟਿੰਗ ਕਰ ਲਈ ਜਾਵੇ, ਜਿਹੜੀ ਉੱਤੇ ਰੂਹ ਆ ਫਸ ਆ ਉਹਨੂੰ ਰਿਮੂਵ ਕਰ ਦਿੱਤਾ ਜਾਵੇ। ਤਾਂ ਉਹਨੂੰ ਉਹਦੇ ਅੰਦਰ ਸਲਫਿਊਰਿਕ ਐਸਿਡ ਤੇਜ਼ਾਬ ਹੁੰਦਾ ਸੀ, ਤੇਜ਼ਾਬ ਦੇ ਨਾਲ ਉਹਨੂੰ ਥੋੜ੍ਹੀ ਦੇਰ ਆਪਾਂ ਵਿੱਚ ਉਹਦੇ 'ਚ ਪਾਉਂਦੇ ਸੀਗੇ ਘੋਲ ਦੇ ਵਿਚਕਾਰ, ਤੇ ਥੋੜ੍ਹੀ ਉੱਤੋਂ ਰੂਹ ਜਿਹੜਾ ਸਰ ਜਾਂਦਾ ਸੀ, ਤੇ ਇਕੱਲਾ ਬੀ ਰਹਿ ਜਾਂਦਾ, ਜਿਹੜੇ ਕਾਲੇ ਰੰਗ ਦੇ ਬੀ ਜਿਹੜੇ ਰਹੇ ਸੀ ਉਹ ਰਹਿ ਜਾਂਦੇ ਸੀ ਜਾਂ ਦੂਜੇ ਨੂੰ, ਉਹਦੇ ਨਾਲ ਉਹ ਗੁਲਾਬੀ ਸੁੰਡੀ ਵੀ ਉਹਦੇ ਅੰਦਰ ਮਰ ਜਾਂਦੀ ਸੀਗੀ ਥੋੜ੍ਹੀ ਦੇਰ ਜਦੋਂ ਤੇਜ਼ਾਬ 'ਚ ਪਾਉਂਦੇ। ਫਿਰ ਪਾਣੀ ਨਾਲ ਧੋ ਕੇ ਅਸੀਂ, ਤੇ ਫਿਰ ਉਹਦੇ 'ਚ ਜੇ ਮਾੜਾ ਮੋੜਾ ਫਸ ਰਹਿੰਦੀ ਸੀ ਤੇ ਆਪਾਂ ਰੇਤਾ ਜਾਂ ਮਿੱਟੀ 'ਚ ਪਾ ਕੇ ਜਾਂ ਦੂਜੇ ਨੂੰ ਮਲ ਲੈਂਦੇ ਸੀਗੇ ਬਜ਼ੁਰਗ, ਤੇ ਕਿਉਂਕਿ ਉਹ ਬੀ ਉਹੀ ਵਰਤਦੇ ਸੀ। ਜਿਹੜਾ ਇਹ ਆਇਆ ਆਪਣੇ BT ਕਾਟਨ ਹਾਈਬ੍ਰਿਡ ਆਏ ਜਾਂ ਦੂਜੇ ਨੂੰ ਹਾਈਬ੍ਰਿਡ 'ਚ, ਜਿੱਦਾਂ ਤੁਹਾਨੂੰ ਜਾਣਦੇ ਵੀ ਹਰ ਸਾਲ ਫਿਰ ਤੁਹਾਨੂੰ ਨਵਾਂ ਬੀ ਲੈ ਕੇ ਵੇਚਣਾ ਪਏਗਾ, ਬੀਜਣਾ ਪਏਗਾ ਜਾਂ ਦੂਜੇ ਨੂੰ। ਸੋ ਕਿਉਂਕਿ ਉਹ ਪੁਰਾਣੇ ਸਾਲ ਜਿਹੜੀਆਂ ਕਿਸਮਾਂ ਹੁੰਦੀਆਂ ਨੇ ਉਹ ਆਪਾਂ 20-3-4 ਸਾਲ ਚਲਾ ਸਕਦੇ ਹਾਂ, ਤੇ ਲੋਕ ਜਿਹੜੇ ਜਾਂ ਤਾਂ ਮਿੱਲ ਤੋਂ ਫੜ ਲਿਆ, ਜਾਂ ਜੇ ਘਰੇ ਹੈਗਾ ਜਾਂ ਇੱਕ ਦੂਜੇ ਤੋਂ ਵਟਾ ਲਿਆ ਆਪਾਂ ਬੀ, ਉਹਦੀ ਕਿਸਮ ਵਧੀਆ ਸੀ ਉੱਥੋਂ ਲੈ ਲਿਆ ਵੀ, ਉਸ ਤਰ੍ਹਾਂ ਅਸੀਂ ਬਿਜਾਈ ਜਿਹੜੀ ਉਹਦੀ ਕਰਦੇ ਸੀ। ਤੇ ਉਸ ਕਰਕੇ ਇਹਦੇ 'ਚ ਹੁੰਦਾ ਵੀ ਉਹਦੀ ਜਰਮੀਨੇਸ਼ਨ ਵਧੀਆ ਹੋਵੇ, ਜੰਮ ਵਧੀਆ ਹੋਵੇ ਤੇ ਚੰਗਾ ਆਵੇ ਜਾਂ ਦੂਜੇ ਨੂੰ, ਤੇ ਉਹਨੂੰ ਫਿਰ ਮਲ ਕੇ ਜਿਹੜਾ ਸੀ ਉਹਨੂੰ ਬੀਜਦੇ ਸੀਗੇ ਜਾਂ ਦੂਜੇ ਨੂੰ ਹੈਗਾ ਜੀ। ਮੇਰੇ ਯਾਦ ਹੈ ਜੀ, ਮੈਂ ਬਠਿੰਡੇ ਤੋਂ ਹੀ ਆ, ਜਦੋਂ ਸਪਰੇਹਾਂ ਕਰਦੇ ਸੀ ਤਾਂ ਕੋਈ ਨਾ ਕੋਈ ਰੋਜ਼ਾਨਾ ਦੇ ਤੌਰ ਤੇ ਡਾਕਟਰ ਕੋਲੇ ਪਿਆ ਹੁੰਦਾ ਸੀ, ਕਿਉਂਕਿ ਬਹੁਤ ਸਪਰੇਹਾਂ ਚੜੀਆਂ ਲੋਕਾਂ ਨੂੰ ਕਰਦਿਆਂ ਸਮੇਂ, ਰੋਜ਼ਾਨਾ ਵਾਂਗੂ ਸਪਰੇਅ ਹੁੰਦੀ ਸੀ। ਪਰ ਜਦੋਂ BT ਆਇਆ ਤਾਂ ਲੋਕਾਂ ਨੂੰ ਬੜਾ ਚਾਅ ਚੜਿਆ, ਪਰ ਹਮੇਸ਼ਾ ਦੀ ਤਰ੍ਹਾਂ ਕੋਈ ਨਵੀਂ ਚੀਜ਼ ਆਉਂਦੀ ਹੈ ਤੇ ਕੇਰਾਂ ਚਾਅ ਹੁੰਦਾ, ਪਰ ਉਹ ਕੀ ਗਾਂ ਭੁਗਤਣਗੇ ਉਹਦੇ ਨਤੀਜੇ, ਉਹ ਗੱਲ ਵੱਖਰੀ ਹੁੰਦੀ ਹੈ। ਸੁੰਡੀ ਪੈਣੋਂ ਹਟ ਗਈ, ਲੋਕਾਂ ਨੂੰ ਹੋ ਗਿਆ ਚਲੋ ਬਹੁਤ ਸੋਹਣਾ ਨਰਮਾ ਹੋ ਗਿਆ, ਜਿਵੇਂ ਤੁਸੀਂ 2010 ਦੇ ਜਿਹੜਾ 2000 ਦੇ ਦਹਾਕੇ ਦੀ ਗੱਲ ਕਰਦੇ ਹੋ, ਉਦੋਂ BT ਆਇਆ ਸੀ ਜਦੋਂ ਆਪਣੇ, ਪਰ ਉਹਦੇ ਨਾਲ ਲੋਕਾਂ ਦਾ ਖਰਚਾ ਵੀ ਬਹੁਤ ਵਧਿਆ, ਕਿਉਂਕਿ ਬੀਜ ਬਹੁਤ ਮਹਿੰਗਾ ਸੀ, ਤੇ ਜਿਹੜੀ ਪ੍ਰੋਡਕਸ਼ਨ ਦੀ ਗੱਲ ਕਰੀਏ ਆਪਾਂ, ਜੇਕਰ ਉਹ ਬਰਾਬਰ ਵੀ ਸੀ ਤਾਂ ਦੂਜੇ ਪਾਸੇ ਆਪਣੇ ਲਈ ਹਾਨੀਕਾਰਕ ਇੰਨਾ ਸੀ। ਕਹਿੰਦੇ ਵੀ ਆਪਾਂ ਜਿਹੜੇ ਬੜੇਵੇਂ ਆ ਇਹ ਪਸ਼ੂਆਂ ਨੂੰ ਪਾਉਂਦੇ ਸੀ, ਪਰ ਜਿਹੜੇ BT ਦੇ ਬੜੇਵੇਂ ਕਹਿੰਦੇ ਉਹਦੇ ਨਾਲ ਮੱਝਾਂ ਨਹੀਂ ਠਹਿਰਦੀਆਂ, ਗਾਵਾਂ ਨਹੀਂ ਠਹਿਰਦੀਆਂ। ਇਹ ਅਲੱਗ-ਅਲੱਗ ਤਰ੍ਹਾਂ ਦੀ ਸਾਇੰਸ ਦੇ ਪ੍ਰਤੀ ਜਿਹੜੇ ਅਲੱਗ-ਅਲੱਗ ਖੋਜ ਤਜਰਬੇ ਹੋਏ ਜਾਂ ਦੂਜੇ ਨੂੰ, ਪਰ ਹਾਲੇ ਅਜੇ ਇਸੇ ਤਰ੍ਹਾਂ ਦਾ ਪ੍ਰੂਵ ਨਹੀਂ ਕਰ ਸਕੇ ਜਾਂ ਦੂਜੇ ਨੂੰ, ਜਿਹਨੂੰ ਸਾਇੰਟੀਫਿਕਲੀ ਫੈਕਟਸ ਕਹਿੰਦੇ ਆਪਾਂ, ਜਾਂ ਦੂਜੇ ਨੇ ਵੀ ਉਹਨੂੰ ਇਸ ਚੀਜ਼ 'ਚ ਪ੍ਰੂਵ ਨਹੀਂ ਕਰ ਸਕੇ। ਉਹਦੀ ਮੈਂ ਐਗਜ਼ਾਮਪਲ ਹੋਰ ਦੇ ਸਕਦਾ ਜਾਂ ਦੂਜੇ ਨੂੰ, ਜਿੱਦਾਂ ਇਹਦੇ ਵੜੇਵੇਂ ਨੇ ਖਲ ਤੇਲ ਕੱਢਦੇ ਆਪਾਂ, ਜਿਹੜਾ ਕਾਟਨ ਗਿੰਨੀ ਸੀਡ ਆਇਲ ਹੈ ਜਾਂ ਦੂਜੇ ਨੂੰ, ਬੇਸਿਕਲੀ ਕਾਟਨ ਦੇ ਵੜੇਵੇਂ ਦਾ ਸਸਤਾ ਹੁੰਦਾ ਆਇਲ ਜਿਹੜਾ ਹੈਗਾ। ਤਾਂ ਜਿੰਨੇ ਵੀ ਤਕਰੀਬਨ ਤੁਸੀਂ ਜੇ ਦੇਖੋਗੇ ਰੇਲਵੇ ਸਟੇਸ਼ਨ ਨੇ, ਬੱਸ ਅੱਡੇ ਨੇ ਜਾਂ ਦੂਜੇ ਨੂੰ, ਜਿਹੜੇ ਉਹ ਤੇਲ ਫਰਾਈ ਕਰਕੇ ਪਕੌੜੇ ਆਪਾਂ ਖਾਂਦੇ ਆ, ਜਿੱਥੇ ਵੀ ਖਾਂਦੇ ਆ, ਜਿੱਥੇ ਜਿਹਨੂੰ ਹੈਗਾ, ਉਹ ਬੇਸਿਕਲੀ ਇਹੋ ਹੀ ਸੀਡ ਵਰਤ ਰਹੇ ਨੇ ਜਾਂ ਦੂਜੇ ਨੂੰ ਇੰਨੇ ਸਾਲਾਂ ਤੋਂ ਵਰਤ ਰਹੇ ਨੇ। ਕਿਉਂਕਿ ਜਿਹਦੇ ਅਸੀਂ ਮੋਡ ਆਫ ਐਕਸ਼ਨ 'ਤੇ ਜਾਈਏ ਜਾਂ ਦੂਜੇ ਨੂੰ ਸਾਇੰਟੀਫਿਕ ਪਹਿਲੂ ਦੇ ਉੱਤੇ ਜਾਈਏ ਨਾ, ਤੱਥਾਂ ਦੇ ਆਧਾਰ 'ਤੇ ਜਾਂ ਦੂਜੇ ਨੂੰ ਹੈਗਾ, ਤਾਂ ਇੱਕ ਹੁੰਦਾ ਕਿ ਆਪਾਂ ਜਿਹੜਾ ਕੀ ਹੁੰਦਾ ਕਿ ਜਿਹੜਾ ਇਹਦਾ ਟੌਕਸਨ ਹੁੰਦਾ ਜਾਂ ਤਕਰੀਬਨ 130-40 ਕਿਲੋ ਡਾਲਟਨ ਦਾ ਇੱਕ ਮੋਲੀਕੂਲ ਹੁੰਦਾ ਜਿਹੜਾ ਹੈਗਾ, ਉਹਦੇ ਵਿਚਕਾਰ ਉਹਨੇ ਜਦੋਂ ਜਾਣਾ, ਉਹਦੀ pH ਦੀ ਜਿਹਦੇ 'ਚ ਅਲਕੇਲਾਈਨ, ਜਿਹਦੇ 'ਚ ਖਾਰਾਪਣ ਹੋਏਗਾ, ਜਿਹਦੇ ਗੱਟ ਦੇ ਵਿਚਕਾਰ ਜਦੋਂ ਉਹਦੇ ਇਨਸੈਕਟ ਦੇ ਜਾਣਾ, ਉਹਨੇ ਜਦੋਂ ਖਾ ਲੈਣਾ, ਪੱਤੇ ਨੂੰ ਬਾਈਟ ਕੀਤਾ,
ਪੱਤੇ ਨੂੰ ਖਾਧਾ ਉਹਨੇ ਸੁੰਡੀ ਨੇ ਜਾਂ ਸਕੁਏਅਰ ਨੂੰ ਜਾਂ ਬਾਲ ਨੂੰ ਖਾਧਾ ਤਾਂ ਉਹਦਾ ਜਿਹੜਾ ਮੈਟਰ ਉਹਦੇ ਅੰਦਰ ਗਿਆ ਤੇ ਉਹਦੇ 'ਚ ਜਿਹੜੀ ਅਲਕਲਾਈਨ ਪੀਐਚ ਹੁੰਦੀ ਹੈ ਉਹਦੇ ਵਿਚਕਾਰ ਜਾ ਕੇ ਉਹਨੇ ਖਾਰਾਪਣ ਜਿਹੜਾ ਹੈਗਾ, ਸਾਡੇ 'ਚ ਥੋੜ੍ਹਾ ਜਿਹਾ ਉਹ ਤੇਜ਼ਾਬੀ ਮਾਦਾ ਹੁੰਦਾ ਤਾਂ ਉਹ ਜਿਹੜਾ ਉਹਨੇ ਬ੍ਰੇਕ ਹੋਣਾ ਤੇ ਉਹਦੇ 'ਚੋਂ 70-80 ਕਿਲੋ ਡਾਲਟਨ ਦਾ ਮੋਲੀਕੂਲ 130-40 ਵਾਲੇ 'ਚੋਂ ਟੁੱਟ ਕੇ ਉਹਨੇ ਛੋਟਾ ਮੋਲੀਕੂਲ ਬਣਨਾ, ਉਸ ਨੇ ਜਾ ਕੇ ਸਾਡੇ ਸੈੱਲ ਦੇ ਵਿੱਚ ਜਾ ਕੇ ਪੈਨੀਟ੍ਰੇਟ ਕਰਨਾ। ਇਹ ਇਸ ਤਰ੍ਹਾਂ ਕਹਿ ਸਕਦੇ ਵੀ ਜਿੱਦਾਂ ਤੁਹਾਡੀ ਇੱਕ 3 ਪਿਨ ਪਲੱਗ ਹੈਗਾ ਤੇ ਅਗਲੇ ਬੰਨੇ ਸ਼ੂ ਹੈਗਾ ਤੇ ਉਹਦੇ ਵਿੱਚ ਫਿੱਟ ਹੋਣਾ, ਤੇ ਜੇ ਹੁਣ ਉਹ ਪਲੱਗ ਉੱਥੇ 2 ਵਾਲਾ ਤੇ ਤੁਹਾਡਾ ਇੱਧਰ 3 ਵਾਲਾ ਤੇ ਉਹ ਫਿੱਟ ਨਹੀਂ ਹੋ ਸਕਣਾ। ਇਦਾਂ ਹੀ ਸਾਡੇ ਸੈੱਲ 'ਚ ਤੇ ਜਿਹੜੇ ਐਨੀਮਲ ਨੇ ਉਹਨਾਂ ਦੀ ਪੀਐਚ ਡਿਫਰੈਂਟ ਹੈਗੀ ਆ। ਸੈਕੰਡ, ਉਹ ਛੋਟੇ, ਪਹਿਲਾਂ ਤਾਂ ਉਹਨੇ ਬ੍ਰੇਕ ਨਹੀਂ ਹੋਣਾ, ਛੋਟੇ ਸੈੱਲ 'ਚ ਨਹੀਂ ਬਣਨਾ, ਛੋਟੇ ਸਾਈਜ਼ ਦਾ ਨਹੀਂ ਬਣਨਾ। ਜਦੋਂ ਛੋਟੇ ਸਾਈਜ਼ ਦਾ ਨਹੀਂ ਬਣਨਾ ਤੇ ਉਹਨੇ ਜਾ ਕੇ ਜਿਹੜੇ ਸੈੱਲ ਦੇ ਵਿੱਚ ਪੈਨੀਟ੍ਰੇਟ ਕਰਨਾ ਸੀ, ਫਿੱਟ ਹੋਣਾ ਸੀਗਾ ਜਾ ਕੇ ਜਦੋਂ ਜਿਹਨੂੰ ਉਹਦੇ 'ਚ ਫਿੱਟ ਨਹੀਂ ਹੋ ਸਕਣਾ। ਸੋ ਮਨੁੱਖਤਾ ਦੇ ਉੱਤੇ ਵੀ ਤੇ ਇਹਦੇ ਤੇ ਵੀ ਕੀਤਾ, ਕਿਉਂਕਿ ਹੁਣ ਪਿਛਲੇ ਤਕਰੀਬਨ 20 ਸਾਲ ਤੋਂ ਤਾਂ ਆਪਾਂ ਬੀਟੀ ਨਰਮਾ ਬੀਜ ਹੀ ਰਹੇ ਹਾਂ ਜਾਂ ਦੂਜੇ ਨੂੰ ਹੈਗਾ। ਜੇ ਉਸ ਤਰ੍ਹਾਂ ਦਾ ਇਫੈਕਟ ਹੁੰਦਾ ਜਾਂ ਦੂਜੇ ਨੂੰ ਹੈਗਾ ਤੇ ਹੁਣ ਤੱਕ ਸਾਡੇ, ਕਿਉਂਕਿ ਉਹਦਾ ਕਾਟਨ ਸੀਡ ਆਇਲ ਵੀ ਔਰ ਡੰਗਰਾਂ ਸਾਰਿਆਂ ਨੂੰ ਵੜੇਵੇਂ ਵੀ ਆਪਾਂ ਉਹੀ ਪਾ ਰਹੇ। ਮੈਂ ਜਿੱਦਾਂ ਗੱਲ ਕੀਤੀ ਵੀ 100% ਰਕਬਾ ਤਾਂ ਤੁਹਾਡਾ ਬੀਟੀ ਥੱਲੇ ਹੈ, ਜਾਂ ਦੂਜੇ ਨੂੰ ਇਵਨ ਬਾਹਰ ਵੀ ਜੇ ਉੱਥੇ ਇਹੋ ਹੀ ਹੈਗਾ ਸਾਰਾ। ਮੈਂ ਅਸਲ 'ਚ ਇਹ ਇੱਕ ਜਿਹੜਾ ਕਿਸਾਨ ਆ ਉਹਦੀ ਹੀ ਉਹ ਸੀਗੀ, ਜਿਹੜਾ ਕਿ ਡੈਰੀ ਵਾਲਾ ਸੀ, ਉਹ ਕਹਿੰਦੇ ਅਸੀਂ ਪਾਉਂਦੇ ਨਹੀਂ। ਤੇ ਚਲੋ ਇਹ ਵੀ ਗੱਲ ਤੁਹਾਡੀ ਠੀਕ ਹੈ, ਪਰ ਜੇਕਰ ਆਪਾਂ ਡਾਕਟਰ ਸਾਹਿਬ ਉਸ ਤੋਂ ਬਾਅਦ ਦੇਖੀਏ, ਆਪਾਂ BTS ਲਈ ਲਿਆਂਦਾ ਸੀਗਾ ਵੀ ਕਿਸਾਨ ਸਪਰੇਹਾਂ ਤੋਂ ਮੁਕਤ ਹੋ ਜਾਣ, ਘੱਟੋ ਘੱਟ ਤੁਹਾਨੂੰ ਪਤਾ ਹੀ ਹੈ ਕਿੰਨਾ ਉਦੋਂ ਨੁਕਸਾਨ ਹੋਇਆ ਆਪਣਾ। ਫਿਰ ਅੱਗੇ ਫਿਰ ਇੱਕ ਚਿੱਟਾ ਮੱਛਰ ਆ ਜਾਂਦਾ, ਫਿਰ ਕਿਸਾਨ ਕਿੱਥੇ 5 ਲੱਖ ਹੈਕਟੇਅਰ ਤੇ ਪਹੁੰਚੇ ਸੀ 11-12 ਦੇ ਵਿੱਚ, ਡਰ ਕੇ ਫਿਰ ਥੱਲੇ ਆ ਜਾਂਦੇ ਆ। ਮਤਲਬ ਇਹ ਇੰਨਾ ਰਕਬਾ ਫਿਰ ਘਟ ਜਾਂਦਾ। ਇਹਦੇ ਵਿਚਕਾਰ ਜਿਹੜਾ ਹੈਗਾ ਕੁਛ ਜਿਹੜਾ ਅੱਗੇ ਫਰਦਰ ਵਰਕ ਵੀ ਜਿਹੜਾ ਕੀਤਾ ਵੀ ਜਾ ਰਿਹਾ ਜਾਂ ਦੂਜੇ ਨੂੰ ਹੈਗਾ। ਪਹਿਲਾ ਕੰਮ ਜਿਹੜਾ ਮੇਜਰ ਹੈਗਾ ਜਾਂ ਦੂਜੇ ਨੂੰ ਹੈਗਾ, ਸਾਨੂੰ ਸ਼ਾਰਟ ਡਿਊਰੇਸ਼ਨ ਜਿਹੜੀ ਕਾਫੀ ਅੱਗੇ ਘਟਾ ਲਿਆ। 1 ਮਹੀਨਾ ਜਿੱਦਾਂ ਝੋਨੇ 'ਚ ਵੀ ਅਸੀਂ ਘਟਾਇਆ ਡਿਊਰੇਸ਼ਨ ਜਿਹੜਾ ਹੈਗਾ, ਨਰਮੇ 'ਚ ਵੀ ਸਾਨੂੰ ਜਿਹੜਾ ਹੁਣ ਜਿੱਦਾਂ 170-80 ਦਿਨ ਦਾ ਹਾਈਬ੍ਰਿਡ ਨੇ, ਤਾਂ ਹੁਣ ਕਈ ਮਾਰਕੀਟ ਦੇ ਵਿੱਚ ਹਾਈਬ੍ਰਿਡ ਵੀ ਆ ਰਹੇ ਨੇ ਕਿਸਮਾਂ ਵੀ ਜਾਂ ਦੂਜੀਆਂ ਜਿਹੜੀਆਂ 150-60 ਦਿਨ 'ਚ। ਸੋ ਇੱਕ ਤਾਂ ਪਹਿਲਾਂ ਉਹਦਾ ਪੀਰੀਅਡ ਥੋੜ੍ਹਾ ਛੋਟਾ ਕਰਨਾ ਪਊਗਾ ਤਾਂ ਕਿ ਜਿਹੜੀ ਕੁਦਰਤੀ ਤੌਰ 'ਤੇ ਜਿਹੜੀ ਨੈਚੁਰਲ ਆਪਾਂ ਨੀਲੀ ਛਤਰੀ ਥੱਲੇ ਬੈਠੇ ਹਾਂ ਉਹਦੇ ਪ੍ਰਕੋਪ ਤੋਂ ਥੋੜ੍ਹਾ ਜਿਹਾ ਕਿਸੇ ਵੀ ਸਮੇਂ ਦੇ ਉੱਤੇ ਘਟਾਇਆ ਜਾ ਸਕੇ। ਦੂਸਰਾ, ਇਹਦੇ 'ਚ ਇੱਕ ਦੂਜਾ ਜੰਪ ਲਿਆਉਣ ਦੀ ਲੋੜ ਹੈਗੀ ਜਿਹ 'ਤੇ ਕੰਮ ਕੀਤਾ ਜਾ ਰਿਹਾ ਜਾਂ ਦੂਜੇ ਨੇ ਹੈਗਾ ਵੀ ਮੈਕਨਾਈਜ਼, ਜਿੱਦਾਂ ਝੋਨਾ ਮੈਕਨਾਈਜ਼ਡ ਹੋ ਗਿਆ, ਨਰਮਾ ਕਣਕ ਮੈਕਨਾਈਜ਼ਡ ਹੋ ਗਈ, ਸਾਰੀ ਕੁਛ ਵੀ ਕੰਬਾਈਨਾਂ ਆ ਗਈਆਂ, ਉਹਨੇ ਹਾਰਵੈਸਟ ਕੀਤਾ, ਵੱਢਿਆ ਜਾਂ ਦੂਜੇ ਨੇ ਹੈਗਾ। ਕਿਉਂਕਿ ਉਹ ਮਕੈਨੀਕਲੀ ਜਿਹੜਾ ਹੈਗਾ ਵੀ ਉਹ ਬਹੁਤ ਸੈੱਟ ਬਹਿ ਕੇ ਲੋਕਾਂ ਨੂੰ ਲੇਬਰ ਨਹੀਂ ਮਿਲਦੀ, ਚੁਗਾਈ ਕਰਨਾ ਉਹਨਾਂ ਡਿਫੀਕਲਟ ਹੋ ਜਾਂਦਾ ਔਰ ਬਾਰ-ਬਾਰ ਚੁਗਾਈ ਕਰਨੀ ਪੈਂਦੀ। ਕਣਕ ਝੋਨਾ ਇੱਕ ਵਾਰੀ ਵੱਢਣਾ, ਇਹਨੂੰ 3-3 4-4 ਵਾਰੀ ਵੱਢਣਾ ਹੈਗਾ। ਫਿਰ ਜੇ ਟਾਈਮ ਤੇ ਨਾ ਚੁਗਿਆ ਜਾਂ ਦੂਜੇ ਨੂੰ ਤੇ ਥੱਲੇ ਸ਼ੈਟਰ ਕਰ ਗਿਆ, ਨੀਚੇ ਗਿਰ ਗਿਆ ਰੂੰ, ਤਾਂ ਉਹਦੀ ਕੁਆਲਿਟੀ ਖਰਾਬ ਹੋ ਜਾਣੀ ਹੈਗੀ ਤਾਂ ਸਾਨੂੰ ਮਾਰਕੀਟ 'ਚ ਉਹਨਾਂ ਪ੍ਰਾਈਸ ਨਹੀਂ ਮਿਲਣਾ ਹੈਗਾ ਜਾਂ ਦੂਜੇ ਨੂੰ। ਸੋ ਉਹਦੇ ਕਰਕੇ ਮੈਕਨਾਈਜੇਸ਼ਨ ਨਾਲ ਵੀ ਜਿਹੜਾ ਅੱਗੇ ਚੱਲ ਰਿਹਾ ਹੈਗਾ। ਸੋ ਇੱਕ ਕਿਸਮਾਂ ਨੂੰ ਸ਼ਾਰਟ ਪੀਰੀਅਡ ਘਟਾਉਣਾ ਔਰ ਦੂਸਰਾ ਉਹਦੀ ਮੈਕਨਾਈਜੇਸ਼ਨ ਤੇ ਆਉਂਦੇ ਟਾਈਮ ਦੇ ਵਿਚਕਾਰ ਜਿਹੜਾ ਹੈਗਾ ਵੀ ਉਹ ਜੇ 2 ਚੀਜ਼ਾਂ ਹੋ ਜਾਣਗੀਆਂ ਤਾਂ ਇਹ ਸੌਖਾ ਹੋ ਜਾਏਗਾ। ਦੂਸਰੀ ਗੱਲ ਆਉਂਦੀ ਹੈ ਜਿਹੜੀ ਹੈਗੀ ਆ ਕਿ ਜਿਹੜੀਆਂ ਅਲੱਗ-ਅਲੱਗ ਕੀੜੇ ਮਕੌੜੇ ਜਾਂ ਦੂਜੇ ਨੂੰ, ਇਹ ਕੁਦਰਤੀ ਤੌਰ ਤੇ ਜਿਹਦਾ ਨੇਚਰ 'ਚ ਐਵੋਲੂਸ਼ਨ ਦੇਖਦੇ, ਜੇ ਤੁਸੀਂ ਕਣਕ ਝੋਨੇ 'ਚ ਦੇਖਦੇ ਆਪਾਂ ਜਾਂ ਦੂਜੇ ਨੇ ਹੈਗਾ ਥਰੂ ਇੱਕ ਆਪਾਂ ਕਹਿੰਦੇ ਨਾ ਵੀ ਕੋ ਐਵੋਲੂਸ਼ਨ ਹੈ ਕਿ ਇੱਕ ਪਲਾਂਟ ਨੇ ਇਵੋਲਵ ਹੋਣਾ, ਉੱਧਰਲੇ ਬੰਨੇ ਕੀੜਾ ਜਾਂ ਬਿਮਾਰੀ ਨੇ ਵੀ ਇਵੋਲਵ ਹੋਣਾ। ਤੋ ਆਪਸ 'ਚ ਓਵਰ 1000 ਈਅਰ ਮਿਲੀਅਨ ਈਅਰ ਆਪਸ 'ਚ ਉਹਨਾਂ ਦੀ ਇੱਕ ਕੋ ਐਵੋਲੂਸ਼ਨ ਪ੍ਰੋਸੈਸ ਚੱਲਦਾ ਹੈਗਾ ਆਪਸ 'ਚ। ਆਪਾਂ ਕਹਿੰਦਾ ਪਲਾਂਟ ਕਹਿੰਦਾ ਕਿ ਮੈਂ ਕੀੜੇ ਦੇ ਡਿਫੈਂਸ ਮੈਕੈਨਿਜ਼ਮ ਆਪਣੇ ਅੰਦਰ ਡਿਵੈਲਪ ਕਰਨਾ, ਕੀੜਾ ਕਹਿੰਦਾ ਮੈਂ ਇਹਨੂੰ ਓਵਰਕਮ ਕਰਨਾ ਹੈਗਾ। ਤੋ ਆਪਸ 'ਚ ਉਹਨਾਂ ਦੀ ਮਿਊਚੁਅਲਿਸਟਿਕ ਇੰਟਰੈਕਸ਼ਨ ਚੱਲਦੀ ਰਹਿੰਦੀ ਜਾਂ ਦੂਜੇ ਨੇ ਕੀ, ਤਾਂ ਓਵਰ ਦਾ ਪੀਰੀਅਡ ਆਫ ਟਾਈਮ 2 ਫੈਮਿਲੀ, ਜਿੱਦਾਂ ਖਾਸ ਤੌਰ 'ਤੇ ਇੱਕ ਸੋਲਨੇਸ਼ੀਅਸ ਫੈਮਿਲੀ ਹੈ ਜਿਹਦੇ 'ਚ ਖਾਸ ਤੌਰ 'ਤੇ ਤੁਹਾਡੇ ਟਮਾਟਰ ਆ, ਬੈਂਗਣ ਆ ਜਾਂ ਇਸ ਤਰ੍ਹਾਂ ਦੀ ਫਸਲ ਆਉਂਦੀ ਹੈ, ਇੱਕ ਮਾਲਵੇਸੀ ਜਿਹੜੀ ਭਿੰਡੀ ਹੈ ਜਾਂ ਦੂਜੇ ਨੂੰ। ਤੁਸੀਂ ਦੇਖੋਗੇ ਇਹਨਾਂ ਦੋਨਾਂ ਫਸਲਾਂ ਦੇ ਉੱਤੇ 2 ਫੈਮਲੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਿਚਕਾਰ ਕੀੜੇ ਮਕੌੜੇ ਦੀ ਸਦਾ ਹੀ ਜਿਹੜੀ ਮਰਜ਼ੀ ਫਸਲ ਚੱਕ ਲਓ, ਇੱਥੇ ਕੀੜੇ ਮਕੌੜੇ ਦੀ ਮੁਹਤਾਤ ਜ਼ਿਆਦਾ ਹੈ। ਇਨ ਕੰਪੈਰੀਜ਼ਨ ਤੁਸੀਂ ਗ੍ਰੈਮਨੀ ਫੈਮਿਲੀ ਲੈਣੇ ਜਿੱਥੇ ਕਣਕ ਝੋਨਾ ਜਾਂ ਦੂਜੇ ਨੇ ਹੈਗਾ, ਉੱਥੇ ਤੁਹਾਨੂੰ ਬਿਮਾਰੀਆਂ ਥੋੜ੍ਹੀਆਂ ਜ਼ਿਆਦੀਆਂ ਦਿਸਣਗੀਆਂ, ਕੀੜੇ ਮਕੌੜੇ ਦਾ ਹਮਲਾ ਕੰਪੈਰੇਟਿਵ ਜਿਹੜਾ ਘਟ ਜਾਂਦਾ। ਔਰ ਕਿਉਂਕਿ ਡਿਊਰੇਸ਼ਨ ਵੀ ਘਟ ਗਿਆ ਤਾਂ ਕੀੜੇ ਨੂੰ ਪਣਪਣ ਦਾ ਵੀ ਮੌਕਾ ਘੱਟ ਮਿਲਦਾ। ਜਿੱਥੇ ਲੰਬਾ ਡਿਊਰੇਸ਼ਨ ਹੋਏਗਾ ਤਾਂ ਇੱਕ ਕੀੜਾ ਜੇ ਮੰਨ ਲਓ 4-5 ਪੁਸ਼ਤਾਂ ਕਰਦਾ, ਪਹਿਲੀ ਜਨਰੇਸ਼ਨ 'ਚ ਮੰਨ ਲਓ ਉਹਦੇ 100 ਇੰਡੀਵਿਜੂਅਲ ਨੇ, ਤਾਂ ਉਹ ਅਗਲੀ ਜਨਰੇਸ਼ਨ 'ਚ 200 ਹੋ ਜਾਣਗੇ, ਫਿਰ 400 ਹੋ ਜਾਣਗੇ। ਤੇ ਜਿੰਨਾ ਪੀਰੀਅਡ ਲੰਬਾ ਹੋਏਗਾ ਉਹਨਾਂ ਉਹਨੂੰ ਉਹਦੇ ਜੰਮਣ ਪਲਣ ਦੇ ਵਿੱਚ, ਉਹਨਾਂ ਉਹਨੂੰ ਵਧਣ ਫੁੱਲਣ ਦੇ ਵਿੱਚ, ਔਰ ਅਗਲੀ ਜਨਰੇਸ਼ਨ ਜਦੋਂ ਦੂਸਰੀ ਤੀਸਰੀ ਜਾਂ ਚੌਥੀ ਜਨਰੇਸ਼ਨ ਆਏਗੀ ਉਹਨੂੰ ਮਲਟੀਪਲੀਕੇਸ਼ਨ ਦੀ ਉਹਨੂੰ ਮੌਕਾ ਮਿਲੇਗਾ, ਤਾਂ ਉਹਨਾਂ ਹੀ ਕੀੜੇ ਦਾ ਹਮਲਾ ਜਿਹੜਾ ਸਖਤ ਹੋਏਗਾ ਜਿਹੜਾ ਜਾਂ ਦੂਜੇ ਨੇ ਹੈਗਾ। ਸੋ ਉਹ ਜਿਹੜਾ ਇੱਕ ਜ਼ਿਆਦਾ ਇੰਪੋਰਟੈਂਟ ਜਿਹੜਾ ਦੇਖਣ ਦੀ ਲੋੜ ਹੈਗੀ ਹੈ ਜਾਂ ਦੂਜੇ ਨੇ ਹੈਗਾ। ਸਰ ਜਿਵੇਂ ਤੁਸੀਂ ਗੱਲ ਦੱਸੀ ਬਹੁਤ ਵਧੀਆ ਲੱਗਿਆ ਇਹ ਤੁਸੀਂ ਜਿਹੜਾ ਉੱਤਰ ਦਿੱਤਾ ਇਹਦਾ। ਅਗਲੀ ਜੇਕਰ ਆਪਾਂ ਗੁਲਾਬੀ ਸੁੰਡੀ ਤੇ ਆਈਏ ਫਾਈਨਲੀ, ਜਿਹੜਾ ਕਿ ਹੁਣ ਚੱਲ ਰਿਹਾ ਆਪਣਾ, ਹੈ ਨਾ, ਜਿਵੇਂ ਮੈਨੂੰ ਤੁਹਾਡੇ ਤੋਂ ਪਤਾ ਲੱਗਿਆ ਇਸ ਗੱਲ ਦਾ ਕਿ ਗੁਲਾਬੀ ਸੁੰਡੀ 78 'ਚ ਵੀ ਸੀ, ਹੈ ਨਾ, 70 ਦੇ ਦਹਾਕੇ 'ਚ ਸੀਗੀ, 70-80 ਦੇ ਦਹਾਕੇ 'ਚ ਸੀਗੀ ਜੀ, ਹੈ ਨਾ ਜੀ। ਹਾਂਜੀ ਬਿਲਕੁਲ। ਤੇ ਹੁਣ ਵੀ ਗੁਲਾਬੀ ਸੁੰਡੀ ਆ ਗਈ ਆਪਣੇ। ਇਹ ਗੁਲਾਬੀ ਸੁੰਡੀ ਹੈ ਕੀ ਚੀਜ਼? ਪਹਿਲਾਂ ਤਾਂ ਮੈਨੂੰ ਇਹ ਦੱਸੋ ਮੁਕੰਮਲ, ਕਿਉਂਕਿ ਆਮ ਜਿਹੜੇ ਕਿਸਾਨ ਆ ਜਿਵੇਂ ਤੁਸੀਂ ਮੈਨੂੰ ਪਹਿਲਾਂ ਦੱਸ ਰਹੇ ਸੀ ਕਿ ਪਤਾ ਨਹੀਂ ਲੱਗਦਾ ਆਪਾਂ ਨੂੰ, ਪਹਿਲਾਂ ਤਾਂ ਐਂ ਦੱਸੋ ਇਹ ਹੈ ਕੀ ਚੀਜ਼? ਜਿਹੜੀ ਗੁਲਾਬੀ ਸੁੰਡੀ ਹੈ ਇਹਦਾ ਜੀਵਨ ਚੱਕਰ ਸਾਨੂੰ ਜਾਣਨ ਦੀ ਲੋੜ ਹੈ। ਗੁਲਾਬੀ ਸੁੰਡੀ ਜਿਹੜੀ ਹੈਗੀ ਵੀ ਆਮ ਕੀੜਿਆਂ ਦੀ ਤਰ੍ਹਾਂ ਹੈਗੀ ਆ,
ਦੋ ਤਰ੍ਹਾਂ ਦੀ ਕੈਟਾਗਰੀ ਜਿਹੜੇ ਪੈਸਟ ਜਿਹੜੇ ਸਾਡੇ ਨਰਮੇ ਦੀ ਫਸਲ ਤੇ ਆਉਂਦੇ ਨੇ, ਇੱਕ ਆਉਂਦਾ ਰਸ ਚੂਸਣ ਵਾਲਾ ਕੀੜੇ, ਦੂਸਰੇ ਸਾਡੇ ਆਉਂਦੀ ਸੁੰਡੀਆਂ। ਬੀਟੀ ਨਰਮੇ ਦੇ ਆਉਣ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਸੀ ਜ਼ਿਆਦਾਤਰ ਜਿਹੜੀ ਅਮਰੀਕਨ ਸੁੰਡੀ, ਚਿਤਕਬਰੀ ਸੁੰਡੀ ਤੇ ਗੁਲਾਬੀ ਸੁੰਡੀ, ਇਹ ਤਿੰਨ ਪ੍ਰਮੁੱਖ ਕੀੜੇ ਸੀ ਜਿਹੜੀ ਫਸਲ ਦਾ ਨੁਕਸਾਨ ਪਹੁੰਚਾਉਂਦੇ ਸੀ। ਰਸ ਚੂਸਣ ਵਾਲੇ ਕੀੜੇ ਸੀਗੇ, ਬਟ ਕਿਉਂਕਿ ਉਹਨਾਂ ਸੁੰਡੀਆਂ ਵਾਸਤੇ ਕਾਫੀ ਸਪਰੇਆਂ ਹੁੰਦੀਆਂ ਸੀ, ਤਾਂ ਰਸ ਚੂਸਣ ਵਾਲੇ ਕੀੜੇ ਵੀ ਅਖੀਰ ਤੇ ਆਉਂਦੇ ਸੀ ਜਾ ਕੇ, ਜਦੋਂ ਫਸਲ ਦੀ ਚੁਗਾਈ ਦੇ ਨੇੜੇ ਆਉਂਦੇ ਸੀ ਕੰਮ, ਤੇ ਉਦੋਂ ਚਿੱਟਾ ਮੱਛਰ ਆ ਗਿਆ ਜਾਂ ਹਰਾ ਤੇਲਾ ਆ ਗਿਆ ਤਾਂ ਉਹਦਾ ਹੁੰਦਾ ਸੀ, ਤੇ ਮਾੜਾ ਮੋਟੇ ਹੋਏ ਦਵਾਈਆਂ ਜਿਹੜੀਆਂ ਸੀਗੀਆਂ ਉਹਨੂੰ ਕੰਮ ਕਰ ਜਾਂਦੀਆਂ ਸੀਗੀਆਂ, ਤੇ ਸਾਨੂੰ ਕੋਈ ਬਹੁਤਾ ਨਹੀਂ। ਜਿੱਦਾਂ ਹੀ ਉਹ ਪੈਸਟੀਸਾਈਡ ਅੰਬਰੇਲਾ ਚੱਕਿਆ ਗਿਆ ਔਰ ਫਸਲ ਦੇ ਉੱਤੇ ਜਿਹੜਾ ਹੈਗਾ ਵੀ ਸੁੰਡੀ ਬੀਟੀ ਨਰਮਾ ਆ ਗਿਆ ਸਾਡਾ ਜਾਂ ਦੂਜੇ ਨੇ ਹੈਗਾ, ਤਾਂ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਰਸ ਚੂਸਣ ਵਾਲੇ ਕਿੰਤੇ ਸੀਗੇ ਜਾਂ ਦੂਜੇ ਨੇ ਹੈਗਾ, ਉਹਨਾਂ ਦੀ ਗਿਣਤੀ 'ਚ, ਕਿਉਂਕਿ ਉਹਨਾਂ ਨੂੰ ਮੌਕਾ ਮਿਲਿਆ ਵਧਣ ਫੁੱਲਣ ਦਾ ਜਾਂ ਦੂਜੇ ਨੂੰ, ਤੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ। ਹੁਣ ਆਉਂਦੇ ਆ ਵਾਪਸ ਵੀ ਜਿਹੜੀ ਗੁਲਾਬੀ ਸੁੰਡੀ ਹੈ 70 ਜਾਂ 80 ਦੇ ਦਹਾਕੇ ਦੀ ਮੈਂ ਗੱਲ ਕਰਦਾ ਵੀ ਉਦੋਂ ਕਾਫੀ ਇਹਦਾ ਪ੍ਰਕੋਪ ਹੁੰਦਾ ਸੀਗਾ ਜਾਂ ਦੂਜੇ ਨੇ ਹੈਗਾ, ਉਹਦੇ ਵਾਸਤੇ ਕਈ ਤਰ੍ਹਾਂ ਦੇ ਇੱਕ ਖੋਜ ਤਜਰਬੇ ਕੀਤੇ। ਸਭ ਤੋਂ ਪਹਿਲਾਂ ਜ਼ਿਮੀਂਦਾਰ ਭਰਾਵਾਂ ਨੂੰ ਸਾਨੂੰ ਜਾਣਨ ਦੀ ਲੋੜ ਹੈਗੀ ਆ ਕਿ ਨਰਮੇ ਦੇ ਉੱਤੇ ਜਿਹੜਾ ਗੁਲਾਬੀ ਸੁੰਡੀ ਦਾ ਇਹਦਾ ਜੀਵਨ ਚੱਕਰ ਕੀ ਹੈਗਾ, ਕਿਉਂਕਿ ਜਦੋਂ ਜੀਵਨ ਚੱਕਰ ਆਪਾਂ ਸਮਝ ਲਿਆ ਤਾਂ ਉਹਦੇ ਵਿਚਕਾਰ ਉਸ ਜੀਵਨ ਦੇ ਵਿੱਚ ਕੋਈ ਨਾ ਕੋਈ ਵੀਕ ਲਿੰਕ ਵੀ ਹੁੰਦਾ ਹੈਗਾ, ਕਮਜ਼ੋਰ ਕੜੀ ਹੁੰਦੀ ਹੈ, ਜਿਹਦੇ ਤੇ ਅਸੀਂ ਜੇ ਹਮਲਾ ਕਰੀਏ ਤਾਂ ਉਹਨੂੰ ਕਾਬੂ ਕੀਤਾ ਜਾ ਸਕਦਾ। ਕਿਉਂਕਿ ਜੇ ਉਹਦੀ ਸਟਰੋਂਗ ਕੜੀ ਨੂੰ ਦੇਖੀ ਗਏ ਆਪਾਂ ਜਦੋਂ ਤੇ ਹਰੇਕ ਦਾ ਜਿੱਦਾਂ ਸਾਡੇ ਵੀ ਕੋਈ ਨਾ ਕੋਈ ਕਮਜ਼ੋਰ ਕੜੀ ਹੈ, ਤਾਂ ਕੀੜੇ ਦੇ ਵੀ ਕੋਈ ਨਾ ਕੋਈ ਕਮਜ਼ੋਰ ਕੜੀ ਹੁੰਦੀ ਹੈ, ਤਾਂ ਉਹ ਕਮਜ਼ੋਰ ਕੜੀ ਸਾਨੂੰ ਪਤਾ ਲੱਗਦੀ ਉਹਦਾ ਜੀਵਨ ਚੱਕਰ ਸਟੱਡੀ ਕਰਨ ਤੋਂ ਬਾਅਦ ਜਦੋਂ ਅਧਿਐਨ ਕਰਦੇ ਹਾਂ, ਤਾਂ ਜੋ ਜੀਵਨ ਚੱਕਰ 'ਚ ਦੇਖਦੇ ਹਾਂ ਤਾਂ ਇਹ 4 ਅਵਸਥਾ 'ਚ ਗੁਜ਼ਰਦਾ। ਕੋਈ ਵੀ ਸੁੰਡੀ ਜਿਹੜੀ ਹੈਗੀ ਆ, ਚਾਹੇ ਜਿਹੜੀ ਹੈਗੀ ਹੈ, ਚਾਹੇ ਅਮਰੀਕਨ ਸੁੰਡੀ ਹੈ, ਚਿਤਕਬਰੀ ਹੈ, ਚਾਹੇ ਗੁਲਾਬੀ ਸੁੰਡੀ, ਆਪਾਂ ਗੁਲਾਬੀ ਸੁੰਡੀ ਦੀ ਜੇ ਗੱਲ ਕਰਦੇ ਹਾਂ, ਪਹਿਲੀ ਅਵਸਥਾ ਉਹਦੀ ਆਉਂਦੀ ਹੈ ਵੀ ਜਿਹੜੀ ਨਰ ਤੇ ਮਾਦਾ ਨੇ ਉਹਨੇ ਆਪਸ 'ਚ ਸੰਭੋਗ ਕਰਨਾ, ਤਾਂ ਉੱਥੋਂ ਜਿਹੜੀ ਉਹਦੀ ਸੁੰਡੀ ਨਿਕਲਣੀ ਆ, ਆਂਡਾ ਦੇਣਾ ਉਹਨੇ। ਆਂਡੇ ਦੇਣ ਤੋਂ ਬਾਅਦ 3-4 ਦਿਨਾਂ ਬਾਅਦ ਉਹਦੇ 'ਚੋਂ ਬੱਚਾ ਨਿਕਲਣਾ ਹੈਗਾ। ਜਦੋਂ ਉਹਦੇ 'ਚ ਬੱਚਾ ਨਿਕਲਿਆ ਸੁੰਡੀ, ਉਹ ਗਾਂ 12 ਤੋਂ 15 ਦਿਨ ਜਿਹੜਾ ਉਹਦਾ ਜੀਵਨ ਚੱਕਰ ਚੱਲਣਾ ਹੈਗਾ ਸੁੰਡੀ ਦਾ ਜਿਹੜਾ ਹੈਗਾ। ਉਸ ਸੁੰਡੀ ਤੋਂ ਬਾਅਦ ਉਹਨੇ ਪਿਊਪੇ 'ਚ ਬਕਾਊਆ ਬਣ ਜਾਂਦਾ ਜਿਹੜਾ ਹੈਗਾ, ਉਹ ਗਾਂ 7-8 ਦਿਨ ਉਹ ਚੱਲਣਾ ਹੈਗਾ, ਤੇ ਫਿਰ ਉਸ ਤੋਂ ਬਾਅਦ ਉਹਨੇ ਬਾਲਗ ਦੀ ਅਵਸਥਾ 'ਚ ਨਿਕਲ ਆਉਣਾ, ਤੇ ਉਹ ਜਿਹੜਾ ਬਾਲਗ ਦੀ ਅਵਸਥਾ ਜਿਹੜੀ ਹੈਗੀ ਹੈ ਉਹ ਤਕਰੀਬਨ 10-12 ਦਿਨ ਫਿਰ ਚੱਲਣੀ ਹੈਗੀ ਆ। ਉਹਦੇ 'ਚ ਪਹਿਲੇ 1-2 ਦਿਨਾਂ 'ਚ ਉਹਨੇ ਤਿਆਰ ਹੋਣਾ ਸੰਭੋਗ ਵਾਸਤੇ ਜਾਂ ਦੂਜੂ ਹੈਗਾ, ਤੇ ਮੁੜ ਕੇ ਗਾਂ 7-8 ਦਿਨ ਉਹਨੇ ਦੇ ਦੇਣਾ, ਤੇ ਅਖੀਰਲੇ ਦਿਨ ਉਹਨੇ ਜਿਹੜਾ ਉਹਦੀ ਮੌਤ ਹੋ ਜਾਣੀ ਹੈਗੀ ਆ। ਜਦੋਂ ਇਹ ਤਾਂ ਫੇਵਰੇਬਲ ਸੀਜ਼ਨ ਹੁੰਦਾ, ਕੀ ਹੁੰਦਾ ਹੈਗਾ ਵੀ ਜਿਹੜੀ ਸੁੰਡੀ ਹੈ, ਕੋਈ ਵੀ ਸੁੰਡੀਆਂ ਨੇ, ਚਾਹੇ ਅਮਰੀਕਨ ਸੁੰਡੀ, ਚਿਤਕਬਰੀ, ਗੁਲਾਬੀ ਸੁੰਡੀ, ਜਦੋਂ ਇਹ ਬਰਸਾਤ ਆਉਂਦੀ ਹੈ, ਜਦੋਂ ਮੌਸਮ ਖੁਸ਼ਕ ਹੁੰਦਾ ਤੇ ਕੀੜੇ ਮਕੌੜੇ ਜ਼ਿਆਦਾ ਨਹੀਂ ਪਲਦੇ, ਕਿਉਂਕਿ ਇਹਨਾਂ ਦੇ ਆਂਡੇ ਵੀ ਡੈਸੀਕੇਟ ਹੋ ਜਾਂਦੇ ਨੇ। ਜ਼ਿਆਦਾ ਗਰਮੀ ਦੀ, ਜਦੋਂ ਜੂਨ ਦੀ ਲੂਹ ਦੀ ਗਰਮੀ ਹੁੰਦੀ ਹੈ ਉਹਦੇ ਨਾਲ, ਜਦੋਂ ਬਰਸਾਤਾਂ ਆਉਣੀਆਂ ਤੁਹਾਡੀਆਂ, ਉਦੋਂ ਕਿ ਇਹਦੇ ਕੀੜੇ ਨੂੰ ਪਣਪਣ ਨੂੰ ਜਿਹੜਾ ਜਿਹਨੂੰ ਕਹਿੰਦੇ ਨੇ ਮੌਸਮ ਜਿਹੜਾ ਹੈਗਾ ਨਾ ਗਰਮ ਤੇ ਸਿੱਲਾ, ਤੇ ਸਿੱਲਾ ਕਦੋਂ ਹੋਣਾ, ਜਦੋਂ ਤੁਹਾਡਾ ਝੋਨਾ ਲੱਗ ਜਾਣਾ ਤੇ ਜਾਂ ਜਦੋਂ ਤੁਹਾਡੀ ਬਾਰਿਸ਼ਾਂ ਪੈਣੀਆਂ ਨੇ। ਸੋ ਗਰਮ ਤੇ ਸਿੱਲੇ ਮੌਸਮ ਦੇ ਦੌਰਾਨ ਇਹਦੇ ਵਧਣ ਫੁੱਲਣ ਨੂੰ ਜਿਹੜਾ ਹੈਗਾ ਵੀ ਬਹੁਤ ਸਹਾਇਕ ਹੁੰਦਾ ਮੌਸਮ, ਤੇ ਉੱਥੋਂ ਤਕਰੀਬਨ ਇਹਨਾਂ ਨੇ ਤਕਰੀਬਨ ਜੁਲਾਈ ਦੇ ਵਿੱਚ ਹਮਲਾ ਸ਼ੁਰੂ ਕਰਨਾ ਹੈਗਾ, ਜਾਂ ਕਈ ਵਾਰੀ ਪ੍ਰੀ ਮੌਨਸੂਨ ਸ਼ਾਵਰ ਜੂਨ ਦੇ ਅਖੀਰ ਤੇ ਆ ਜਾਂਦੇ ਨੇ, ਤਾਂ ਉੱਥੇ ਵੀ ਆ ਸਕਦਾ ਪਾਪੂਲੇਸ਼ਨ। ਪਰ ਸ਼ੁਰੂਆਤੀ ਅਵਸਥਾ ਜਿਹੜੀ ਪਹਿਲੀ ਜਨਰੇਸ਼ਨ ਹੈ ਉਹਦੇ 'ਚ ਇਹਦੀ ਜਨਸੰਖਿਆ ਬਹੁਤ ਘੱਟ ਹੋਏਗੀ। ਤਕਰੀਬਨ ਅਸੀਂ ਸਟੱਡੀ ਕੀਤੀ ਇਹਦੀ ਬਾਇਓਲੋਜੀ ਦੇ ਉੱਤੇ, ਦੇਖਿਆ ਜਦੋਂ ਤਕਰੀਬਨ ਮੈਂ ਜੇ ਸਾਰਾ ਜੀਵਨ ਚੱਕਰ ਆਂਡਾ, ਸੁੰਡੀ, ਪਿਊਪਾ ਤੇ ਬਾਲਗ ਦਾ ਮਿਲਾ ਲਿਆ ਜਾਵੇ ਤਾਂ ਤਕਰੀਬਨ ਇਹ 25-27 ਦਿਨ ਤੋਂ ਲੈ ਕੇ 30-32 ਦਿਨ 'ਚ ਹੋ ਜਾਂਦਾ। ਪਰ ਜਿਉਂ-ਜਿਉਂ ਗਾਂ ਮੌਸਮ ਬਦਲਦਾ, ਜਿੱਦਾਂ ਹੁਣ ਆ ਠੰਡ ਉੱਤਰ ਆਈ ਜਾਂ ਦੂਜੀ ਹੈਗੀ ਹੈ, ਇਹਨੇ ਗਾਂ ਇਹਦਾ ਜੀਵਨ ਚੱਕਰ ਜਿਹੜਾ ਇਹਦਾ ਸਲੋ ਹੋ ਜਾਣਾ ਹੈਗਾ। ਜਦੋਂ ਜੁਲਾਈ, ਅਗਸਤ ਤੇ ਸਤੰਬਰ ਦਾ ਮਹੀਨਾ, ਇਹਨੇ ਮੈਕਸਿਮਮ ਪੀਰੀਅਡ ਜਿਹੜਾ ਵੀ ਮਹੀਨੇ ਦੇ ਵਿੱਚ ਕੰਪਲੀਟ ਕਰ ਜਾਣਾ। ਉਸ ਤੋਂ ਬਾਅਦ ਇਹਨੇ 35 ਦਿਨ 40 ਦਿਨ ਇਹਨੇ ਜੀਵਨ ਚੱਕਰ ਇਹਦਾ ਲੰਬਾ ਹੁੰਦਾ ਜਾਣਾ ਹੈਗਾ। ਜਦੋਂ ਇਹਨੇ ਅਖੀਰ ਤੇ ਆਉਣਾ, ਜਿੱਦਾਂ ਨਵੰਬਰ ਮਹੀਨਾ ਆ ਗਿਆ ਹੁਣ ਇਹਨੇ 15 ਨਵੰਬਰ ਜਾਂ 20 ਨਵੰਬਰ ਦੇ ਨੇੜੇ ਜਾ ਕੇ ਠੰਡ ਵੱਜ ਜਾਣੀ। ਔਰ ਜਿੱਦਾਂ ਆਪਾਂ ਦੇਖ ਰਹੇ ਮੌਸਮ 'ਚ ਹੁਣੇ ਬਾਰਿਸ਼ ਤੋਂ ਬਾਅਦ ਚੇਂਜ ਆ ਗਈ ਹੈ, ਜਦੋਂ ਇਹਦੇ ਮੌਸਮ ਦੇ 'ਚ ਤਬਦੀਲੀ ਆਉਣੀ ਜਾਂ ਦੂਜੇ ਨੂੰ ਠੰਡ ਆਉਣਾ, ਤਾਂ ਕੀੜੇ ਨੇ ਕੀ ਕਰਦਾ ਵੀ ਕੀੜਾ ਜਿਹੜਾ ਸੁੰਡੀ ਦੇ ਰੂਪ ਦੇ ਵਿੱਚ ਹੈਗਾ, ਉੱਦਾਂ ਤਾਂ ਇਹਦੇ 2 ਤਰ੍ਹਾਂ ਦੇ ਜੀਵਨ ਚੱਕਰ ਚੱਲਦੇ ਨੇ। ਇੱਕ ਹੁੰਦਾ ਸ਼ਾਰਟ ਚੱਕਰ ਜੀਵਨ ਚੱਕਰ, ਤੇ ਇੱਕ ਹੁੰਦਾ ਲੰਬਾ ਜੀਵਨ ਚੱਕਰ। ਜਦੋਂ ਤਾਂ ਸੀਜ਼ਨ ਚੱਲਦਾ ਨਰਮੇ ਦਾ, ਉਦੋਂ ਤਾਂ ਇਹਦਾ ਸ਼ਾਰਟ ਜੀਵਨ ਚੱਕਰ ਹੁੰਦਾ ਜਿਹੜਾ ਮੈਂ ਮਹੀਨੇ ਦਾ ਤੁਹਾਨੂੰ ਦੱਸਿਆ। ਜਦੋਂ ਆਉਂਦਾ ਆਫ ਸੀਜ਼ਨ ਵੀ ਨਰਮਾ ਖਤਮ ਹੋ ਗਿਆ, ਤੇ ਇਹਦਾ 2 ਚੀਜ਼ਾਂ ਚਾਹੀਦੀਆਂ ਨੇ ਕੀੜੇ ਨੂੰ। ਇੱਕ ਤਾਂ ਚਾਹੀਦਾ ਭੋਜਨ, ਤੇ ਭੋਜਨ ਕਿਹੜਾ, ਉਹਦੇ ਟਿੰਡੇ ਤੇ ਫੁੱਲ ਜਿਹੜੇ ਨੇ, ਉਹ ਜਦੋਂ ਨਵੰਬਰ ਤੋਂ ਬਾਅਦ 15 ਨਵੰਬਰ ਤੋਂ ਬਾਅਦ ਮਿਲਣਾ ਨਹੀਂ, ਨਵੀਂ ਫੁੱਲ ਡੋਡੀ ਆਉਣੀ ਨਹੀਂ, ਤਾਂ ਕੀੜੇ ਨੇ ਖਾਣਾ ਕਿੱਥੋਂ ਫਿਰ, ਕਿਉਂਕਿ ਸੋਰਸ ਉਹਦਾ ਉਹੀ ਹੈ ਖਾਣਾ, ਉਹਨੇ ਬੀਜ ਨੂੰ ਆ ਜਿਹੜਾ ਨਰਮੇ 'ਚ ਬਣਿਆ। ਜਦੋਂ ਉਹਦੇ 'ਚ ਟਿੰਡੇ ਨੇ ਆਉਣੇ, ਤੇ ਇਹਨੇ ਆਟੋਮੈਟਿਕ ਹੀ ਕੁਦਰਤ ਨੇ ਇੱਕ ਸਿਧਾਂਤ ਬਣਾਇਆ, ਜਾਂ ਕਿਸੇ ਦੀ ਜੇ ਉਤਪਤੀ ਹੁੰਦੀ ਹੈ ਤਾਂ ਉਹਨੂੰ ਖਤਮ ਵੀ ਕਰਨਾ ਹੈਗਾ ਜਾਂ ਦੂਜੇ ਨੂੰ, ਕਿਉਂਕਿ ਜੇ ਮਨੁੱਖ ਨਹੀਂ ਸੀ ਕੰਟਰੋਲ ਕਰ ਰਿਹਾ ਤਾਂ ਵੀ ਕੁਦਰਤ ਵੱਲੋਂ ਕੀੜੇ ਕੰਟਰੋਲ ਹੋ ਰਹੇ ਸੀ। ਤੇ ਕੁਦਰਤ ਨੇ ਇੱਕ ਬਣਾਇਆ ਵੀ ਇਸ ਸੀਜ਼ਨ 'ਚ ਇਹਨੇ ਆਉਣਾ ਤੇ ਅਗਲੇ ਸੀਜ਼ਨ 'ਚ ਇਹਨੇ ਖਤਮ ਹੋ ਜਾਣਾ ਉਹਦੀ ਉਤਪਤੀ। ਤਾਂ ਜਦੋਂ ਉਹਦਾ ਜੀਵਨ ਚੱਕਰ ਇਹ ਚੱਲਦਾ ਹੈਗਾ ਜਾਂ ਦੂਜੇ ਨੂੰ ਹੈਗਾ, ਤਾਂ ਇਹਨੇ ਆਫ ਸੀਜ਼ਨ 'ਚ ਜਰਾ ਕੇ ਜਿਹੜਾ ਉਹਦਾ ਲਾਰਵੇ ਵਾਲਾ ਪੀਰੀਅਡ ਹੈ, ਉਹਨੇ ਪਿਊਪਾ ਨਹੀਂ ਬਣਨਾ। ਜਿਹੜੇ ਹੁਣ ਅਖੀਰ ਤੇ ਆ ਲਾਰਵੇ ਬਣੇ ਨੇ, ਲਾਰਵੇ ਨੇ ਸੁਸਤ ਹਾਲਤ 'ਚ ਬੈਠ ਜਾਣਾ ਤੇ ਸੁੰਡੀ ਦੇ ਵਿੱਚ ਵੜ ਜਾਣਾ ਉਹਨੇ, ਤੇ ਜਿਹੜਾ ਟਿੰਡਾ ਅਣਖਿੜਿਆ ਟਿੰਡਾ ਰਹਿ ਗਿਆ ਅਖੀਰ ਦੇ ਉੱਤੇ, ਇਹਦੇ ਵਿੱਚ ਹੀ ਉਹਨੇ 2 ਬੀਆਂ ਨੂੰ ਜੋੜ ਲੈਣਾ ਆਪਸ ਦੇ ਵਿੱਚ।
ਉਹਦੇ ਵਿੱਚ ਹੀ ਇਹਨੇ ਸੁੰਡੀ ਨੇ ਵਿੱਚ ਕਰ ਲੈਣਾ। ਕਈ ਵਾਰੀ ਜੇ ਬੀ ਮੋਟਾ ਹੈਗਾ ਤਾਂ ਉਹਦੇ ਕੱਲੇ ਦੇ ਵਿੱਚ ਇਹਨੇ ਸੁੰਡੀ ਨੇ ਵਿੱਚ ਵੜ ਜਾਣਾ। ਉਹਦੇ ਵਿੱਚ ਤੁਹਾਨੂੰ ਉਹਨੂੰ ਪ੍ਰੋਟੀਨ ਮਿਲਦਾ ਪਿਆ ਖਾਣ ਵਾਸਤੇ ਖੁਰਾਕ ਜਾਂ ਦੂਜੇ ਨੂੰ। ਇਹਨੇ ਸੁਸਤ ਹਾਲਤ ਦੇ ਵਿੱਚ ਇਹਨੇ ਕਹਿਣਾ ਵੀ ਹੁਣ ਮੈਂ ਆਪਣਾ ਪੁਸ਼ਤ ਅੱਗੇ ਚਲਾਉਣੀ ਹੈਗੀ ਆ, ਨਹੀਂ ਤਾਂ ਅਦਰਵਾਈਜ਼ ਤੇ ਮੇਰੀ ਇੱਥੇ ਖਤਮ ਹੋ ਜਾਣਾ। ਤਾਂ ਉਹ ਇੱਕ ਕੁਦਰਤ ਨੇ ਉਹਨੂੰ ਇੱਕ ਮੈਕੈਨਿਜ਼ਮ ਦਿੱਤਾ ਡਿਵੈਲਪ ਕਰਨ ਵਾਸਤੇ। ਉਹ ਲਾਰਵੇ ਦੇ ਰੂਪ 'ਚ ਅਗਲੇ 5-6 ਮਹੀਨੇ ਉਹਨੇ ਉਸੇ ਲਾਰਵੇ 'ਚ ਹੀ ਰਹਿਣਾ, ਨਾ ਉਹਦਾ ਪਿਊਪਾ ਬਣਨਾ ਨਾ ਅਡਲਟ ਬਣਨਾ। ਉਹਨੇ ਲਾਰਵੇ ਦੇ ਰੂਪ ਦੇ 'ਚ ਗਾਂ ਮਾਰਚ ਤੱਕ, ਜਦੋਂ ਤੱਕ ਮੌਸਮ ਖੁੱਲ੍ਹ ਕੇ ਠੰਡ ਗਰਮ ਨਹੀਂ ਆਉਂਦਾ, ਸੈਕਿੰਡ ਉਹਨੂੰ ਭੋਜਨ ਨਹੀਂ ਮਿਲਦਾ ਜਾਂ ਦੂਜੇ ਨੂੰ, ਤੇ ਉਹਨੇ ਉੱਥੇ ਰਹਿਣਾ। ਤਾਂ ਕੀੜੇ ਜਿਹੜੇ ਨੇ ਜ਼ਿਆਦਾਤਰ, ਅਸੀਂ ਤਾਂ ਵਾਰਮ ਬਲੱਡਡ ਐਨੀਮਲ ਨੇ, ਕੀੜੇ ਜਿਹੜੇ ਕੋਲਡ ਬਲੱਡਡ ਐਨੀਮਲ ਨੇ ਇਹ ਰਿਸਪੌਂਡ ਕਰਦੇ ਨੇ ਬਾਹਰ ਦੇ ਟੈਂਪਰੇਚਰ ਦੇ ਨਾਲ। ਜਿੱਦਾਂ ਹੁਣ ਕੋਈ ਵੀ ਕੀੜਾ ਆਉਂਦਾ ਗਰਮੀਆਂ ਦੇ ਵਿੱਚ, ਕਈ ਗਰਮੀਆਂ 'ਚ ਆਉਂਦੇ ਨੇ, ਕਈ ਸਰਦੀਆਂ 'ਚ ਆਉਂਦੇ ਨੇ। ਤੇ ਜਿਹਨੂੰ ਜੇ ਗਰਮੀ ਚਾਹੀਦੀ ਹੈ ਤਾਂ ਮਈ ਜੂਨ 'ਚ ਆ ਜਾਣਗੇ, ਜਿਹਨੂੰ ਠੰਡ ਚਾਹੀਦੀ ਹੈਗੀ ਉਹ ਜਾ ਕੇ ਨਵੰਬਰ ਦਸੰਬਰ 'ਚ ਆਉਣਗੇ। ਤਾਂ ਉਹਦੇ ਮੁਤਾਬਕ ਇਹਨਾਂ ਦੀ ਉਤਪਤੀ ਜਿਹੜੀ ਹੁੰਦੀ ਹੈਗੀ। ਤੁਸੀਂ ਅਕਸਰ ਦੇਖੋਗੇ ਦਸੰਬਰ ਜਾਂ ਜਨਵਰੀ ਮਹੀਨੇ 'ਚ ਠੰਡ ਕਿਉਂਕਿ ਕਾਫੀ ਪੈਂਦੀ ਹੈ। ਅੱਜ ਕੱਲ੍ਹ ਠੰਡ ਥੋੜ੍ਹੀ ਘਟਣ ਲੱਗ ਪਈ ਹੈ, ਮਿਡ ਫਰਵਰੀ ਤੋਂ ਆ ਕੇ ਫਿਰ ਠੰਡ ਇੱਕਦਮ ਚੱਕੀ ਜਾਂਦੀ ਪੰਜਾਬ ਦੇ ਵਿਚਕਾਰ। ਮੌਸਮ 'ਚ ਖਲਬਲੀ ਹੈ, ਚੇਂਜ ਹੋ ਗਿਆ, ਬਦਲ ਗਿਆ ਜਾਂ ਚੇਂਜ ਹੈਗਾ, ਤਾਂ ਠੰਡ ਦਾ ਪੀਰੀਅਡ ਘਟ ਗਿਆ। ਉਹ ਵੀ ਇੱਕ ਨੂੰ ਮਦਦ ਕਰਦਾ ਹੈਗਾ ਉਹਦੀ ਗਾਂ ਕੈਰੀ ਓਵਰ ਦੇ ਵਿਚਕਾਰ ਜਾਂ ਦੂਜੀ ਨੇ ਗਾਂ। ਸੋ ਉੱਥੇ ਗਾਂ ਅੱਗੇ ਜਾ ਕੇ ਮਾਰਚ ਅਪ੍ਰੈਲ ਦੇ ਵਿਚਕਾਰ ਜਿਹੜਾ ਕਿਸੇ ਨੇ ਕੋਈ ਅਗੇਤਾ ਸਰੋਂ ਦੇ ਮੁੱਢ 'ਚ ਗਾਂ ਨਰਮਾ ਬੀਜ ਦਿੱਤਾ, ਕਿਸੇ ਨੇ ਅਗੇਤਾ ਬੀਜਤਾ, ਕਿਸੇ ਨੇ ਪਛੇਤਾ ਬੀਜ ਦਿੱਤਾ, ਉਸ ਇੱਕ ਸਾਈਕਲ ਫਿਰ ਜੁੜ ਜਾਂਦਾ ਹੈਗਾ। ਉਹਦੇ ਫੁੱਲਾਂ ਦੇ ਉੱਤੇ ਆ ਗਿਆ ਤਾਂ ਉਹਨਾਂ ਫੁੱਲਾਂ 'ਤੇ ਜਾ ਕੇ ਉੱਥੇ ਆਂਡੇ ਦੇ ਦਿੱਤੇ ਜਾਂ ਦੂਜੇ ਨੂੰ ਉੱਥੇ ਸਰਵਾਈਵ ਕਰ ਗਿਆ ਜਾਂ ਦੂਜੇ ਨੇ ਹੈਗਾ। ਸੋ ਇੱਦਾਂ ਇਹਦਾ ਜੀਵਨ ਚੱਕਰ ਜਿਹੜਾ ਚੱਲਦਾ ਹੈਗਾ। ਤਾਂ ਸਾਨੂੰ ਹੁਣ ਇਹ ਪਤਾ ਲੱਗ ਗਿਆ ਵੀ ਉਹਦਾ ਵੀਕ ਲਿੰਕ ਜਿਹੜਾ ਹੈਗਾ, ਕਮਜ਼ੋਰ ਕੜੀ ਜਿਹੜੀ ਹੈਗੀ ਹੈ, ਉਹ ਹੈਗੀ ਇੱਥੇ ਟਿੰਡੇ ਜਿਹੜੀ ਆਫ ਸੀਜ਼ਨ ਹੈ। ਸੋ ਸਾਨੂੰ ਉੱਥੇ ਆਫ ਸੀਜ਼ਨ ਮੈਨੇਜਮੈਂਟ ਕਰਨੀ ਜਿਹੜੀ ਹੈ ਜ਼ਿਮੀਂਦਾਰ ਲੈਵਲ ਦੇ ਉੱਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਿਹੜੀਆਂ ਤੁਹਾਡੀਆਂ ਹਾਰਵੈਸਟਡ ਜਿਹੜੀਆਂ ਕਾਟਨ ਸਟਿਕਸ ਆਪਾਂ ਪੱਟ ਕੇ ਹੁਣ ਢੇਰ ਲਾ ਦੇਣੇ ਨੇ, ਤੇ ਲਾਉਣੇ ਕਿੱਥੇ ਨੇ? ਅੱਗੇ ਹੁੰਦਾ ਸੀ ਵੀ ਲੋਕਾਂ ਲੇਬਰ ਕਾਫੀ ਹੁੰਦੀ ਸੀ, ਲੋਕ ਨਾ ਪਿੰਡਾਂ ਦੇ ਵਿੱਚ ਸੱਥ 'ਚ ਖਾਲੀ ਜਗ੍ਹਾ, ਸ਼ਾਮਲੜ ਜਗ੍ਹਾ ਬਹੁਤ ਹੁੰਦੀ ਸੀ ਪਿੰਡਾਂ 'ਚ। ਹੁਣ ਓਵਰ ਦਾ ਪੀਰੀਅਡ ਆਫ ਟਾਈਮ ਉਹ ਵੀ ਜਗ੍ਹਾ ਘਟ ਗਈ, ਮਕਾਨ ਬਣ ਗਏ, ਉਹ ਬਣ ਗਿਆ, ਆਬਾਦੀ ਵੱਧ ਗਈ ਜਾਂ ਦੂਜੀ ਨੂੰ ਹੁਣ ਰਹੇ ਨਹੀਂ ਖਾਲੀ ਜਗ੍ਹਾ। ਤਾਂ ਹੁਣ ਇਹ ਕੀ ਹੈਗਾ ਵੀ ਉੱਥੇ ਹੀ ਢੇਰ ਕੀ ਅਗਲਾ ਕਹਿੰਦਾ। ਦੂਜੀ ਗੱਲ ਵੀ ਉਹ 1200-1500 ਰੁਪਏ ਨੂੰ ਟਰਾਲੀ ਵੀ ਜਿਹੜਾ ਲੱਦ ਕੇ ਲੈ ਕੇ ਆਉਣਾ ਤੇ ਉਹਨੇ ਘਰ ਤੱਕ ਉੱਥੇ ਖੇਤ ਤੱਕ ਲੈ ਕੇ ਆਉਣਾ ਪਟਾਈ ਦਾ, ਉਹ ਵੀ ਲੱਗਦਾ। ਹੁਣ ਕੀ ਕਰਦੇ ਨੇ, ਢੇਰ ਚੱਕਿਆ ਤੇ ਖੇਤ ਦੇ ਕੰਢੇ ਦੇ ਉੱਤੇ, ਸਿਰੇ ਦੇ ਉੱਤੇ ਹੀ ਲਾਤਾ। ਤੇ ਜਦੋਂ ਉੱਥੇ ਲਾਤਾ ਢੇਰ, ਤੇ ਇਹ ਜ਼ਿਆਦਾ ਮੂਵਮੈਂਟ ਨਹੀਂ ਕਰਦਾ ਕੀੜਾ, ਇਹ ਰਹਿੰਦਾ ਉੱਥੇ ਨੇੜੇ ਆ। ਜਿੱਦਾਂ ਉੱਥੇ ਛਟੀਆਂ ਦੇ ਢੇਰ ਜਿੱਥੇ ਲੱਗੇ ਨੇ ਉਹਨਾਂ ਦੇ ਵਿੱਚ ਹੀ, ਕਿਉਂਕਿ ਸਰਵਾਈਵ ਸੁੰਡੀ ਉਹ 'ਚ ਕਰ ਰਹੀ ਆ, ਉਹ 6 ਮਹੀਨੇ ਉੱਥੇ ਟਿੰਡੇ 'ਚ ਹੀ ਰਹਿਣਾ। ਤਾਂ ਜਦੋਂ ਆਪਾਂ ਖੇਤ ਦੇ ਕੰਢੇ ਤੇ ਢੇਰ ਲਾਤਾ ਤੇ ਅਗਲੇ ਸਾਲ ਜਦੋਂ ਨਰਮਾ ਬੀਜਣਾ 6 ਮਹੀਨੇ ਬਾਅਦ ਆਪਾਂ ਬੀਜਣਾ, ਤੇ ਉਹਦੇ ਤਰ੍ਹਾਂ ਉਧਰੋਂ ਟਿੰਡੇ 'ਚ ਹੀ ਬੈਠਾ, ਸੁਸਤ ਬੈਠਾ, ਕਿਉਂਕਿ ਜਦੋਂ ਉਹਨੂੰ ਭੋਜਨ ਨਹੀਂ ਮਿਲਦਾ ਪਿਆ, ਉਹਨੇ ਜੰਮਣਾ ਨਹੀਂ, ਬਾਹਰ ਨਿਕਲਣਾ ਨਹੀਂ। ਉਹਨੇ ਫਿਰ ਲਾਰਵੇ ਤੋਂ ਪਿਊਪਾ ਬਣ ਜਾਣਾ, ਤੇ ਪਿਊਪੇ ਤੋਂ ਬਾਲਗ ਬਣ ਕੇ ਉਹਨੂੰ ਉੱਡ ਕੇ ਬਾਹਰ ਆ ਜਾਣਾ। ਉਹਦੇ 'ਚ ਮੇਲ ਫੀਮੇਲ ਨੇ ਸੰਭੋਗ ਕਰਨਾ ਤੇ ਫੁੱਲ ਉਹਨੂੰ ਦੀਦੇ ਪਏ ਨੇ, ਉੱਥੇ ਜਾ ਕੇ ਉਹਨੇ ਅਟੈਕ ਕਰ ਦੇਣਾ ਤੇ ਉਹਦੇ 'ਚ ਬਣ ਗਿਆ ਟਿੰਡਾ। ਆਪਾਂ ਨੂੰ ਬਾਹਰੋਂ ਜਿੱਦਾਂ ਮੈਂ ਦੱਸ ਰਿਹਾ ਵੀ ਉਹ ਸਾਨੂੰ ਦੇਖਣ 'ਚ ਪਤਾ ਨਹੀਂ ਲੱਗਦਾ, ਖੇਤ ਫਸਲ ਹਰੀ ਭਰੀ ਲੱਗਦੀ ਪਈ, ਟਿੰਡੇ ਲੱਗੇ ਪਏ ਨੇ। ਉਹ ਤਾਂ ਜਦੋਂ ਟਿੰਡੇ ਨੂੰ ਆਪਾਂ ਖੋਲ ਕੇ ਦੇਖਦੇ ਹਾਂ ਵੀ ਸੁੰਡੀ ਵਿੱਚ ਵੜੀ ਪਈ ਹੈ, ਜਦੋਂ ਜਿਹਨੂੰ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਤਾਂ ਆਪਣਾ ਕੰਮ ਖਰਾਬ ਹੋ ਗਿਆ ਜਾਂ ਦੂਜੇ ਫੁੱਲ 'ਚ ਹੀ ਵੜ ਜਾਂਦੀ ਹੈ, ਉਹ ਫੁੱਲ 'ਚ ਵੜ ਜਾਂਦੀ ਹੈ, ਟਿੰਡੇ 'ਚ ਹੀ ਵੜ ਜਾਣੀ ਹੈਗੀ ਜਾਂ ਦੂਜੇ ਨੇ ਕੀ ਬਾਅਦ ਦੇ ਵਿੱਚ ਕਰ ਰਹੇ। ਤਾਂ ਉਹ ਸਾਡੇ ਫਿਰ ਹਮਲਾ ਹੁੰਦਾ। ਤੇ ਕਮਜ਼ੋਰ ਕੜੀ ਇਹੋ ਹੀ ਹੈ ਵੀ ਆਫ ਸੀਜ਼ਨ 'ਤੇ ਜਿਹੜੀਆਂ ਸਟਿਕਸ ਨੇ ਤੁਹਾਡੀਆਂ, ਜਿਹੜੀਆਂ ਕਾਟਨ ਦੀਆਂ ਛਟੀਆਂ ਪੱਟ ਕੇ ਰੱਖੀਆਂ ਨੇ, ਇਹਨਾਂ ਨੂੰ ਆਪਾਂ ਫਰਵਰੀ ਐਂਡ ਤੱਕ ਆਪਾਂ ਕਿਸੇ ਵੀ ਤਰੀਕੇ ਨਾਲ, ਚਾਹੇ ਉਹਨੂੰ ਠੰਡ ਵਾਸਤੇ ਬਾਲਣਾ ਜਾਂ ਉਹਨੂੰ ਘਰਾਂ ਦੇ ਵਿੱਚ ਚੁੱਲ੍ਹੇ 'ਚ ਬਾਲਣਾ ਹੈਗਾ ਜਾਂ ਦੂਜੇ ਨੂੰ, ਉਹਨਾਂ ਨੂੰ ਸਾਨੂੰ ਖਤਮ ਕਰ ਦੇਣਾ ਚਾਹੀਦਾ। ਦੋ ਚੀਜ਼ਾਂ। ਕਈ ਵਾਰੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਕੈਂਪ ਦਿੰਦੇ ਹਾਂ ਜੀ ਆਪਾਂ, ਜਦ ਦੂਜੇ ਨੂੰ ਉੱਥੇ ਲਾਉਣੇ। ਪਿਛਲੇ ਸਾਲ ਜਿੱਦਾਂ ਮੈਂ ਦੱਸਿਆ ਵੀ ਸਾਡੇ 31 ਪਿੰਡਾਂ 'ਚ ਸਾਨੂੰ ਬਠਿੰਡੇ ਜਾਂ ਮਾਨਸੇ 'ਚ ਪਤਾ ਸੀਗਾ ਵੀ ਇਹਨਾਂ ਪਿੰਡਾਂ 'ਚ ਆਇਆ। ਉਹਨਾਂ ਪਿੰਡਾਂ 'ਚ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਵੀ ਇਹਨਾਂ ਪਿੰਡਾਂ ਦੇ ਵਿਚਕਾਰ ਪਈ ਹੈ। ਉਹਨਾਂ 'ਚੋਂ 31 ਪਿੰਡਾਂ 'ਚੋਂ 18 ਪਿੰਡਾਂ 'ਚ ਮੈਂ ਖੁਦ ਆਪ ਜਾ ਕੇ ਪਿੰਡਾਂ 'ਚ ਲੋਕਾਂ ਨੂੰ ਜਾਣਕਾਰੀ ਦਿੱਤੀ, ਕਿਉਂਕਿ ਇੱਕ 25-30 ਸਾਲ ਤੋਂ ਸੁੰਡੀ ਆਈ ਨਹੀਂ ਸੀ ਕੋਈ ਵੀ ਗੀ, ਤੇ ਲੋਕੀ ਉਸ ਪ੍ਰਤੀ ਤਿਆਰ ਹੀ ਨਹੀਂ ਸੀ ਉਸ ਚੀਜ਼ ਬਾਰੇ। ਜਦ ਦੂਜੇ ਨੂੰ ਵੀ ਸੁੰਡੀ ਆ ਸਕਦੀ ਹੈ, ਅਗਲਾ ਕਹਿੰਦਾ ਬੀਟੀ ਦੇ ਉੱਤੇ ਸੁੰਡੀ ਤਾਂ ਆ ਨਹੀਂ ਸਕਦੀ, ਆਪਾਂ ਬੀਟੀ ਦਾ ਨਰਮੇ ਦਾ ਬੀ ਕਾਹਨੂੰ ਲੈ ਰਹੇ ਵੀ ਜੇ ਸੁੰਡੀ ਆ ਜਾਣੀ। ਤਾਂ ਆਲੇ ਦੁਆਲੇ ਦੀ, ਕਿਉਂਕਿ ਅਸੀਂ ਕਹਿ ਰਹੇ ਸੀ ਵੀ ਇਹ ਰਜਿਸਟੈਂਟ ਵਰਸ਼ਨ ਉਹਦਾ ਜਿਹੜਾ ਹੈਗਾ, ਜਾਂ ਦੂਜੇ ਨੂੰ ਉਹਨੇ ਰਜਿਸਟੈਂਸ ਪਾਰ ਕਰ ਲਈ ਹੈ, ਜਾਂ ਦੂਜੇ ਨੂੰ ਇਹ ਆ ਸਕਦਾ ਤੁਹਾਡੇ ਅਗਲੇ ਸਾਲ। ਜੇ ਇਸ ਵਾਰੀ ਮਾਈਨਰ 1-2% ਹੀ ਮਿਲਦਾ ਪਿਆ, ਤੁਹਾਡਾ ਇਕਨੋਮਿਕਲ ਲਾਸ ਨਹੀਂ ਹੋਇਆ, ਬਟ ਇਹ ਛਟੀਆਂ 'ਚ ਉੱਥੇ ਸਰਵਾਈਵ ਕਰ ਰਿਹਾ ਹੈਗਾ, ਤੇ ਇਹੋ ਹੀ ਇਹਦਾ ਸੋਰਸ ਹੈ। ਅਗਲੇ ਸਾਲ ਨੂੰ ਇੱਥੋਂ ਹੀ ਹੋਣਾ। ਇਸ ਸਾਲ ਵੀ ਜੇ ਤੁਸੀਂ ਦੇਖੋਗੇ ਵੀ, ਤੁਸੀਂ ਕਿਸੇ ਨੂੰ ਹੀ ਪੁੱਛੋਗੇ ਜਾਂ ਦੂਜੇ ਨੂੰ, ਜਿੱਥੇ ਉਹ ਛਟੀਆਂ ਦੇ ਢੇਰ ਸੀ ਪਿੰਡ ਦੀ ਨਿਆਈ 'ਚ, ਜਿੱਥੇ ਢੇਰ ਲੱਗੇ ਸੀ ਉੱਥੇ ਹਮਲਾ ਜ਼ਿਆਦਾ ਸੀ। ਜਿਉਂ-ਜਿਉਂ ਅਸੀਂ ਥੋੜ੍ਹਾ ਦੂਰ ਜਾਂਦੇ ਸੀ ਤੇ ਹਮਲਾ ਘਟ ਜਾਂਦਾ ਸੀ, ਪਰ ਜਦੋਂ 1 ਪੁਸ਼ਤ 2 ਪੁਸ਼ਤ ਪੂਰੀ ਹੋ ਜਾਂਦੀ ਫਿਰ ਉਹ ਸਾਰੇ ਏਰੀਏ 'ਚ ਫੈਲ ਜਾਂਦਾ ਹੈਗਾ ਫਿਰ ਜਦ ਦੂਜੇ ਨੇ ਹੈਗਾ। ਇਹਦਾ ਮਤਲਬ ਜਿਹੜੀ ਉਹਦੀ ਕਮਜ਼ੋਰ ਕੜੀ ਹੈ ਛਟੀਆਂ ਦੇ ਵਿੱਚ, ਸਟਿਕਸ ਦੇ ਵਿੱਚ, ਉਹਦੇ 'ਚ ਸਰਵਾਈਵ ਕਰ ਰਿਹਾ ਹੈਗਾ ਸੁੰਡੀ ਇਸ ਸਾਲ। ਇਹਨੂੰ ਅਗਲੇ ਸਾਲ ਦੇ 'ਚ ਤੁਹਾਡਾ ਸ਼ੁਰੂਆਤੀ ਹਮਲਾ ਘੱਟ ਹੋਵੇ, ਜਨਸੰਖਿਆ ਉਹਦੀ ਨਾ ਵੱਧ ਸਕੇ ਜਾਂ ਦੂਜੇ ਨੂੰ, ਸਾਨੂੰ ਹਰੇਕ ਨੂੰ ਆਪਣਾ ਧਰਮ ਕਰਮ ਸਮਝਦੇ ਹੋਏ ਜਾਂ ਦੂਜੇ ਨੂੰ ਇਹ ਨਹੀਂ ਹੈਗਾ ਕਿ ਕਈ ਤਾਂ ਸੋਚ ਲੈਣਗੇ ਵੀ ਕੋਈ ਨਹੀਂ ਮੇਰੇ ਤਾਂ ਹੈ ਨਹੀਂ ਸੀ, ਜਾਂ ਮੇਰੇ ਕੋਈ ਗੱਲ ਨਹੀਂ ਮੈਂ ਨਹੀਂ ਕਰਦਾ। ਜਾਂ ਦੂਜੇ ਨੂੰ ਜੇ ਉਹ ਕਹਿ ਲਓ ਵੀ 100 ਪਿੱਛੇ 90 ਬੰਦਿਆਂ ਨੇ ਕਰ ਲਿਆ, 10 ਬੰਦੇ ਨਹੀਂ ਮੰਨਦੇ ਜਾਂ ਦੂਜੇ ਨੇ ਹੈਗਾ, ਤਾਂ ਪ੍ਰੋਬਲਮ ਤਾਂ ਫਿਰ ਉਹ ਬਾਕੀ ਸਾਰਿਆਂ ਲਈ ਵੀ ਖੜੀ। ਪਹਿਲਾਂ ਤੁਹਾਡੇ ਖੇਚ ਆ,
ਮੁੜ ਕੇ ਹੌਲੀ ਹੌਲੀ ਜਦੋਂ ਉਹਦੀ ਅਗਲੀ ਪੁਸ਼ਤ ਆਉਣੀ ਹੈ, ਅਗਲੀ ਜਨਰੇਸ਼ਨ ਆਉਣੀ ਹੈ, ਕਿਸੇ ਦੇ ਖੇਤ 'ਚ ਜੁਲਾਈ 'ਚ ਆ ਜੂ, ਕਿਸੇ ਦੇ ਅਗਸਤ 'ਚ ਆ ਜੂਗਾ, ਤਾਂ ਹਮਲਾ ਫਿਰ ਆਉਣਾ ਹੈਗਾ ਜਦ ਦੂਜੇ ਨੂੰ ਹੈਗਾ। ਅਤੇ ਇਹਦਾ ਮਤਲਬ ਜੇ ਕਮਜ਼ੋਰ ਕੜੀ ਸਾਨੂੰ ਪਤਾ ਵੀ ਹੋਰ ਕੋਈ ਇਹਦਾ ਸੋਰਸ ਨਹੀਂ, ਕਿਸੇ ਜਗ੍ਹਾ 'ਤੇ ਜਾਣਾ ਨਹੀਂ, ਤਾਂ ਜੇ ਉਹਨੂੰ ਆਪਾਂ ਖਾਤਮਾ ਕਰ ਲਿਆ ਜਾਵੇ ਕਿਸੇ ਵੀ ਢੰਗ ਨਾਲ, 2-3 ਤਰੀਕੇ ਨੇ ਉਹਨੂੰ ਕਹਿੰਦੇ। ਜਾਂ ਤਾਂ ਆਪਾਂ ਇਹਨਾਂ ਨੂੰ ਖੇਤਾਂ 'ਚ ਹੁੰਦਾ ਵੀ ਖੀਰ ਦੇ ਉੱਤੇ ਜਿਹੜੀ ਆਪਾਂ ਉਹਨੂੰ ਛਟੀਆਂ ਦਾ ਕੁਛ ਨਹੀਂ ਕਹਿੰਦੀਆਂ, ਪਰ ਸਾਨੂੰ ਉਹਦੇ ਦੌਰਾਨ ਜਿਹੜੀ ਛਟੀਆਂ ਨਾਲ ਜਿਹੜੇ ਟਿੰਡੇ ਲੱਗੇ ਨੇ, ਹੁਣ ਮੈਂ ਉਦਾਹਰਨ ਦੇ ਤੌਰ 'ਤੇ ਇੱਕ ਗੱਲ ਕਰਦਾ ਹੈਗਾ, 1 ਏਕੜ ਦੇ ਖੇਤ ਦੇ ਵਿੱਚ ਤਕਰੀਬਨ 7000 ਦੇ ਨੇੜੇ ਛਟੀਆਂ ਨਿਕਲ ਆਉਂਦੀਆਂ, ਬੂਟੇ ਜਿਹੜੇ ਨੇ ਇੱਕ ਦੇ ਉੱਤੇ, ਟਿੰਡੇ ਦੇ ਉੱਤੇ 4-5 ਇਹੋ ਜਿਹੇ ਟਿੰਡੇ ਹੁੰਦੇ ਨੇ ਵੀ ਜਿਹੜੇ ਤਾਂ ਕਈ ਵਾਰੀ ਆਪਾਂ ਤੋੜ ਕੇ ਤੇ ਛੱਤਾਂ 'ਤੇ ਸੁਕਾ ਲੈਂਦੇ ਨੇ ਲੋਕ। ਆਖਰੀ ਤੜਾਈ ਦੇ ਵਿੱਚ ਤਾਂ ਆਪਾਂ ਟਿੰਡੇ ਤੋੜਦੇ ਹਾਂ, ਇਕੱਲੇ ਟਿੰਡੇ ਤੋੜਦੇ ਆ। ਕਈ ਵਾਰੀ ਹੁੰਦਾ ਵੀ ਜਿੱਦਾਂ ਹੁਣ ਹਮਲਾ ਹੋਇਆ ਤੇ ਆਪਾਂ ਨਹੀਂ ਤੋੜਨੇ ਹੈਗੇ, ਉਹ 5-5 6-6 ਟਿੰਡੇ ਲੱਗੇ ਪਏ ਨੇ, ਤੇ ਜੇ ਤੁਸੀਂ 4 ਟਿੰਡੇ ਵੀ ਐਵਰੇਜ ਲੈ ਲਈ ਜਾਵੇ ਤੇ 7000 ਬੂਟਾ ਤੇ 28000 ਹੋ ਗਿਆ। ਜਦੋਂ 28000 ਸੁੰਡੀਆਂ 1 ਏਕੜ 'ਚ, ਜਿਹੜਾ ਵੀ ਇਨਫੈਸਟਡ ਫੀਲਡ ਸੀਗਾ, ਜਿਹੜਾ ਇਸ ਸਾਲ ਸੀਗਾ ਇਨਫੈਸਟਡ, ਇੱਦਾਂ ਹੀ ਉਹ ਕਈ ਖੇਤ ਹੋਣਗੇ, ਇੱਕ ਪਿੰਡ ਦੇ 'ਚ ਮੰਨ ਲਓ 50 ਖੇਤ ਹੋਣਗੇ ਜਾਂ 100 ਖੇਤ ਹੋਣਗੇ, ਉਹ ਮਲਟੀਪਲਾਈ ਕਰੋ ਵੀ ਕਿੰਨੀਆਂ ਸੁੰਡੀਆਂ ਨੇ। ਜੇ ਉਹਨਾਂ 'ਚੋਂ 50% ਵੀ ਸਰਦੀਆਂ ਤੋਂ ਬਾਅਦ ਸਰਵਾਈਵ ਕਰਦੀ ਹੈਗੀ ਜਾਂ ਦੂਜੇ ਨੂੰ, ਤੁਸੀਂ ਦੇਖੋ ਵੀ ਉਹ ਮਲਟੀਪਲਾਈ ਕਰਕੇ ਕਿੰਨਾ ਇਹਨਾਂ ਕੋਲੋਂ ਬਣੇਗਾ, ਤੇ ਜਿਹੜਾ ਅਗਲੇ ਸਾਲ ਨੂੰ ਸਾਡਾ ਖੇਤ ਦੇ ਉੱਤੇ ਫਸਲ 'ਤੇ ਪ੍ਰਕੋਪ ਕਰੇਗਾ। ਹੁਣ ਜਦੋਂ ਅਸੀਂ ਸਮਝਾਉਂਦੇ ਹਾਂ ਜਾਂ ਕਹਿੰਦੇ ਹਾਂ ਜਾਂ ਦੂਜੇ ਨੂੰ, ਤੇ ਕਈ ਵਾਰੀ ਕੀ ਹੁੰਦਾ ਕਿ ਲੋਕਾਂ ਦੀ ਵੀ ਆਪਣੀ ਇੱਕ ਠੀਕ ਹੁੰਦਾ, ਕਿਉਂਕਿ ਜਿੱਦਾਂ ਹੁਣ ਗੈਸ ਸਿਲੰਡਰ ਮਹਿੰਗਾ ਹੋ ਗਿਆ, ਹੁਣ ਲੋਕਾਂ ਦੇ ਤਰਕ ਹੁੰਦੇ ਨੇ ਜਾਂ ਦੂਜੇ ਨੂੰ ਵੀ ਦੇਖੋ ਜੀ ਉਹ ਸਿਲੰਡਰ ਤਾਂ ਅੱਗੇ ਮਹਿੰਗਾ, ਤੁਸੀਂ ਕਹਿੰਦੇ ਛਟੀਆਂ ਫੂਕ ਦਿਓ, ਇਹਨੂੰ ਖਤਮ ਕਰ ਦਿਓ ਜਾਂ ਅੱਗ ਬਾਲ ਦਿਓ ਜਾਂ ਦੂਜੇ ਨੂੰ ਕਰ ਦਿਓ, ਅਸੀਂ ਕੀ ਕਰਨਾ ਕਾਂ ਜਾਂ ਦੂਜੇ ਨੂੰ। ਦੂਜੀ ਗੱਲ ਵੀ ਅਗਲੇ ਸਾਲ ਨੂੰ ਜਦੋਂ ਲੇਬਰ ਫੇਰ ਆਉਣੀ, ਉਹਨੇ ਚਾਹ ਪਾਣੀ ਬਣਾਉਣੀ, ਰੋਟੀ ਬਣਾਉਣੀ ਆ, ਤੇ ਸਾਨੂੰ ਉਹ ਛਟੀਆਂ ਚਾਹੀਦੀਆਂ ਨੇ, ਉੱਥੇ ਉਹਨਾਂ ਨੂੰ ਵੇਚਣੀਆਂ ਨੇ, ਵੇਚਣੀਆਂ ਨੇ ਵੀ ਦੇਣੀਆਂ ਨੇ ਉਹਨਾਂ ਨੂੰ ਛਟੀਆਂ, ਤੇ ਇਸ ਕਰਕੇ ਅਸੀਂ ਰੱਖੀਆਂ ਨੇ ਜਾਂ ਦੂਜੇ ਨੂੰ। ਪਰ ਗੱਲ ਇਹ ਆ ਵੀ ਜੇ ਤੁਸੀਂ ਆਪਾਂ ਇਕਨੋਮਿਕਸ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਉਹ ਸਾਡਾ 1 ਏਕੜ ਦਾ ਬਾਲਣ ਜਿਹੜਾ ਹੋਏਗਾ 1000-1200 ਦਾ ਹੋਏਗਾ, ਪਰ ਜਿਹੜਾ ਨਰਮਾ ਹੈ ਉਹ ਤੁਹਾਡਾ 50-70 ਦਾ ਹੈਗਾ। ਤਾਂ ਜੇ ਉਸ ਐਂਗਲ ਤੋਂ ਆਪਾਂ ਦੇਖੀਏ ਜਾਂ ਦੂਜੇ ਨੂੰ, ਤੇ ਉਹ ਸੋਰਸ ਤੁਹਾਡਾ ਉੱਥੇ ਨੇੜੇ ਬੈਠਾ, ਕਿਸੇ ਹੋਰ ਜਗ੍ਹਾ ਤੋਂ ਨਹੀਂ ਆ ਰਿਹਾ, ਇਹ ਹਰਿਆਣੇ ਤੋਂ ਨਹੀਂ ਆ ਰਿਹਾ, ਰਾਜਸਥਾਨ ਦੀ ਉਹਨੇ ਤੁਹਾਡੇ ਕੋਲ ਪਿੰਡ 'ਚ ਹੀ ਬੈਠਾ ਪਿਆ ਸੋਰਸ, ਉੱਥੋਂ ਹੀ ਚੱਲ ਕੇ ਆਉਣਾ ਹੈਗਾ। ਤੇ ਫਿਰ ਕਿੰਨੀ ਸਪਰੇ, ਇੱਕ ਸਪਰੇ 700-800 ਨੂੰ ਹੋਣੀ ਆ, ਉਹ ਕਿੰਨਾ ਖਰਚਾ ਆਉਣਾ, ਉਹਦੇ ਕਿੰਨੇ ਦੁਸ਼ਪ੍ਰਭਾਵ ਨੇ ਇਨਸੈਕਟੀਸਾਈਡ ਦੇ। ਤਾਂ ਅਸੀਂ ਕਹਿੰਦੇ ਵੀ ਜੇ ਸੋਰਸ ਹੀ ਘਟ ਗਿਆ ਹੈ ਨਾ, ਹੁਣ ਜਿੱਦਾਂ ਹੁਣ ਡੇਂਗੂ ਮੱਛਰੀ ਹੈ, ਕੀ ਲੋਕ ਕੀ ਐਡਵਰਟਾਈਜ਼ਮੈਂਟ ਕਰਦੇ ਆਪਾਂ ਪਾਣੀ ਨਹੀਂ ਕਿਤੇ ਰਹਿਣ ਦੇਣਾ, ਟਿਊਬ ਟਾਇਰ ਸਾਫ ਸਫਾਈ ਰੱਖਣੀ ਆਲੇ ਦੁਆਲੇ ਜੋ ਦੂਜੇ ਨੂੰ ਹੈਗਾ, ਕਿਉਂਕਿ ਜਿੰਨਾ ਇਨਾਕੁਲਮ ਘੱਟ ਹੋਏਗਾ ਉਨਾ ਹੀ ਜਿਹੜਾ ਉਹਦੀ ਅੱਗੇ ਪ੍ਰਵਿਰਤੀ ਉਹਦੀ ਵਧਣ ਫੁੱਲਣ ਦੀ ਉਨੀ ਘੱਟ ਹੋਏਗੀ, ਤੇ ਉਨਾ ਹੀ ਸਾਡਾ ਫਸਲ ਦਾ ਨੁਕਸਾਨ ਘੱਟ ਹੋਏਗਾ। ਬਾਕੀ ਦਾ ਆਲਟਰਨੇਟਿਵ ਮੇਜਰ ਆਪਾਂ ਕੈਮੀਕਲ ਕਰਨਾ ਜਾਂ ਹੋਰ ਟੈਕਨੋਲੋਜੀ ਵਰਤਣੀ, ਉਹ ਤਾਂ ਅਸੀਂ ਕਰਨੀ ਹੈਗੀ ਆ ਸੀਜ਼ਨ ਦੇ ਦੌਰਾਨ, ਪਰ ਜੇ ਆਪਾਂ ਸ਼ੁਰੂਆਤ 'ਚ ਉਹਦੀ ਜਨਸੰਖਿਆ ਘੱਟ ਹੋਏਗੀ ਤੇ ਉਨਾ ਹੀ ਸਾਨੂੰ ਸਪਰੇਆਂ ਘੱਟ ਕਰਨੀਆਂ ਪੈਣਗੀਆਂ ਜਿਹੜੇ ਕਿ, ਤੇ ਅਸੀਂ ਵਧੀਆ ਕਾਬੂ ਪਾ ਸਕਾਂਗੇ। ਪਰ ਉਹਦੇ 'ਚ ਇਹ ਆ ਵੀ ਪਿੰਡ ਪੱਧਰ ਦੇ ਰਲ ਕੇ ਸਾਰੇ ਕਰਨ ਇਕੱਠੇ। ਕੋ ਮੈਂ ਤੁਹਾਡੇ ਥਰੂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਾਂ ਤਾਂ ਆਪਾਂ ਉਹ 700 ਜਾਂ 1000 ਰੁਪਏ ਵਾਲਾ ਜਿਹੜਾ ਬਾਲਣ ਦਾ ਰੱਖ ਲਈਏ ਆਪਾਂ, ਜਾਂ ਫਿਰ 50000 ਦੇ ਫਸਲ ਦਾ ਆਪਾਂ ਨੁਕਸਾਨ ਕਰਾ ਲਈਏ ਆਪਣਾ ਜੋ ਦੂਜੇ ਨੂੰ ਹੈਗਾ, ਕਿਉਂਕਿ ਇਹ ਚੋਇਸ ਆਪਣੇ ਹੱਥ ਹੀ ਹੈਗੀ ਜਾਂ ਦੂਜੇ ਨੂੰ, ਕਿਉਂਕਿ ਜਦ ਤੱਕ ਇਹ ਕਿਤੇ ਹੋਰ ਫਸਲ 'ਤੇ ਜਾਂਦਾ ਨਹੀਂ, ਨਾ ਕਿਸੇ ਹੋਰ ਫਸਲ ਦਾ ਕੀੜਾ ਨਰਮੇ ਤੋਂ ਚੱਲ ਕੇ ਨਰਮੇ 'ਤੇ ਆਉਣਾ, ਤੇ ਇਹਦਾ ਮਤਲਬ ਤੁਹਾਡੀਆਂ ਛਟੀਆਂ, ਸਾਨੂੰ ਸਟਿਕਸ ਦਾ ਕੋਈ ਨਹੀਂ, ਛਟੀਆਂ ਦੇ ਸਾਨੂੰ ਕੋਈ ਨਹੀਂ ਹੈਗਾ, ਛਟੀਆਂ ਰੱਖੋ। ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ, ਮੈਂ ਤਾਂ ਅਸੀਂ ਦੇਖਦੇ ਸੀ, ਅਸੀਂ ਵੀ ਪਿੰਡਾਂ 'ਚ ਰਹੇ ਹਾਂ, ਜੋ ਦੂਜੇ ਨੂੰ ਬਾਲਣ ਲਿਆਉਂਦੇ ਸੀ ਆਪਾਂ, ਮੈਂ ਕਹਿੰਦਾ ਵੀ ਦਸੰਬਰ ਤੱਕ ਤੁਸੀਂ ਛਟੀਆਂ ਢੇਰ ਲਾ ਵੀ ਦਿੱਤਾ ਕੰਢੇ 'ਤੇ, ਜੇ ਤਾਂ ਵਾਹ ਸਕਦੇ ਵਿਚਕਾਰ ਜ਼ਮੀਨ 'ਚ ਤੇ ਵਾਹ ਦਿਓ, ਉਹ ਵਧੀਆ ਹੈਗਾ, ਤੁਹਾਡੀ ਉਪਜਾਊ ਸ਼ਕਤੀ ਵਧੂ, ਕਣਕ ਦਾ ਝਾੜ ਹੀ ਵਧੂ। ਇੱਕ ਕੰਮ ਤਾਂ ਇਹ ਕੀਤਾ ਜਾ ਸਕਦਾ। ਦੂਸਰਾ ਉਹਦੇ 'ਚ ਹੁੰਦਾ ਵੀ ਛਟੀਆਂ ਦੇ ਜਿਹੜੇ ਢੇਰ ਨੇ ਅਸੀਂ ਖੇਤ 'ਚ ਨਾ ਲਾ ਕੇ ਪਿੰਡ 'ਚ ਲੈ ਆਈਏ ਜਾਂ ਦੂਜੇ ਨੇ, ਤਾਂ ਕਿ ਉੱਥੇ ਪ੍ਰੋਪਰਲੀ ਉਹਨੂੰ ਬਾਲਣ ਜਾਂ ਜੋ ਵੀ ਵਰਤਣਾ ਹੈਗਾ ਉਹਨੂੰ ਵਰਤ ਲਈਏ। ਤੀਸਰੀ ਸਾਡੇ ਕੋਲ ਆਪਸ਼ਨ ਹੈ ਫਰਵਰੀ ਤੱਕ ਉਹਨੂੰ ਆਪਾਂ ਬਾਲਣ ਦੇ ਤੌਰ 'ਤੇ ਜੋ ਵਰਤਣਾ ਹੈਗਾ, ਵੱਧ ਤੋਂ ਵੱਧ ਅੱਧ ਮਾਰਚ ਤੱਕ ਉਹਨੂੰ ਖਤਮ ਕਰ ਲਈਏ ਆਪਾਂ। ਚੌਥੀ ਆਪਸ਼ਨ ਸਾਡੇ ਕੋਲ ਇਹ ਹੈਗੀ ਜਾਂ ਦੂਜੇ ਨੂੰ ਵੀ ਜਨਵਰੀ ਮਹੀਨੇ 'ਚ ਆਪਾਂ ਤਕਰੀਬਨ ਕਣਕ ਬੀਜ ਕੇ ਤੇ ਕਣਕ ਦੇ ਵੀਡੀਸਾਈਡ ਕੰਟਰੋਲ ਕਰਕੇ ਆਪਾਂ ਵਿਹਲੇ ਹੁੰਦੇ ਹਾਂ ਲੋਹੜੀ ਦੇ ਨੇੜੇ। ਉਸ ਟਾਈਮ ਤੱਕ ਮਹੀਨੇ ਡੇਢ ਮਹੀਨੇ 'ਚ ਛਟੀਆਂ ਦਾ ਭਾਰ ਵੀ ਹਲਕਾ ਹੋ ਜਾਂਦਾ, ਕਿਉਂਕਿ ਸੁੱਕੀਆਂ ਜਦੋਂ ਪਾਤੀਆਂ ਨੇ ਸੁੱਕ ਜਾਂਦੀਆਂ, ਹਲਕੀਆਂ ਹੋ ਜਾਂਦੀਆਂ ਢੇਰ ਜਿੱਥੇ ਲਾਇਆ। ਜੇ ਉਸ ਢੇਰ ਨੂੰ ਚੱਕ ਕੇ ਆਪਾਂ ਪੁਰਾਣੇ ਵੇਲੇ 'ਚ ਵੀ ਦੇਖਦੇ ਜਾਂ ਦੂਜੇ ਨੇ ਕੋਈ ਲੋਕ ਬਾਲਣ ਘੜ ਕੇ ਰੱਖਦੇ ਹੁੰਦੇ ਸੀ ਘਰਾਂ 'ਚ, ਸੁੱਕਾ ਬਾਲਣ ਬਣਾ ਲਿਆ ਜਾਂ ਘਰ ਲਿਆ ਜਾਂ ਦੂਜੇ ਨੇ ਕਿਹਾ। ਹੁਣ ਵੀ ਆਪਾਂ ਨੂੰ, ਕਿਉਂਕਿ ਮੈਨੂੰ ਇੰਨਾ ਪਤਾ ਹੈਗਾ ਵੀ ਲੇਬਰ ਦੀ ਬਹੁਤ ਕੰਸਟ੍ਰੇਂਟ ਹੈ, ਸ਼ਾਰਟੇਜ ਹੈਗੀ ਆ, ਪਰ ਕਿਉਂਕਿ ਇਹ ਕੀੜਾ ਜੇ ਸੌਖੇ ਢੰਗ ਨਾਲ ਹੋ ਸਕਦਾ ਕੰਟਰੋਲ ਸਾਡਾ ਛਟੀਆਂ ਦੇ ਉੱਤੇ, ਤੇ ਕਿਉਂ ਨਾ ਆਪਾਂ ਜਿਹੜੀ ਉਹ ਛਟੀਆਂ ਨੇ ਚੱਕ ਕੇ ਆਪਾਂ ਉਹ ਢੇਰ ਦੇ ਉੱਤੋਂ, ਤੇ ਆਪਾਂ ਜੇ ਜ਼ਮੀਨ ਤੇ ਬੀਟ ਕਰੀਏ ਜਨਵਰੀ ਮਹੀਨੇ 'ਚ ਆਪਾਂ ਲੋਹੜੀ ਦੇ ਨੇੜੇ, ਉਦੋਂ ਵਿਹਲੇ ਵੀ ਹੁੰਦੇ ਆਪਾਂ, ਫ੍ਰੀ ਵੀ ਹੁੰਦੇ, ਮਤਲਬ ਕਹਿ ਸਕਦੇ ਹਾਂ ਵਿਹਲੇ ਤਾਂ ਕਿਸਾਨੀ ਦਾ ਹਰ ਵੇਲੇ ਕਿਸੇ ਨਾ ਕਿਸੇ ਕੰਮ 'ਚ ਲੱਗੀ, ਪਰ ਕੰਪੈਰੇਟਿਵਲੀ ਬਾਕੀ ਮਹੀਨਿਆਂ ਨਾਲੋਂ ਅਸੀਂ ਵਿਹਲੇ ਹੁੰਦੇ। ਉਸ ਸਮੇਂ ਦੇ ਵਿੱਚ ਉਸ ਸਮੇਂ ਦੇ ਉੱਤੇ ਛਟੀਆਂ ਨੂੰ ਜੇ ਜ਼ਮੀਨ ਤੇ ਮਾਰ ਕੇ, ਤੇ ਜਿਹੜੇ ਉਹਦੇ ਅਣਖੜੇ ਟਿੰਡੇ, ਕਿਉਂਕਿ ਉਹ ਸੁੱਕ ਜਾਣੇ ਨੇ, ਉਹ ਟਿੰਡੇ ਝੜ ਜਾਣੇ ਨੇ, ਤੇ ਉਹ ਜਿਹੜੇ ਝੜੇ ਹੋਏ ਟਿੰਡੇ ਨੇ ਉਹਨੂੰ ਚਾਹੇ ਅੱਗ 'ਚ ਆਪਾਂ ਚੁੱਲ੍ਹੇ 'ਚ ਬਾਲ ਲਈਏ, ਜਿੱਦਾਂ ਮਰਜ਼ੀ, ਚਾਹੇ ਠੰਡ ਅੱਗ ਸੇਕਣ ਵਾਸਤੇ ਬਾਲ ਲਈਏ, ਜਿੱਦਾਂ ਮਰਜ਼ੀ ਉਹਨੂੰ ਸੁੱਕ ਕੇ 2-4 ਦਿਨਾਂ 'ਚ ਸੁੱਕ ਗਏ, ਜਾਂ ਜ਼ਮੀਨ ਥੱਲੇ ਦੱਬ ਦਈਏ ਉਹਨੂੰ ਜਾਂ ਦੂਜੇ ਨੂੰ ਹੈਗਾ, ਜੋ ਵੀ ਕਰ ਸਕਦੇ ਆਪਾਂ ਵੀ ਉਹ ਕਰਕੇ ਉਹ ਢੇਰਾਂ ਨੂੰ ਦੁਬਾਰਾ ਤੁਸੀਂ ਅਰੇਂਜ ਕਰਕੇ ਰੱਖ ਲਓ। ਜੇ ਉਹਦੇ ਨਾਲ ਬਾਲ ਨਹੀਂ ਲੱਗਾ ਸਟਿਕਸ ਦੇ ਵਿੱਚ, ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੈਗਾ, ਤੁਸੀਂ ਸਟਿਕਸ ਰੱਖੋ, ਭਾਵੇਂ ਉਹਨੂੰ ਗਾਂ ਅਗਲੇ ਅਗਸਤ ਸਤੰਬਰ ਅਕਤੂਬਰ ਤੱਕ ਰੱਖੋ, ਸਿਰਫ ਜਿਹੜੀ ਉਹਨਾਂ ਦੇ ਨਾਲ ਬਾਲ ਲੱਗੀਆਂ ਨੇ, ਟਿੰਡੇ ਲੱਗੇ ਨੇ, ਅਣਖੜੇ ਟਿੰਡੇ ਲੱਗੇ ਹੋਏ ਨੇ, ਉਹ ਝਾੜ ਕੇ ਉੱਥੇ ਨਹੀਂ ਛੱਡ ਦੇਣੇ ਹੈਗੇ ਆਪਾਂ, ਉਹ ਝਾੜ ਕੇ ਆਪਾਂ ਖਤਮ ਕਰਨੇ। ਬਸ ਮੇਨ ਮਕਸਦ ਮੇਰਾ ਉਹੀ ਹੈ ਗੱਲ ਸਮਝਾਉਣ ਦੀ। ਸਭ ਵਾਕਈ ਬੜੀ ਨਵੀਂ ਜਾਣਕਾਰੀ ਸਾਨੂੰ ਵੀ ਸਿੱਖਣ ਨੂੰ ਮਿਲਿਆ।
ਸਾਡੇ ਦੇਖਣ ਵਾਲਿਆਂ ਨੂੰ ਵੀ ਮਿਲੂਗਾ। ਇੱਕ ਡਾਕਟਰ ਸਾਹਿਬ, ਬਰਨਾਲੇ ਜ਼ਿਲ੍ਹੇ ਦੇ ਵਿੱਚ ਵਾਹਿਗੁਰੂਪੁਰਾ ਪਿੰਡ ਹੈ, ਉੱਥੋਂ ਦਾ ਕਿਸਾਨ ਆ ਅੰਮ੍ਰਿਤਪਾਲ, ਅੰਮ੍ਰਿਤ ਸਿੰਘ ਆ ਉਹਨਾਂ ਦਾ ਨਾਮ। ਉਹ ਕਹਿੰਦੇ ਵੀ ਮੇਰੇ ਦੇਸੀ ਬੀ ਲੱਗਿਆ ਸੀ ਤੇ ਮੇਰੇ ਸੁੰਡੀ ਦਾ ਹਮਲਾ ਘੱਟ ਹੈ। ਇਹ ਅਸੀਂ ਕਾਫੀ ਅਧਿਐਨ ਜਾਂ ਤਜਰਬੇ ਵੀ ਕੀਤੇ। ਜਾਂ ਦੂਜੇ ਨੂੰ ਹੈਗਾ, ਇਹ ਹੁਣ ਦੋ ਫੈਕਟਰ ਹੋ ਸਕਦੇ ਨੇ। ਜਾਂ ਦੂਜੇ ਨੂੰ ਹੈਗਾ, ਇੱਕ ਤਾਂ ਇਹ ਵੀ ਹੋ ਸਕਦਾ ਵੀ ਦੇਸੀ ਨਰਮਾ ਜਿਹੜਾ ਲੱਗਾ ਹੀ ਟਾਵਾਂ ਕਿ ਵੈਸੇ escape ਹੋ ਗਿਆ, ਵੀ ਉੱਥੇ ਕੀੜਾ ਨਹੀਂ ਗਿਆ, ਠੀਕ ਹੈ। ਦੂਸਰਾ ਅਸੀਂ ਇਹ ਵੀ ਦੇਖਿਆ ਹੈਗਾ, ਜਿਹੜੀ ਗੈਰ ਬੀਟੀ ਨਰਮਾ ਇੱਕ ਦੇਸੀ ਨਰਮਾ ਜਾਂ ਦੂਜੇ ਨੂੰ ਇੱਥੇ ਕੰਪੈਰੇਟਿਵਲੀ ਵੀ ਜੇ ਬਾਕੀ ਜਗ੍ਹਾ ਤੇ 50% ਹੈ ਤੇ ਇੱਥੇ ਹਮਲਾ ਹੈਗਾ ਉਹਦੇ ਕੰਪੈਰੇਟਿਵ 'ਚ ਅੱਧ 'ਚ ਹੈਗਾ। ਪਰ ਕਿਉਂਕਿ ਜਦੋਂ ਉਹਦਾ ਏਰੀਆ ਜ਼ਿਆਦਾ ਵਧਣਾ ਜਾਂ ਦੂਜੇ ਨੂੰ ਜਿਹੜੇ ਪਿਛਲੇ ਆਪਾਂ 70-80 'ਚ ਵੀ ਦੇਖਦੇ ਸੀਗੇ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਸੀ। ਕਿਉਂਕਿ ਜੇ ਹੁਣ ਕੋਈ ਆਟੇ 'ਚ ਨਮਕ ਬਰਾਬਰ ਹੀ ਕੋਈ ਚੀਜ਼ ਹੈਗੀ ਜਾਂ ਦੂਜੇ ਨੂੰ ਉੱਥੇ ਪਰ ਚਾਂਸ ਉਹ ਸਕੇਪ ਹੋ ਗਿਆ ਤਾਂ ਉਹ ਇੱਕ ਕਾਰਨ ਬਣ ਸਕਦਾ ਹੈਗਾ ਜਾਂ ਦੂਜੇ ਨੂੰ। ਦੂਸਰਾ ਇੱਕ ਹੋਰ ਇੱਕ ਵੱਡਾ ਇਹੀ ਕਾਰਨ ਦੇਖਿਆ, ਜਿਹੜੇ ਨਰਮੇ ਥੋੜ੍ਹੇ ਜਿਹੇ ਠੀਕ ਠਾਕ ਹੀ ਸੀਗੇ, ਬਹੁਤੇ ਵਧੇ ਫੁੱਲੇ ਨਹੀਂ ਸੀ, ਸੰਘਣੇ ਨਹੀਂ ਸੀਗੇ, ਉਹਨਾਂ ਤੇ ਵੀ ਇਨਸੀਡੈਂਸ ਘੱਟ ਸੀਗਾ। ਤੇ ਜਿਹੜੇ ਤਕੜੇ ਵਾਹਣ ਸੀਗੇ, ਤਕੜੇ ਨਰਮੇ ਸੀ, 6-6 ਫੁੱਟ ਸੀਗੇ ਤੇ ਚੰਗੇ ਫੈਲੇ ਹੋਏ ਸੀ ਜਾਂ ਦੂਜੇ ਨੂੰ। ਤੇ ਕੀੜਾ ਕਿਹਨੂੰ ਪਸੰਦ ਕਰਦਾ? ਆਪਾਂ ਵੀ ਕਿਤੇ ਪਹਾੜ ਤੇ ਜਾਈਏ ਜਾਂ ਕਿਸੇ ਸੈਰ ਕਰਨ ਜਾਂਦੇ ਤੇ ਜਿੱਥੇ ਹਰਿਆਲੀ ਵਧੀਆ ਜਾਂ ਦੂਜੇ ਨੂੰ ਅਸੀਂ ਉੱਥੇ ਬ੍ਰੇਕ ਲਾਉਂਦੇ ਆ ਤੇ ਕੀੜੇ ਨੇ ਵੀ ਉੱਥੇ ਹੀ ਲਾਉਣੀ ਬ੍ਰੇਕ ਆ ਕੇ, ਜਿੱਥੇ ਵਧੀਆ ਫੁੱਲ ਫਲਾਕਾ ਉਹਨੂੰ ਵਧੀਆ ਟਿੰਡੇ। ਕਿਉਂਕਿ ਜਿਹੜਾ ਭਾਰਾ ਜਾਂ ਤਕੜਾ ਨਰਮਾ ਹੋਏਗਾ ਉੱਥੇ ਫੁੱਲ ਟਿੰਡੇ ਵੀ ਜ਼ਿਆਦਾ ਲੱਗੇ ਹੋਣਗੇ ਤੇ ਉਹਨੂੰ ਫੂਡ ਮਿਲਦਾ, ਭੋਜਨ ਮਿਲਦਾ। ਜਿਹਨੂੰ ਵਧੀਆ ਭੋਜਨ ਮਿਲਦਾ, ਖਾਣ ਨੂੰ ਉਹਨੂੰ ਵਧੀਆ ਲੱਗਦਾ ਪਿਆ ਤੇ ਉੱਥੇ ਜਾਏਗਾ। ਗੱਲ ਤੁਹਾਡੀ ਬਿਲਕੁਲ ਸਹੀ ਹੈ। ਆਪਣੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੁੱਤੀਵਾਲ ਪਿੰਡ ਦਾ ਫਾਰਮਰ ਹੈ ਇੱਕ ਜਗਸੀਰ ਸਿੰਘ, ਉਹਨਾਂ ਦਾ ਨਰਮਾ ਵਾਕਈ ਇਦਾਂ ਦਾ, ਮਤਲਬ ਐਂ ਲੱਗਦਾ ਜਿਵੇਂ ਪਾਪੂਲਰ ਹੁੰਦੇ ਆ। ਤੇ ਐਡਾ ਜ਼ਿਆਦਾ ਸੰਘਣਾ ਤੇ ਵਿੱਚ ਦੀ ਜਿਹੜੀਆਂ ਬੀਬੀਆਂ ਚੁਗਦੀਆਂ ਤੇ ਉਹਨਾਂ ਤੋਂ ਚੁਗਿਆ ਨਹੀਂ ਜਾਂਦਾ, ਪਰ ਉਹਦਾ ਝਾੜ ਕੁਛ ਨਹੀਂ। ਇੱਕ ਡਾਕਟਰ ਸਾਹਿਬ, ਇਹ ਤਾਂ ਸਾਰੀਆਂ ਗੱਲਾਂ ਚਲੋ ਹੁੰਦੀਆਂ ਰਹਿੰਦੀਆਂ। ਇੱਕ ਵੱਡੀ ਗੱਲ ਜਿਹੜੀ ਮੈਨੂੰ ਵੀ ਮਤਲਬ ਚੰਗੀ ਨਹੀਂ ਲੱਗਦੀ, ਉਹ ਇਹ ਹੈ ਕਿ ਆਪਣੇ ਜਦੋਂ ਕੋਈ ਇਹੋ ਜਿਹਾ ਵੱਡਾ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਘੱਟੋ ਘੱਟ ਨਹੀਂ ਵਾਲਾ ਤਾਂ 10 ਸਾਲ ਤੱਕ ਜਿਹੜੇ ਕਿਸਾਨ ਆ ਉਹ ਦੁਬਾਰੇ ਉਸ ਰੌਚ ਨਹੀਂ ਆਉਂਦੇ ਵੀ ਅਸੀਂ ਉਹੀ ਫਸਲ ਲਾਈਏ, ਖਾਸ ਤੌਰ 'ਤੇ ਨਰਮਾ। ਮੰਡੀ ਖੁਰਦ ਇੱਕ ਜੈਬ ਸਿੰਘ ਆ, ਉਹਨੇ ਠੇਕੇ 'ਤੇ ਲਈ ਆ ਜ਼ਮੀਨ 10 ਕਿੱਲੇ, ਉਹਨੇ ਨਰਮਾ ਲਾਇਆ, ਨਿਕਲਿਆ ਕੁਛ ਨਹੀਂ। 22,000 ਰੁਪਏ ਹੁਣ ਤੱਕ ਖਰਚਾ ਹੋ ਗਿਆ। ਬਾਕੀ ਕਹਿੰਦਾ ਜਿਹੜਾ ਕੁਛ ਤਾਂ ਚੁਗਣਾ ਪਊਗਾ ਹੀ, ਦੇਖਦੇ ਹਾਂ ਕੀ ਨਿਕਲਦਾ। ਉਹਨੇ ਮੈਨੂੰ ਦੱਸਿਆ, ਕਹਿੰਦਾ ਵੀ 35 ਤੱਕ ਸਾਡਾ ਖਰਚਾ ਹੋ ਜਾਊਗਾ। 60,000 ਰੁਪਏ ਦੇ ਹਿਸਾਬ ਨਾਲ ਉਹਨੇ ਠੇਕੇ 'ਤੇ ਲਿਆ। ਤੇ ਇਹ ਜਿਹੜਾ ਉਹ ਜਿਹੜੇ ਹੇਠ ਆ ਗਿਆ ਕਰਜ਼ੇ ਹੇਠ, ਮੈਨੂੰ ਲੱਗਦਾ ਵੀ ਇਹ ਉਹਦੇ 'ਚੋਂ ਨਿਕਲਣਾ ਬਹੁਤ ਔਖਾ ਹੋ ਜੂ। ਫਿਰ ਤਾਂ ਮੈਨੂੰ ਲੱਗਦਾ ਉਹਨਾਂ ਦੀਆਂ ਪੁਸ਼ਤਾਂ ਤੱਕ ਇਹ ਸੋਚਣਗੇ ਭਾਈ ਨਰਮਾ ਨਾ ਲਾਇਓ। ਜਿੱਥੋਂ ਤੱਕ ਜੇ ਤੁਸੀਂ ਦੇਖਦੇ, ਜਿੱਦਾਂ ਸ਼ੁਰੂਆਤ 'ਚ ਤੁਸੀਂ ਗੱਲ ਕੀਤੀ ਸੀ ਜਾਂ ਦੂਜੇ ਨੇ ਵੀ ਕਿ ਕਿੱਥੇ ਆਪਾਂ ਨਰਮਾ ਵੱਧ ਹੁੰਦਾ ਸੀ ਤੇ ਝੋਨਾ ਘੱਟ ਸੀ, ਤੇ ਹੌਲੀ ਜਿਹੜਾ ਝੋਨਾ ਜਿਹੜਾ ਉੱਤੇ 31 ਲੱਖ ਹੈਕਟੇਅਰ 'ਤੇ ਪਹੁੰਚ ਗਿਆ ਤੇ ਨਰਮਾ ਜਿਹੜਾ 3 ਲੱਖ ਹੈਕਟੇਅਰ 'ਤੇ ਰਹਿ ਗਿਆ। ਤਾਂ ਉਹਨਾਂ ਦੇ ਵਿਚਕਾਰ ਜਿਹੜਾ ਵੱਡਾ ਕਾਰਨ ਜਿਹੜਾ ਸੀਗਾ ਵੀ ਜਿੱਦਾਂ ਕਿ ਕਿਉਂਕਿ ਜਿਹੜੀ ਕਣਕ ਤੇ ਝੋਨਾ ਹੈਗੀ ਹੈ ਇੱਕ ਸ਼ੋਰ ਕ੍ਰੌਪ ਹੈਗੀ ਜਾਂ ਦੂਜੇ ਨੂੰ ਹੈਗਾ ਵੀ ਤੁਸੀਂ ਜਿਹਨੂੰ ਕਹਿੰਦੇ ਵੀ ਮੈਕਨਾਈਜ਼ਡ ਵੀ ਹੈ ਜਾਂ ਦੂਜੇ ਨੂੰ ਵੀ ਜਿੱਥੇ ਪ੍ਰੋਪਰ ਤੁਹਾਨੂੰ ਮਿਲ ਜਾਂਦਾ ਵੀ ਐਵਰੇਜ ਪਤਾ ਇੰਨਾ ਤਾਂ ਕਮਾਈ ਹੋ ਜਾਣੀ ਹੈ। ਜਿਹੜਾ ਨਰਮਾ ਹੈਗਾ ਜਾਂ ਦੂਜੇ ਨੂੰ ਹੈਗਾ, ਇਹ ਤੁਸੀਂ ਜੇ ਪਿਛਲੇ 60-70 ਸਾਲ ਦੀ ਹਿਸਟਰੀ ਆਪਾਂ ਚੱਕ ਲਈਏ ਤਾਂ ਹਰ 5-7 ਸਾਲਾਂ ਬਾਅਦ ਕੋਈ ਨਾ ਕੋਈ ਨਵਾਂ ਕੀੜਾ ਜਾਂ ਨਵੀਂ ਚੀਜ਼ ਜਿਹੜੀ ਹੈਗੀ ਆ ਵੀ ਉਹਦੇ 'ਤੇ ਆ ਜਾਂਦੀ ਹੈ ਜਾਂ ਦੂਜੇ ਨੂੰ ਜਿਹੜੀ ਉਹ ਕੋਈ ਜਿੱਦਾਂ ਹੁਣ ਚਿੱਟਾ ਮੱਛਰ ਸੀਗਾ ਉਹ ਪਹਿਲੋਂ ਵੀ 80-90 'ਚ ਆਇਆ, ਉਸ ਤੋਂ ਬਾਅਦ 2015 ਦੇ 'ਚ ਆਪਾਂ ਨੂੰ ਆ ਗਿਆ। ਫਿਰ ਅਗਲੇ 5-6 ਸਾਲ ਨਿਕਲੇ ਅੱਛੇ ਸਾਡੇ ਵਧੀਆ ਨਿਕਲੇ, ਚੰਗੇ ਝਾੜ ਹੋਏ, ਹਾਈਐਸਟ ਪ੍ਰੋਡਕਟਿਵਿਟੀ ਬੀਟੀ ਵੇਲੇ ਵੀ ਉਨੀ ਨਹੀਂ ਆਈ ਜਿੰਨੀ ਕਿ ਅਸੀਂ 16-17-18 ਦੇ 'ਚ ਹਾਈਐਸਟ ਪ੍ਰੋਡਕਟਿਵਿਟੀ ਲਈ ਜਾਂ ਦੂਜੇ ਨੇ। ਉਸੇ ਕਰਕੇ ਫਿਰ ਰਕਬਾ ਜਿਹੜਾ ਉਹਦਾ ਵਧਿਆ ਜਾਂ ਦੂਜੇ ਨੇ ਹੈਗਾ ਥੋੜ੍ਹਾ ਜਿਹਾ, ਉਹ 2-2.5 ਲੱਖ ਤੇ ਉਹ 3 ਲੱਖ ਨੂੰ ਪਹੁੰਚੇ ਅਸੀਂ ਜਾਂ ਦੂਜੇ ਨੇ ਹੈਗਾ। ਤਾਂ ਵਾਪਸ ਜਿਹੜਾ ਫੇਰ ਹੈਗਾ ਜਾਂ ਦੂਜੇ ਨੂੰ ਇਸ ਸਾਲ ਜਿੱਦਾਂ ਗੁਲਾਬੀ ਸੁੰਡੀ ਦਾ ਪ੍ਰਕੋਪ ਹੋਇਆ ਜਾਂ ਦੂਜੇ ਨੇ ਹੈਗਾ, ਤਾਂ ਉਹਦੇ ਕਰਕੇ ਨੈਚੁਰਲੀ ਫਿਰ ਖਦਸ਼ਾ ਹੈਗਾ ਵੀ ਨਰਮੇ ਦਾ ਰਕਬਾ ਜਿਹੜਾ ਫੇਰ ਘਟੇਗਾ। ਪਰ ਸਾਡੀ ਇੱਕ ਕਿਸਮ ਦੀ, ਕਿਉਂਕਿ ਜਿਹੜੇ ਪਾਣੀ ਨੇ ਮਾਲਵਾ ਬੈਲਟ ਦੇ ਵਿਚਕਾਰ ਜਾਂ ਦੂਜੇ ਨੂੰ ਹੈਗਾ ਨਾ, ਕਿਉਂਕਿ ਬੇਸਿਕ ਜਿਹੜੀ ਮੇਨ ਫਸਲ ਹੈ ਸਾਡੀ ਉਹ ਨਰਮਾ ਹੀ ਹੈਗੀ ਆ। ਕਦੇ ਵੀ ਤੁਸੀਂ ਦੇਖੋਗੇ ਜਾਂ ਦੂਜੇ ਨੂੰ ਤਕਰੀਬਨ ਧੱਕੇ ਨਾਲ ਆ ਰਿਹਾ, ਕਿਉਂਕਿ ਪਾਣੀ ਦਾ ਗਰਾਊਂਡ ਲੈਵਲ ਥੱਲੇ ਜਾ ਰਿਹਾ ਤੇ ਤਕਰੀਬਨ ਕਦੇ ਵੀ 2 ਲੱਖ ਹੈਕਟੇਅਰ ਤੋਂ ਥੱਲੇ ਰਕਬਾ ਜਿਹੜਾ ਘਟਿਆ ਨਹੀਂ ਹੈਗਾ। ਉਹਦਾ ਕਾਰਨ ਇਹ ਹੈਗਾ ਜਾਂ ਦੂਜੇ ਨੂੰ ਕਿਉਂਕਿ ਜਿਹੜਾ ਪੁਰਾਣਾ ਹੀ ਝੋਨਾ ਲਾ ਰਹੇ ਆ ਇਹਦਾ ਹੀ ਪਾਣੀ ਨਹੀਂ ਸਾਡੇ ਕੋਲ ਪੂਰਾ ਹੋ ਰਿਹਾ ਔਰ ਡੀਜ਼ਲ ਕਿੰਨਾ ਫੂਕਣਾ ਪੈ ਰਿਹਾ ਇਹਦੇ 'ਤੇ, ਉਹ ਡੀਜ਼ਲ ਦੀ ਜਿਹੜੀਆਂ ਪ੍ਰਾਈਸ ਵਧ ਗਈਆਂ ਜਾਂ ਦੂਜੇ ਨੂੰ, ਕਿਉਂਕਿ ਉਹ ਫਿਰ ਇਕਨੋਮੀਕਲ ਹੋਣਾ ਔਖਾ ਹੋ ਜਾਂਦਾ। ਕਿਉਂਕਿ ਜਿਹੜੇ ਪੁਰਾਣੇ ਮੰਨ ਲਓ ਕਿਸੇ ਕੋਲ 40 ਕਿੱਲੇ ਨੇ ਉਹਦੇ 'ਚ ਜੇ 25 ਕਿੱਲੇ ਅੱਗੇ ਝੋਨਾ ਲਾ ਰਿਹਾ, ਉਹ 25 ਦੇ 30 ਕਰਨਾ ਬਹੁਤ ਉਹਦੇ ਲਈ ਔਖਾ ਹੈਗਾ ਜਾਂ ਦੂਜੇ ਨੂੰ ਹੈਗਾ। ਸੋ ਸਾਨੂੰ ਇਹ ਹੈ ਕਿ ਜਿੱਦਾਂ ਵੀ ਕੋਈ ਕੀੜੇ ਮਕੌੜੇ ਆਉਂਦੇ ਨੇ ਜਾਂ ਦੂਜੇ ਨੂੰ ਹੈਗਾ, ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਉਹਦੀ ਬਾਰੇ ਖੋਜ ਤਜਰਬਾ ਕੀਤਾ ਜਾਂਦਾ ਜਾਂ ਦੂਜੇ ਨੂੰ ਅਧਿਐਨ ਕੀਤਾ ਜਾਂਦਾ ਹੈਗਾ, ਇਹਨੂੰ ਕਿੱਦਾਂ ਰੋਕਥਾਮ ਕੀਤਾ ਜਾਂਦਾ ਹੈਗਾ। ਤੁਸੀਂ ਜ਼ਰੂਰ ਜਿੱਦਾਂ ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਮਹਿਕਮਾ ਖੇਤੀਬਾੜੀ ਹੈ ਜਾਂ ਦੂਜੇ ਨੂੰ ਜ਼ਿਮੀਂਦਾਰ ਭਰਾ ਜਿੰਨੇ ਵੱਧ ਤੋਂ ਵੱਧ ਜੁੜਨਗੇ, ਜਾਣਕਾਰੀ ਲੈਣਗੇ, ਕਿਉਂਕਿ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਵੀ ਜੇ ਇਹਦੀ ਸਾਨੂੰ ਜਾਣਕਾਰੀ ਉਹਦੀ ਪੂਰੀ ਹੈਗੀ ਆ ਤਾਂ ਉਨਾ ਹੀ ਉਹਨੂੰ ਰੋਕਥਾਮ ਕਰਨਾ ਵੀ ਉਨਾ ਹੀ ਸੌਖਾ ਹੈਗਾ ਜਾਂ ਦੂਜੇ ਨੂੰ ਹੈਗਾ। ਐਸਾ ਜਿਹੜੀ ਗੁਲਾਬੀ ਸੁੰਡੀ ਹੈ ਇਹਦੇ 'ਤੇ ਵੀ ਕਿਸਾਨਾਂ ਨੇ ਬਹੁਤ ਸਪਰੇਅ ਕੀਤੀ ਹੋਣੀ।
ਇਸ ਤਰ੍ਹਾਂ ਸੀ ਵੀ ਸਪਰੇਅ ਕਰਨ ਦੀ ਨੌਬਤ ਆਈ ਜਾਂ ਦੂਜੇ ਨੂੰ ਜਦੋਂ ਤੱਕ ਉਹਨਾਂ ਸਪਰੇਅ ਦੇ ਉੱਤੇ ਗਏ ਤਾਂ ਜਿੱਦਾਂ ਮੈਂ ਅਮਰੂਦਾਂ ਵਾਲੀ ਗੱਲ ਕਰਦਾ ਸੀਗਾ ਉਹ ਲੇਟ ਹੋ ਚੁੱਕੇ ਸੀਗੇ ਕੰਮ, ਜਦੋਂ ਉਹ ਤਾਂ ਟਿੰਡੇ 'ਚ ਬੰਦ ਹੋ ਗਿਆ, ਟਿੰਡਿਆਂ 'ਚ ਬੰਦ ਹੋ ਗਿਆ ਸੀਗਾ ਜਦੋਂ ਦੂਜੇ ਨੇ ਗਏ। ਇਸ ਕਰਕੇ ਉਹਦੇ ਤੇ ਸਪਰੇਅ ਕੀਤੀ ਵੀ ਜਿਹੜੀ ਆ ਉਹ ਵਿਅਰਥ ਸੀਗੀ ਜਾਂ ਦੂਜੇ ਨੇ ਗਏ ਉਹ ਸਟੇਜ ਦੇ ਉੱਤੇ ਜਾਂ ਦੂਜੇ ਨੂੰ, ਕਿਉਂਕਿ ਜਿੱਦਾਂ ਉਹ ਸਾਨੂੰ ਪਤਾ ਵੀ ਜਦੋਂ ਫੁੱਲ ਡੋਡੀ ਟਿੰਡੇ ਫਲਾਵਰ ਲੱਗਣੇ ਨੇ ਉਹ ਸਟੇਜ ਦੇ ਉੱਤੇ ਹੀ ਸਾਨੂੰ ਸਪਰੇਅ ਕਰਨੀ ਪਊਗੀ, ਜਦੋਂ ਸਾਨੂੰ ਸੁੰਡੀ ਦੇਖਣੀ ਪਊ। ਜਿੱਦਾਂ ਹੁਣ ਉਹਦੀਆਂ ਦੋ ਨਿਸ਼ਾਨੀਆਂ ਨੇ, ਸਭ ਤੋਂ ਪਹਿਲਾਂ ਜਦੋਂ ਫੁੱਲ ਬਣਦੇ ਨੇ ਤਾਂ ਭੰਬੀਰੀ ਵਾਲੇ ਫੁੱਲ ਬਣਦੇ ਜਿਹਨੂੰ ਅਸੀਂ ਰੋਜ਼ਟ ਫਲਾਵਰ ਕਹਿੰਦੇ ਹਾਂ, ਪਹਿਲੇ ਉਹਦੀ ਧਿਆਨ ਰੱਖਣ ਦੀ ਲੋੜ ਉਹਦੀ ਹੈਗੀ ਆ। ਤਕਰੀਬਨ ਜਦੋਂ ਤੁਹਾਡੀ 55 ਜਾਂ 60 ਦਿਨ ਦੀ ਕ੍ਰੌਪ ਹੋ ਗਈ ਹੈ, ਡਿਪੈਂਡਿੰਗ ਔਨ ਵੈਰਾਈਟੀ ਕਿਹੜੀ ਬੀਜਦੇ ਆ, ਅਗੇਤਾ ਬੀਜਦੇ ਪਛੇਤਾ, ਪਰ ਜਨਰਲੀ 2 ਮਹੀਨੇ ਦੀ ਜਦੋਂ ਕ੍ਰੌਪ ਹੋ ਗਈ ਤੁਹਾਡੀ, ਖਾਸ ਤੌਰ ਤੇ ਤੁਸੀਂ ਇਹ ਕਹਿ ਲਓ ਪੰਜਾਬੀ ਦੇ ਵਿੱਚ ਜਿੱਦਾਂ ਹੀ ਤੁਸੀਂ ਝੋਨਾ ਲਾ ਕੇ ਵਿਹਲੇ ਹੋਏ ਤਾਂ ਆਪਣੇ ਖੇਤ ਦੇ ਜਦੋਂ ਫੁੱਲ ਲੱਗਾ, ਜਦੋਂ ਕੋਈ ਟਾਵਾਂ ਫੁੱਲ ਨਿਕਲਣ ਲੱਗਾ ਤਾਂ ਉੱਥੇ ਜਾ ਕੇ ਆਪਣੇ ਖੇਤ 'ਚ ਗੇੜਾ ਮਾਰੋ। ਖੇਤ 'ਚ ਗੇੜਾ ਮਾਰ ਕੇ ਚੈੱਕ ਕਰੋ ਜਾਂ ਦੂਜੇ ਨੂੰ ਵੀ ਜਿਹੜੇ ਉਹ ਫੁੱਲ ਨਿਕਲੇ ਨੇ ਕਿ ਉਹ ਪ੍ਰੋਪਰ ਖੁੱਲ੍ਹੇ ਹੋਏ ਫੁੱਲ ਨੇ ਕਿ ਜਾਂ ਉਹਦੇ ਉੱਤੋਂ ਜਿੱਦਾਂ ਗੁਲਾਬ ਦਾ ਫੁੱਲ ਪੰਖੜੀ ਉੱਤੋਂ ਬੰਦ ਹੁੰਦੀ ਨਾ, ਕਿਉਂਕਿ ਸੁੰਡੀ ਜਦੋਂ ਉਹਦੇ ਅੰਦਰ ਜਾਂਦੀ ਹੈ ਤਾਂ ਉਹਨੂੰ ਸਪਿਨ ਕਰਦੀ ਮੂਵਮੈਂਟ ਤੇ ਉੱਤੋਂ ਫੁੱਲ ਨੂੰ ਬੰਦ ਕਰ ਦਿੰਦੀ। ਜਿੱਦਾਂ ਪੱਤਾ ਲਪੇਟ ਸੁੰਡੀ ਜ਼ਿਮੀਂਦਾਰ ਜ਼ਿਆਦਾ ਤਰੀਕੇ ਨਾਲ ਸਮਝ ਸਕਣਗੇ ਵੀ ਪੱਤੇ ਨੂੰ ਲਪੇਟ ਕੇ ਤੇ ਅੰਦਰ ਹੀ ਖਾਂਦੀ ਹੈ, ਇੱਦਾਂ ਉਹਨੂੰ ਫੁੱਲ ਨੂੰ ਉੱਤੋਂ ਬੰਦ ਕਰ ਲੈਂਦੀ ਹੈ ਤੇ ਫਿਰ ਉਹਦੇ ਅੰਦਰ ਜਿਹੜਾ ਪੋਲਨ ਐਂਥਰ ਹੈਗਾ ਉਹਨੂੰ ਖਾਂਦੀ ਹੈਗੀ ਆ। ਠੀਕ ਹੈ, ਉਸ ਤੋਂ ਬਾਅਦ ਇਹਨੇ ਬੋਲ 'ਚ ਵੜ ਜਾਣਾ ਹੈਗਾ ਜਾਂ ਦੂਜੇ ਨੇ ਹੈਗਾ, ਜਿਹਨੇ ਕਿਤੇ ਬੋਲ ਦੇ ਵਿੱਚ ਆਂਡਾ ਦੇ ਦਿੱਤਾ ਉਹਨੇ ਛੋਟੀ ਬੋਲ ਦੇ ਵਿੱਚ ਵੜ ਜਾਣਾ ਹੈਗਾ ਜਾਂ ਦੂਜੇ ਨੇ ਹੈਗਾ। ਸੋ ਉਹਦਾ ਜ਼ਿਆਦਾ ਪ੍ਰੈਫਰਡ ਹੋਸਟ ਜਿਹੜਾ ਹੈਗਾ ਸ਼ੁਰੂਆਤ 'ਚ, ਕਿਉਂਕਿ ਫੁੱਲ ਆਉਂਦੇ ਨੇ ਟਿੰਡਾ ਬਾਅਦ 'ਚ ਬਣਨਾ ਹੈਗਾ, ਤਾਂ ਸ਼ੁਰੂ 'ਚ ਇਹਨੇ ਫੁੱਲਾਂ ਨੂੰ ਪਸੰਦ ਕਰਨਾ, ਬਾਅਦ ਦੇ ਵਿੱਚ ਇਹਨੇ ਟਿੰਡੇ ਨੂੰ ਪਸੰਦ ਕਰਨਾ। ਜੇ ਜੁਲਾਈ ਮਹੀਨੇ 'ਚ ਦੇਖੋਗੇ ਤੁਹਾਨੂੰ ਜ਼ਿਆਦਾਤਰ ਜਿਹੜੇ ਨੇ ਉਹ ਤੁਹਾਨੂੰ ਫੁੱਲਾਂ 'ਚ ਮਿਲੂਗੀ, ਇਨਸੀਡੈਂਸ ਸਟਾਰਟ ਉੱਥੇ ਹੋਏਗਾ ਇਹ। ਉਸ ਤੋਂ ਬਾਅਦ ਜਿਹੜਾ ਤੁਹਾਨੂੰ ਆਏਗਾ ਵੀ ਜਿਹੜੇ ਟਿੰਡੇ ਬਣ ਗਏ ਨੇ, ਛੋਟੇ ਛੋਟੇ ਟਿੰਡੇ ਬਣ ਗਏ ਨੇ 5 ਦਿਨ ਦਾ 7 ਦਿਨ ਦਾ, ਉੱਥੇ ਜਦੋਂ ਉਹਨੇ ਆਂਡਾ ਦੇ ਦਿੱਤਾ ਜਾਂ ਦੂਜੇ ਨੇ ਹੈਗਾ, ਜ਼ਿਆਦਾਤਰ ਇਹ ਕੱਲਾ ਆਂਡਾ ਦਿੰਦੀ ਹੈਗੀ, ਜਿਹਨੂੰ ਲੱਭ ਕੇ ਜਦੋਂ ਇਹਦੀ ਕਪੈਸਿਟੀ ਜਿਹੜੀ 150 ਤੱਕ ਆਂਡਾ ਦੇ ਸਕਦੀ ਇੱਕ ਹੀ ਫੀਮੇਲ। ਤਾਂ ਉਹ ਦੇਖੋ ਤੁਸੀਂ ਮਲਟੀਪਲਾਈ ਕਰੋ ਵੀ ਉਹਦੇ ਖੇਤ ਦੇ ਵਿਚਕਾਰ ਸਾਨੂੰ ਪਤਾ ਵੀ ਨਰਮੇ ਦੀਆਂ 3 ਛਤਰੀਆਂ ਨੇ, ਥੱਲੜੀ ਛਤਰੀ, ਵਿਚਕਾਰਲੀ ਛਤਰੀ, ਉੱਪਰਲੀ ਛਤਰੀ। ਤਾਂ ਜਦੋਂ ਥੱਲੜੀ ਛਤਰੀ ਦੇ ਵਿੱਚ ਉਹਨੇ ਦੇ ਦਿੱਤਾ ਉਹ 35-40 ਦਿਨਾਂ ਬਾਅਦ ਫਿਰ ਨਵੀਂ ਉੱਪਰਲੀ ਵਿਚਕਾਰਲੀ ਛਤਰੀ ਆਣੀ, ਉਹਦਾ ਟਿੰਡ ਫਲੇਕਾ ਇੰਨੀ ਦੇਰ ਇਹਨੇ ਮਹੀਨੇ 'ਚ ਥੱਲੇ ਜੀਵਨ ਚੱਕਰ ਪੂਰਾ ਕਰਨਾ, ਉੱਡ ਕੇ ਇਹਨੇ ਵਿਚਕਾਰਲੀ ਛਤਰੀ ਦੇ ਟਿੰਡਿਆਂ 'ਤੇ ਚਲੇ ਜਾਣਾ, ਜਦ ਨੂੰ ਵਿਚਕਾਰਲੀ 'ਤੇ ਪੂਰੇ ਕਰਨਾ, ਜੇ ਉਹ ਬਚ ਗਿਆ ਇਹਨੇ ਉੱਪਰਲੀ ਛਤਰੀ ਆ। ਇਹ ਜ਼ਿਆਦਾਤਰ ਜਿਹੜੇ ਖੇਤ 'ਚ ਵੜ ਗਈ ਹੈ ਉਸੇ ਖੇਤ ਨੂੰ ਹੀ ਤਬਾਹ ਕਰਕੇ ਨਿਕਲਦੀ ਹੈ ਜਾਂ ਦੂਜੇ ਨੇ ਗਿਆ ਨਾਲ ਦੇ ਖੇਤਾਂ 'ਚ ਉਦੋਂ ਜਾਊਗੀ ਜਿੱਥੇ ਫੁੱਲ ਫਲਾਕਾ ਵਧੀਆ ਲੱਗਾ ਜਾਂ ਦੂਜੇ ਨੂੰ, ਜਾਂ ਇੱਥੇ ਖਤਮ ਹੋ ਗਿਆ ਦਾ ਸੋਰਸ ਫੂਡ ਦਾ, ਫਿਰ ਇਹ ਦੂਜੀ ਜਗ੍ਹਾ 'ਤੇ ਚਲੀ ਜਾਂਦੀ ਹੈਗੀ ਆ, ਜਾਂ ਜਿੱਥੇ ਢੇਰ ਲੱਗੇ ਨੇ ਉੱਥੋਂ ਜਿੱਥੇ ਨਿਕਲ ਕੇ ਜਿੱਥੇ ਵੜ ਗਈ ਇੱਕ ਵਾਰੀ, ਜੇ ਅਸੀਂ ਮੈਨੇਜ ਨਾ ਕੀਤਾ, ਉਹਨੂੰ ਸਪਰੇਅ ਨਾ ਕੀਤੀ ਜਾਂ ਦੂਜੀ ਨੂੰ ਹੈਗੀ ਆ, ਤਾਂ ਫਿਰ ਉਨਾ ਹੀ ਸਾਨੂੰ ਜਿਹੜਾ ਔਖਾ ਹੋ ਜਾਂਦਾ। ਡਾਕਟਰ ਸਾਹਿਬ ਆਖਰੀ ਹੈ ਮੇਰਾ ਸਵਾਲ ਇਹ ਵੀ ਆਪਾਂ ਸਪਰੇਹਾਂ ਕੀਤੀਆਂ ਹੁਣ ਤੱਕ, ਬਹੁਤ ਸਪਰੇਹਾਂ ਕੀਤੀਆਂ, 92 'ਚ ਵੀ ਸਪਰੇਅ ਕੀਤੀ ਜਾਂ ਉਸ ਤੋਂ ਬਾਅਦ ਵੀ ਸਪਰੇਹਾਂ ਕਰਦੇ ਰਹੇ ਆਪਾਂ, ਪਰ ਇਹ ਕੰਟਰੋਲ ਨਾ ਹੋ ਕੇ ਕੋਈ ਦੂਸਰੀ ਸੁੰਡੀ ਆ ਗਈ, ਕਿਤੇ ਕੋਈ ਤੀਸਰਾ ਕੋਈ ਮੱਛਰ ਆ ਗਿਆ ਜਾਂ ਕੁਝ ਵੀ ਆ ਗਿਆ। ਪਹਿਲਾਂ ਬਜ਼ੁਰਗ ਬਹੁਤ ਡਰਦੇ ਹੁੰਦੇ ਸੀ ਵੀ ਅਸੀਂ ਜ਼ਹਿਰ ਖੇਤਾਂ ਦੇ ਵਿੱਚ ਪਾਈਏ, ਪਰ ਹੁਣ ਤੁਸੀਂ ਇਹ ਦੇਖੋ ਵੀ ਆਪਾਂ ਇੰਨਾ ਪਰਿਵਾਰਕ ਹੋ ਗਏ ਜ਼ਹਿਰ ਨਾਲ, ਇੰਨੇ ਨੇੜੇ ਹੋ ਗਏ ਜ਼ਹਿਰ ਦੇ ਵੀ ਆਪਾਂ ਉਹਨਾਂ ਸਪਰੇਹਾਂ ਦੇ ਲੀਟਰਾਂ ਦੇ ਵਿੱਚ ਕੱਟ ਕੇ ਉਹਨਾਂ 'ਚ ਹੀ ਪਾਣੀ ਪੀ ਲੈਂਦੇ ਹਾਂ, ਆਪਾਂ ਨੂੰ ਡਰ ਨਹੀਂ ਲੱਗਦਾ। ਮਤਲਬ ਆਪਾਂ ਇੰਨਾ ਜ਼ਿਆਦਾ ਅੰਦਰ ਆਪਣੇ ਵੜ ਗਈ ਜ਼ਹਿਰ ਕੇ ਆਪਾਂ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿ ਇਹਦੇ ਕੋਈ ਮਾੜੇ ਹੱਲ ਵੀ ਮਾੜੇ ਹਾਲਾਤ ਵੀ ਅੱਗੇ ਆ ਸਕਦੇ ਆ, ਜਾਂ ਫਿਰ ਆਪਾਂ ਬਿਨਾਂ ਸਪਰੇਹਾਂ ਤੋਂ ਇਸ ਚੀਜ਼ ਦਾ ਹੱਲ ਕੱਢਿਆ ਜਾ ਸਕਦਾ ਕੋਈ? ਹਾਂ, ਇਹ ਬਹੁਤ ਇੱਕ ਅਹਿਮ ਸਵਾਲ ਹੈ ਜਦੋਂ ਦੂਜੇ ਨੂੰ ਹੈਗਾ ਵੀ ਕੀ ਪੈਸਟੀਸਾਈਡ ਹੀ ਹੱਲ ਹੈਗਾ ਸਾਡੀ ਹਰੇਕ ਚੀਜ਼ ਦਾ? ਜਦੋਂ ਦੂਜੇ ਨੂੰ ਬਹੁਤ ਸਾਰੀਆਂ ਟੈਕਨੀਕਾਂ, ਜਦੋਂ ਚਿੱਟਾ ਮੱਛਰ ਆਇਆ ਸੀ 15 ਦੇ ਵਿਚਕਾਰ ਤੇ ਅਸੀਂ ਦੇਖ ਰਹੇ ਸੀ ਉਦੋਂ ਕੈਮੀਕਲ ਸਪਰੇਅ ਕਰਨਾ, ਜਦੋਂ ਜਿਹਨੂੰ ਪਿਛਲੇ 10-15 ਸਾਲਾਂ ਦੇ ਵਿਚਕਾਰ ਗੌਰਮੈਂਟ ਵੱਲੋਂ ਵੀ ਇਸ ਚੀਜ਼ ਦੇ ਉੱਤੇ ਤਰਜੀਹ ਦਿੱਤੀ ਜਾ ਰਹੀ, ਜ਼ੋਰ ਪਾਇਆ ਜਾ ਰਿਹਾ ਵੀ ਕੈਮੀਕਲ ਜਿਹੜਾ ਹੈਗਾ ਵੀ ਉਹਨੂੰ ਘਟਾਇਆ ਜਾਵੇ, ਜਦੋਂ ਜਿਹਨੂੰ ਚਾਹੇ ਸੈਂਟਰ ਗੌਰਮੈਂਟ ਹੈ ਜਾਂ ਸਟੇਟ ਗੌਰਮੈਂਟ ਹੈ, ਬਹੁਤ ਸਾਰੀਆਂ ਪਾਲਿਸੀਆਂ ਬਣੀਆਂ। ਵਾਈਟ ਫਲਾਈ ਦੇ ਵਿੱਚ, ਚਿੱਟੇ ਮੱਛਰ ਦੇ ਵਿੱਚ ਅਸੀਂ ਕਾਫੀ ਲੋਕ ਕਰਦੇ ਵੀ ਪਏ ਨੇ, ਬਠਿੰਡੇ ਮਾਨਸੇ ਦੇ ਵਿਚਕਾਰ ਜਿਹੜਾ ਹੈਗਾ, ਜਿਹੜੇ ਕੁਝ ਆਰਗੈਨਿਕ ਖੇਤੀ ਕਰਦੇ ਨੇ ਜਾਂ ਦੂਜੇ ਨੇ ਹੈਗਾ, ਤਾਂ ਨਰਮੇ 'ਚ ਅਸੀਂ ਦੇਖਿਆ ਕਿ ਜਿਹੜਾ ਚਿੱਟਾ ਮੱਛਰ ਆ ਰਿਹਾ ਜਾਂ ਦੂਜੇ ਨੂੰ 2015 'ਚ ਆਇਆ ਆਊਟਬ੍ਰੇਕ, ਕੀ ਅਸੀਂ ਕੈਮੀਕਲ ਤੋਂ ਇਲਾਵਾ ਨਾਨ ਕੈਮੀਕਲ ਨਾਲ ਵੀ ਕਰ ਸਕਦੇ ਹਾਂ? ਜਿਹੜੇ ਨਾਨ ਕੈਮੀਕਲ ਮੈਥਡ ਹੈ ਜਿਹਨੂੰ IPM ਤਕਨੀਕਾਂ ਕਹਿ ਦਿੰਦੇ ਆਪਾਂ ਵੀ ਉਹਨੂੰ ਜੇ ਪਸਾਰ ਕਰਨਾ ਜਾਂ ਦੂਜੇ ਨੂੰ, ਉਹਦੇ 'ਚ ਸਾਨੂੰ 2-3 ਢੰਗ ਤਰੀਕਿਆਂ 'ਤੇ ਜਾਣਾ ਪਏਗਾ। ਇੱਕ ਤਾਂ ਜਿਹੜੀ ਅਗਰੋਨਿਕ ਪ੍ਰੈਕਟਿਸ ਨੇ, ਕਲਚਰ ਪ੍ਰੈਕਟਿਸ ਨੇ ਸਾਡੀਆਂ ਜਿਹੜੀਆਂ ਨੇ, ਖਾਸ ਤੌਰ 'ਤੇ ਜਿਹੜੀ ਹੈਗੀ ਵੀ ਸਮੇਂ ਸਿਰ ਬਿਜਾਈ ਕਰਨਾ ਜਾਂ ਦੂਜੇ ਨੂੰ, ਜਿੱਦਾਂ ਹੁਣ ਗੁਲਾਬੀ ਸੁੰਡੀ ਦੀ ਵੀ ਗੱਲ ਕਰੂੰਗਾ, ਚਿੱਟੇ ਮੱਛਰ ਨੂੰ ਵੀ ਨਾਲ ਜੋੜ ਕੇ, ਕਿਉਂਕਿ ਦੋਨੋਂ ਕੀੜੇ ਆਉਂਦੇ ਨੇ ਸਾਡੀ ਫਸਲ ਦੇ ਉੱਤੇ, ਨਰਮੇ ਦੇ ਉੱਤੇ ਅੱਜ ਕੱਲ੍ਹ ਦੇ ਹਾਲਾਤਾਂ 'ਚ। ਇਸ ਸਾਲ ਚਿੱਟਾ ਮੱਛਰ ਘੱਟ ਸੀਗਾ, ਗੁਲਾਬੀ ਸੁੰਡੀ ਜ਼ਿਆਦਾ ਆ ਗਿਆ ਜਾਂ ਦੂਜੇ ਨੂੰ। ਪਿਛਲੇ 4-5 ਸਾਲਾਂ 'ਚ ਓਵਰ ਦੇਖੋ, ਜੇ ਜ਼ਿਮੀਂਦਾਰਾਂ ਨੂੰ ਤੁਸੀਂ ਗੱਲ ਕਰੋ ਜਾਂ ਦੂਜੇ ਨੂੰ ਦੇਖੋ, ਇਸ ਸਾਲ ਹਰੇ ਤੇਲੇ ਤੋਂ ਇਲਾਵਾ ਚਿੱਟਾ ਮੱਛਰ ਵੀ, ਭੂਰੀ ਜੂੰ ਦਾ ਵੀ ਹਮਲਾ, ਮਿੱਲੀ ਬਗ ਦਾ ਵੀ ਹਮਲਾ ਬਹੁਤ ਘੱਟ ਰਿਹਾ, ਨਾ ਮਾਤਰ ਰਿਹਾ, ਜਿਹਦੇ ਕਰਕੇ ਲੋਕਾਂ ਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਪਈ। ਜਿਹੜਾ ਕਿ ਗੁਲਾਬੀ ਸੁੰਡੀ ਨੂੰ ਵਧਣ ਫੁੱਲਣ ਦਾ ਉਹਨੇ ਇੱਕ ਮੌਕਾ ਦਿੱਤਾ। ਜੇ 1 ਜਾਂ 2 ਸਪਰੇਅ ਉਹਦੇ ਜੇ ਕਿਤੇ ਆਉਂਦਾ ਕੀੜਾ ਤੇ ਉਹਦੇ ਵਾਸਤੇ ਹੁੰਦੀਆਂ ਜਾਂ ਸਪਰੇਆਂ ਜਾਂ ਦੂਜੇ ਨੂੰ ਹੈਗਾ, ਤਾਂ ਇਹਦਾ ਵੀ ਕਾਫੀ ਹੱਦ ਤੱਕ ਜਿਹੜਾ ਵੀ ਉਹਦਾ ਖਾਤਮਾ ਹੋ ਜਾਣਾ ਸੀਗਾ। ਜਦੋਂ ਕੋਈ ਸਿਸਟਮ 'ਚ ਲੰਬੇ ਸਮੇਂ 'ਤੇ ਰਹਿੰਦੀ ਜਾਂ ਦੂਜੇ ਨੂੰ ਹੈਗੀ ਆ, ਤੇ ਸਾਨੂੰ ਲੋੜ ਹੈਗੀ ਹੈ ਵੀ ਉਹਦੇ 'ਚ ਸਾਰੀਆਂ ਤਕਨੀਕਾਂ ਨੂੰ ਜੋੜ ਕੇ ਅਪਣਾਉਣ ਦੀ।
ਉਹਨਾਂ 'ਚੋਂ ਸਭ ਤੋਂ ਪਹਿਲਾਂ ਤਾਂ ਇਹ ਵੀ ਸਾਡੀ ਜਿੱਦਾਂ ਇੱਕ ਸਿਫਾਰਿਸ਼ ਹੁੰਦੀ ਹੈ ਵੀ ਆਪਾਂ ਇੱਕ ਜਦੋਂ ਵਾਈਟ ਫਲਾਈ ਆਈ ਸੀ ਤੇ ਉਸ ਤੋਂ ਬਾਅਦ ਵੀ ਅਸੀਂ ਇੱਕ ਦਿੱਤੀ ਕੋਸ਼ਿਸ਼ ਕੀਤੀ ਹੈ ਦੂਜੇ ਨੂੰ ਵੀ ਜਦੋਂ ਵਾਈਟ ਫਲਾਈ ਆਈ ਸੀ ਉਦੋਂ ਤਕਰੀਬਨ 300 ਤਰ੍ਹਾਂ ਦੇ BT ਕਾਟਨ ਹਾਈਬ੍ਰਿਡ ਜਿਹੜੇ ਪੰਜਾਬ 'ਚ ਵਿਕਦੇ ਪਏ ਸੀਗੇ। ਉਹਨਾਂ 'ਚੋਂ ਹਾਲਾਂਕਿ ਰਸ ਚੂਸਣ ਵਾਲੇ ਕੀੜਿਆਂ ਦੇ ਉੱਤੇ BT ਨੇ ਕੋਈ ਪ੍ਰਭਾਵ ਨਹੀਂ ਪਾਉਣਾ, ਸਿਰਫ ਸੁੰਡੀ ਨੂੰ ਰੋਕਣਾ, ਪਰ ਅਸੀਂ ਇਹ ਦੇਖਿਆ ਵੀ ਕੁਝ ਕਿਸਮਾਂ ਇਹੋ ਜਿਹੀਆਂ ਸੀਗੀਆਂ ਜਿਨ੍ਹਾਂ ਦੇ ਵਿਚਕਾਰ ਚਿੱਟਾ ਮੱਛਰ ਜ਼ਿਆਦਾ ਆਉਂਦਾ ਸੀਗਾ। ਅਸੀਂ ਉਹਦੀ ਚੋਣ ਕੀਤੀ ਔਰ 40 ਤੋਂ ਲੈ ਕੇ 50 ਤੱਕ ਹਾਈਬ੍ਰਿਡ ਜਿਹੜੇ ਲਿਸਟ ਦਿੱਤੇ। ਹਰ ਸਾਲ ਹੀ ਅਸੀਂ ਯੂਨੀਵਰਸਿਟੀ ਵੱਲੋਂ ਫਰਵਰੀ ਦੇ 'ਚ ਇੱਕ ਮੀਟਿੰਗ ਕਰਕੇ ਸਾਰੇ ਆਪਾਂ ਜਿਹੜੇ ਵੀ ਕੰਪਨੀਆਂ ਦੇ ਡਿਫਰੈਂਟ BT ਕਾਟਨ ਹਾਈਬ੍ਰਿਡ ਨੇ ਉਹਨਾਂ ਦੀ ਅਸੀਂ ਟੈਸਟਿੰਗ ਕਰਦੇ ਹਾਂ। ਪੰਜਾਬ, ਹਰਿਆਣਾ, ਰਾਜਸਥਾਨ ਦੀ ਜੁਆਇੰਟ ਟੀਮ ਕਰਦੀ ਹੈ। ਮਤਲਬ ਬੀਜ ਵੀ ਮਾੜਾ ਆ ਜਾਂਦਾ ਕਈ ਵਾਰੀ? ਨਹੀਂ, ਬੀਜ ਨਹੀਂ, ਜਿਹੜੀਆਂ ਕਿਸਮਾਂ ਅਲੱਗ-ਅਲੱਗ ਆਈਆਂ ਨੇ ਉਹਨਾਂ 'ਚੋਂ ਦੇਖਦੇ ਹਾਂ ਵੀ ਪੈਸਟ ਦਾ ਰਿਐਕਸ਼ਨ ਦੇਖਿਆ ਜਾਵੇ, ਇਹ ਤੇ ਕਿਹੜੀ ਕਿਸਮ ਦੇ ਉੱਤੇ ਲੀਫ ਕਰਲ ਜ਼ਿਆਦਾ ਆਈ ਹੈ, ਕਿਹੜੀ ਦੇ ਵਾਈਟ ਫਲਾਈ ਜ਼ਿਆਦਾ ਹੈ, ਕਿਸੇ ਦੇ ਹੋਰ ਕੀੜਾ ਆਇਆ। ਉਹਨਾਂ ਦੇ ਵਿੱਚੋਂ ਜਿਹੜੀਆਂ 150-200 ਵੈਰਾਈਟੀਆਂ ਦੇ ਵਿੱਚੋਂ ਅਸੀਂ 40 ਵੈਰਾਈਟੀਆਂ ਜਾਂ 35 ਵੈਰਾਈਟੀਆਂ ਅਸੀਂ ਰਿਕਮੈਂਡ ਕਰਦੇ ਹਾਂ। ਉਹਦਾ ਇੱਕ ਬਕਾਇਦਾ ਡਿਪਾਰਟਮੈਂਟ ਐਗਰੀਕਲਚਰ ਨੂੰ ਅਸੀਂ ਸਿਫਾਰਿਸ਼ ਕਰ ਦਿੰਦੇ ਹਾਂ, ਯੂਨੀਵਰਸਿਟੀ ਵੱਲੋਂ ਭੇਜੀ ਜਾਂਦੀ ਲਿਸਟ। ਮਾਰਚ 'ਚ ਜਾਂ ਅਪ੍ਰੈਲ ਦੇ ਵਿਚਕਾਰ ਉਹਦੀ ਲਿਸਟ ਜਿਹੜੀ ਆ ਸ਼ਨੀਵਾਰ ਜਾਂ ਐਤਵਾਰ ਨੂੰ ਅਖਬਾਰਾਂ ਦੇ ਵਿਚਕਾਰ ਅਜੀਤ, ਪੰਜਾਬੀ ਟ੍ਰਿਬਿਊਨ, ਇਹਨਾਂ ਅਖਬਾਰਾਂ 'ਚ ਇੱਕ ਇਸ਼ਤਿਹਾਰ ਦਿੱਤਾ ਜਾਂਦਾ। ਆਹ ਯੂਨੀਵਰਸਿਟੀ ਵੱਲੋਂ ਕਿਸਮਾਂ ਨੇ ਸਿਫਾਰਿਸ਼ ਜਿਹੜੀਆਂ ਨੇ ਕੋਸ਼ਿਸ਼ ਕੀਤੀ ਹੈ ਪਿਛਲੇ 5 ਸਾਲਾਂ ਦੀ ਜੀ ਇਹੋ ਹੀ BT ਕਾਟਨ ਹਾਈਬ੍ਰਿਡ ਜਿਹੜੇ 300 ਤਰ੍ਹਾਂ ਦੇ BT ਕਾਟਨ ਹਾਈਬ੍ਰਿਡ ਆਪਣੇ ਮਿਲਦੇ ਪਏ ਸੀ, ਹੁਣ ਉਹ 40-50 ਤਰ੍ਹਾਂ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਆਹ ਕੰਪਨੀ ਦੇ ਤੇ ਆਹ ਹਾਈਬ੍ਰਿਡ ਜਿਹੜੇ ਬੀਜਣੇ ਨੇ। ਕਿਉਂਕਿ ਮੈਂ ਮੰਨਦਾ ਹੈਗਾ ਜਾਂ ਦੂਜੇ ਨੂੰ ਵੀ ਕੀੜੇ ਮਕੌੜੇ ਨੂੰ ਜੇ ਰੋਕਣਾ ਸਭ ਤੋਂ ਪਹਿਲਾਂ ਉਹਦਾ ਆਧਾਰ ਇਹ ਹੈਗਾ ਜਾਂ ਦੂਜੇ ਨੂੰ ਵੀ ਸਾਨੂੰ ਜੇ ਕਿਸਮ ਕੋਈ ਰਜਿਸਟੈਂਟ ਮਿਲ ਜੇ, ਜਿੱਦਾਂ ਕੋਈ BT ਆ ਗਈ ਨਰਮੇ ਵਾਸਤੇ, ਜੇ ਨਹੀਂ ਰਜਿਸਟੈਂਟ ਹੈਗੀ ਤਾਂ ਸਾਨੂੰ ਕੋਈ ਟੋਲਰੈਂਟ ਕਿਸਮ ਇਹੋ ਜਿਹੀ ਲੈਣੀ ਚਾਹੀਦੀ ਜਾਂ ਦੂਜੇ ਨੂੰ ਜਿਹਦੇ ਤੇ ਪ੍ਰਤੀ ਸਹਿਣ ਸ਼ਕਤੀ ਹੈਗੀ ਆ ਕੀੜੇ ਮਕੌੜੇ ਜਿੱਤੇ ਘੱਟ ਪੈਣ। ਹੁਣ ਨਰਮੇ ਦੇ 'ਚ ਦੇਖਦੇ ਆ ਵੀ ਅਸੀਂ ਦੇਖਦੇ ਚਿੱਟਾ ਮੱਛਰ ਜੇ ਜ਼ਿਆਦਾ ਆਉਣਾ ਤਾਂ ਅਸੀਂ ਇਹ ਦੇਖਿਆ ਚੀਜ਼ ਅਧਿਐਨ ਕੀਤਾ ਜੋ ਸਟੱਡੀ ਦੇ ਦੌਰਾਨ ਵੀ ਜਿਹੜੀਆਂ ਕਿਸਮਾਂ ਜਿਨ੍ਹਾਂ ਦੇ ਪੱਤੇ ਦੀ ਛਤਰੀ ਆਪਾਂ ਦੇਖਦੇ ਨਰਮੇ 'ਚ ਥੱਲੜੀ ਛਤਰੀ ਆ, ਵਿਚਕਾਰਲੀ, ਉੱਪਰਲੀ ਛਤਰੀ, ਤਿੰਨਾਂ ਛਤਰੀਆਂ 'ਚ ਜਦੋਂ ਨਰਮੇ ਦਾ ਬੂਟਾ ਗਾਂ 2-2.5 ਮਹੀਨੇ ਦਾ ਹੋ ਜਾਂਦਾ ਤਾਂ ਇੰਟਰਮਿੰਗਲਿੰਗ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਇਹ ਅੰਬਰੇਲੇ ਦੀ ਤਰ੍ਹਾਂ, ਛਤਰੀ ਦੀ ਤਰ੍ਹਾਂ ਬਣ ਜਾਂਦਾ ਹੈਗਾ। ਬਿਲਕੁਲ, ਨਾ ਤਾਂ ਧੁੱਪ ਲਾਈਟ ਜਾਂਦੀ ਹੈ, ਕੱਦ ਉਹਦਾ ਵੱਧਦਾ ਜਾਂਦਾ, ਕਈ ਵਾਰੀ ਟਿੰਡੇ ਵੀ ਘੱਟ ਲੱਗਦੇ ਨੇ। तो ਅਸੀਂ ਕਿਹਾ ਵੀ ਇੱਕ ਤਾਂ ਸਪੇਸਿੰਗ ਉਹਦੀ ਪ੍ਰੋਪਰ ਹੋਣੀ ਚਾਹੀਦੀ ਹੈ, ਜਿਹੜੀ 67 ਬਾਈ 75 ਸੈਂਟੀਮੀਟਰ ਦੀ ਸਪੇਸਿੰਗ ਹੈ। ਕਈ ਵਾਰੀ ਆਪਾਂ ਡਰਿਲ ਨਾਲ ਬੀਜਦੇ ਨਾ, ਅਸੀਂ ਨਾਰਮਲੀ 2 ਪੈਕਟ ਦੀ ਸਿਫਾਰਿਸ਼ ਕਰਦੇ ਹਾਂ, ਜ਼ਿਮੀਂਦਾਰ 3 ਜਾਂ 4 ਪੈਕਟ ਹੀ ਪਾਉਂਦਾ, ਸੰਘਣੇ ਬੀਜਦੇ ਨੇ, ਵਾਧੂ ਬੀਜਦੇ ਨੇ। ਇੱਕ ਤਾਂ ਉਹ ਆ ਵੀ ਜਿੰਨਾ ਸੰਘਣਾ ਸਿੱਧਾ ਕਰਨ ਨੂੰ ਦਿਲ ਨਹੀਂ ਕਰਦਾ ਸਾਡਾ, ਕਿਉਂਕਿ ਫਿਰ ਸਾਨੂੰ ਉਦੋਂ ਨਹੀਂ ਵੀ ਉਦੋਂ ਬੂਟਾ ਕਿਉਂਕਿ ਜਿਹੜੇ ਨੇੜੇ ਨੇ ਸਪੇਸਿੰਗ ਦੇ ਕਰਕੇ ਉਹਦੇ 'ਚ ਮਾਈਕਰੋ ਕਲਾਈਮੇਟ ਚੇਂਜ ਦਾ ਛਤਰੀ ਜਦੋਂ ਫਸਦੀ ਆ, ਇੱਕ ਤਾਂ ਉਹਨੂੰ ਧੁੱਪ ਲਾਈਟ ਨਹੀਂ ਮਿਲੀ ਤੇ ਥੱਲੇ ਹਿਊਮਿਡ ਕੰਡੀਸ਼ਨ ਰਹਿਣਗੀਆਂ ਤੇ ਵਾਈਟ ਫਲਾਈ ਦੇ ਬਿਲਡਅਪ ਲਈ ਉਹਨੂੰ ਵੱਧ ਮੌਕਾ ਮਿਲੇਗਾ, ਗੁਲਾਬੀ ਸੁੰਡੀ ਨੂੰ ਵੀ ਵਧਣ ਦਾ ਮੌਕਾ ਮਿਲੇਗਾ। ਦੂਸਰਾ ਜਿਹੜਾ ਉਹਦੇ 'ਚ ਹੈਗਾ ਵੀ ਸਪੇਸਿੰਗ ਦਾ ਜਿਹੜੀ ਉਹ ਪੱਤੇ 'ਚ ਪੱਤੇ ਛਤਰੀ ਫਸ ਗਈ ਤੇ ਅੰਬਰੇਲੇ ਦੀ ਤਰ੍ਹਾਂ ਛਤਰੀ ਵਾਂਗੂ ਬਣ ਗਿਆ, ਉਹਦੇ ਵਿਚਕਾਰ ਦਵਾਈ ਜਦੋਂ ਸਪਰੇਅ ਕਰਨੀ ਆ ਉਹ ਵੀ ਥੱਲੇ ਨਹੀਂ ਜਾਣੀ, ਉੱਪਰ ਛਤਰੀ ਤੇ ਪੈ ਜੂ, ਦਵਾਈ ਥੱਲੇ ਨਹੀਂ ਪੈਣੀ। ਸੋ ਅਸੀਂ ਕਿਸਮਾਂ ਉਹ ਚੁਣੀਆਂ ਵੀ ਜਿਹੜਾ ਖੜਵਾ ਪੱਤਾ ਜਿਹੜਾ ਹੈਗਾ ਉਹ ਕਿਸਮਾਂ ਲਈਆਂ ਜਾਣ ਜਾਂ ਦੂਜੇ ਨੂੰ, ਕਿਉਂਕਿ ਉਹਦਾ ਜਿਹੜਾ ਪੱਤਾ ਖੜਵਾ, ਪੰਜਾਬੀ ਜਿੱਦਾਂ ਕਹਿੰਦੇ ਨੇ ਕਈ ਕੁੱਤਿਆਂ ਦੇ ਕੰਨ ਜਿਹੜੇ ਡਰੂਪਿੰਗ ਹੁੰਦੇ ਨੇ, ਕਈਆਂ ਦੇ ਸਿੱਧੇ ਖੜਵੇਂ ਹੁੰਦੇ ਨੇ, ਤਾਂ ਜਦੋਂ ਖੜਵਾ ਹੋਏਗਾ ਤਾਂ ਉਹਦੇ 'ਚ ਧੁੱਪ ਲਾਈਟ ਵੀ ਜਾਏਗੀ ਤੇ ਜੇ ਹਿਊਮਿਡਿਟੀ ਨਹੀਂ ਤੇ ਚਿੱਟਾ ਮੱਛਰ ਘਟੂਗਾ। ਦੂਸਰਾ ਇਹਦੇ 'ਚ ਸਪਰੇਅ ਕਰਾਂਗੇ ਤਾਂ ਸਪਰੇਅ ਵੀ ਥੱਲੇ ਤੱਕ ਜਾਊਗੀ ਤਾਂ ਉਹਦਾ ਕੰਟਰੋਲ ਵੀ ਬੈਟਰ ਆਏਗਾ ਜਾਂ ਦੂਜੇ ਨੂੰ। ਸੋ ਉਹਨਾਂ ਕਿਸਮਾਂ ਨੂੰ ਅਸੀਂ ਚੁਣਿਆ ਜਿਨ੍ਹਾਂ ਦੇ ਉੱਤੇ ਲੀਫ ਕਰਲ ਵੀ ਘੱਟ ਆਉਂਦੀ, ਪੱਤਾ ਮਰੋੜੇ ਬਿਮਾਰੀ ਵੀ ਘੱਟ ਆਉਂਦੀ ਹੈ, ਵਾਈਟ ਫਲਾਈ ਵੀ ਘੱਟ ਆਉਂਦੀ ਹੈ ਜਾਂ ਦੂਜੇ ਨੇ ਗਿਆ, ਤਾਂ ਕਿ ਉਹ ਕਿਸਮਾਂ ਦਿੱਤੀਆਂ ਜਾਣ। ਇਸ ਵਾਰੀ ਹੁਣ ਸਾਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਕਿ ਇਹਨਾਂ ਵੈਰਾਈਟੀਆਂ 'ਚੋਂ ਆਉਂਦੀ ਤਾਂ ਹਰੇਕ ਤੇ ਆ ਗੁਲਾਬੀ ਸੁੰਡੀ ਵੀ, ਪਰ ਉਹ ਕਿਸਮਾਂ ਚੁਣੀਆਂ ਜਾਣ ਜਾਂ ਦੂਜੇ ਨੂੰ ਸਾਡਾ ਅਧਿਐਨ ਚੱਲਦਾ ਪਿਆ ਵੀ ਜਿਹੜੀਆਂ ਕਿਸਮਾਂ ਘੱਟ ਆਇਆ ਜਿਨ੍ਹਾਂ ਤੇ ਇਸ ਸਾਲ ਹਮਲਾ ਜਾਂ ਦੂਜੇ ਨੇ ਖਾਸ ਤੌਰ ਤੇ ਬਠਿੰਡੇ ਮਾਨਸਾ ਦੀ ਉਹ ਕਿਸਮਾਂ ਨੂੰ ਆਪਾਂ ਅੱਗੇ ਦਿੱਤਾ ਜਾਵੇ ਤਾਂ ਕਿ ਜਿਹਦੇ 'ਚ ਮਾੜੀ ਮੋਟੀ ਟੋਲਰੈਂਸ ਹੈਗੀ ਆ ਜਾਂ ਦੂਜੇ ਨੂੰ ਹੈਗੀ ਉਹ ਦਿੱਤੀਆਂ ਜਾਣ ਜਾਂ ਦੂਜੇ ਨੂੰ ਹੈਗੀ ਆ। ਸੋ ਉਹ ਇੱਕ ਤਾਂ ਇਹ ਕੋਸ਼ਿਸ਼ ਹੈਗੀ ਆ। ਦੂਸਰਾ ਜਿਹੜਾ ਹੈਗਾ ਸੀ ਅਸੀਂ ਦੇਖਿਆ ਕਿ ਜਿੱਦਾਂ ਵਾਈਟ ਫਲਾਈ ਵਾਸਤੇ ਸੀ ਵੀ ਇੱਕ ਨਿੰਮ ਐਕਸਟ੍ਰੈਕਟ ਜਿਹੜਾ ਹੁੰਦਾ ਸੀ, ਲੋਕਾਂ 'ਚ ਕਾਫੀ ਲੋਕ ਥੋੜ੍ਹੇ ਲੋਕ ਯੂਜ਼ ਕਰ ਰਹੇ ਸੀਗੇ। ਉਹਦੇ 'ਚ ਆਪਾਂ 16 'ਚ ਸਟੈਂਡਰਡਾਈਜ਼ ਕੀਤੀ ਤਕਨੀਕ, ਉਹਦੇ 'ਚ ਅਸੀਂ ਕੀਤਾ ਵੀ PAU ਨੀਮ, ਉਹਦਾ ਨਾਂ ਦਿੱਤਾ PAU ਨੀਮ ਐਕਸਟ੍ਰੈਕਟ, ਉਹ ਪੈਕੇਜ ਪ੍ਰੈਕਟਿਸ ਦੇ 'ਚ ਅਸੀਂ ਦੇ ਦਿੱਤਾ ਹੈਗਾ ਲੋਕਾਂ ਵਾਸਤੇ। ਆਮ ਕਿਚਨ ਗਾਰਡਨਿੰਗ 'ਚ ਵੀ ਜਿਹੜਾ ਵੀ ਕੋਈ ਸਬਜ਼ੀ ਗਰੋ ਕਰਦਾ ਜਾਂ ਦੂਜੇ ਨੂੰ ਉੱਥੇ ਹੀ ਵਰਤ ਸਕਦੇ ਹੈਗੇ। ਸੋ ਚਿੱਟਾ ਮੱਛਰ, ਹਰਾ ਤੇਲਾ ਉਹਨੂੰ ਕਾਫੀ ਹੱਦ ਤੱਕ ਰੋਕ ਕੇ ਰੱਖਦਾ। ਇੱਕ ਤਾਂ ਕਮਰਸ਼ੀਅਲੀ ਬਾਇਓਪੈਸਟੀਸਾਈਡ, ਨੀਮ ਬੇਸਡ ਬਾਇਓਪੈਸਟੀਸਾਈਡ ਮਾਰਕੀਟ 'ਚ ਮਿਲਦੇ ਨੇ, ਨਿੰਬਿਸਡੀਨ ਆ ਚੂਗ ਦੇ ਨਾਂ ਤੇ 1 ਲੀਟਰ ਪ੍ਰਤੀ ਏਕੜ ਉਹਦੀ ਵੀ ਆਪਾਂ ਸਿਫਾਰਿਸ਼ ਕੀਤੀ। ਪਰ ਕੋਈ ਕਹਿੰਦਾ ਵੀ ਮੈਂ ਖਰਚਾ ਨਹੀਂ ਕਰਨਾ ਜਾਂ ਦੂਜੇ ਨੂੰ ਹੈਗਾ ਮੈਂ ਇਹਦੇ 'ਚ ਹੀ ਕਰੂੰਗਾ ਜਾਂ ਦੂਜੇ ਨੂੰ, ਤਾਂ ਉਹਦੇ ਵਾਸਤੇ ਹੈਗਾ ਵੀ ਜਦੋਂ ਵਾਈਟ ਫਲਾਈ ਜਾਂ ਜੈਸਡ ਤੇਲ ਨੂੰ ਰੋਕਣਾ ਹੈਗਾ ਤਾਂ ਉਹਦੀ ਰੋਕਥਾਮ ਵਾਸਤੇ 4 ਕਿਲੋ ਨਿੰਮ ਦੀਆਂ ਨਮੋਲੀਆਂ ਦੇ ਪੱਤੇ ਇਹ ਲੈ ਲੈਣੇ, 10 ਲੀਟਰ ਪਾਣੀ ਦੇ ਵਿੱਚ ਪਾ ਲੈਣੇ। ਇਹ ਇੱਕ ਘੋਲ ਬਣ ਜਾਣਾ ਖੁੱਲ੍ਹੇ ਭਾਂਡੇ 'ਚ ਜਾਂ ਜਿੱਦਾਂ ਲੋਕਾਂ ਕੋਲ ਪੀਪਾ ਹੁੰਦਾ ਜਾਂ ਖੁੱਲ੍ਹਾ ਭਾਂਡਾ ਹੈਗਾ ਪਿੰਡ 'ਚ ਉੱਥੇ ਰੱਖਿਆ, ਉਹਦੇ ਢੋਲ ਕੋ ਰੱਖ ਲਿਆ, ਉਹਦੇ ਥੱਲੇ ਅੱਗ ਲਾ ਕੇ ਬੋਇਲ ਕਰ ਦੇਣਾ। ਜਦੋਂ ਉਬਲਣਾ ਸ਼ੁਰੂ ਹੋ ਜਾਣਾ, ਹੁਣ ਕਿਸੇ ਨੇ ਸੇਕ ਤੇਜ਼ ਦਿੱਤਾ ਤਾਂ ਜਲਦੀ ਉਬਲ ਜਾਣਾ, ਕਿਸੇ ਨੇ ਲੇਟ ਰੱਖਿਆ ਸੇਕ ਤਾਂ ਉਹਦੇ ਘੱਟ ਉਬਲਣਾ,
ਜਦੋਂ ਉਬਲਣਾ ਸ਼ੁਰੂ ਹੋਣਾ ਉਸ ਤੋਂ ਬਾਅਦ ਅੱਧਾ ਘੰਟਾ ਬੋਇਲ ਕਰਨਾ ਉਹਨੂੰ ਇਸ ਕੋਲ ਨੂੰ 4 ਲੀਟਰ। ਹੁਣ ਜਿੱਥੇ ਕਿਤੇ ਤੇਜ਼ ਸੇਕ 'ਚ ਕੀਤਾ ਜਾਂ ਘੱਟ ਹਲਕਾ ਕੀਤਾ ਪਾਣੀ ਉੱਥੇ, ਤਾਂ ਤਕਰੀਬਨ ਉਹਦੇ 'ਚੋਂ 10 ਲੀਟਰ ਪਾਣੀ 'ਚ 4 ਕਿਲੋ ਇਹ ਪਾਇਆ ਸੀ ਨਿੰਮ ਦੀਆਂ ਨਮੋਲੀਆਂ ਜਾਂ ਘੋਲ ਬਣਾਇਆ ਸੀ ਨਾ ਜਿਹੜਾ, ਇਹਦੇ 'ਚ ਤਕਰੀਬਨ 4 ਤੋਂ ਲੈ ਕੇ 5 ਲੀਟਰ ਪਾਣੀ ਰਹਿ ਜਾਣਾ। ਬਾਕੀ ਅੱਧਾ ਘੰਟਾ ਜਦੋਂ ਉਹਦਾ ਬੋਇਲ ਹੋ ਜਾਣਾ, ਜਦੋਂ ਇੰਨਾ ਕੁ ਪਾਣੀ ਰਹਿ ਜਾਣਾ, ਉਹਨੂੰ ਠੰਡਾ ਹੋਣ ਦੇਣਾ, ਕੱਪੜ ਛਾਣ ਕਰ ਲੈਣਾ ਦੂਰੇ ਕੱਪੜੇ 'ਚ, ਤਾਂ ਕਿ ਉਹ ਕਿਤੇ ਪੱਤੀ ਪੁੱਤੀ ਜਾ ਕੇ ਨੋਜ਼ਲ ਦੇ ਜਾ ਕੇ ਬੰਦ ਨਾ ਹੋ ਜੇ। ਉਹਨੂੰ ਫਿਰ ਆਪਾਂ 100 ਲੀਟਰ ਪਾਣੀ 'ਚ ਘੋਲ ਕੇ ਜਿਹੜਾ ਕਿੱਲੇ ਦੇ ਹਿਸਾਬ ਨਾਲ ਜਾਂ ਦੂਜੇ ਨੂੰ ਕਰ ਸਕਦੇ। ਉਹ ਘਰਾਂ 'ਚ ਤੁਸੀਂ ਕਿਚਨ ਗਾਰਡਨਿੰਗ ਤੇ ਜਾਂ ਦੂਜੇ ਦੇ ਕਰਦੇ ਮਾੜੀ ਮੋੜ ਕਿਤੇ ਕਿਸੇ ਦੇ ਕੀੜਾ ਮਕੌੜਾ ਜਿਹੜਾ ਆ ਉਹ ਤੋਂ ਵੀ ਰਾਹਤ ਮਿਲੇਗੀ। ਤਕਰੀਬਨ 7 ਦਿਨ ਵਧੀਆ ਉਹਨੂੰ ਕੰਟਰੋਲ ਕਰਦਾ ਹੈਗਾ। ਤਾਂ 7 ਦਿਨਾਂ ਬਾਅਦ ਦੁਬਾਰਾ ਤੁਸੀਂ ਫਿਰ ਜਿੱਦਾਂ ਨਿੰਮ ਹੁੰਦੀ ਹੈ ਜਾਂ ਦੂਜੇ ਦਾ ਘੋਲ ਬਣਾ ਕੇ ਦੁਬਾਰਾ ਫਿਰ ਵਰਤ ਸਕਦੇ। ਇਹਦੇ ਖਰਚਾ ਕੋਈ ਨਹੀਂ ਹੈਗਾ, ਬਸ ਉਹਦਾ ਜਿਹੜਾ ਤੁਸੀਂ ਕਹਿ ਲਓ ਵੀ 40-50 ਰੁਪਏ ਲੱਗਣਗੇ ਜਿਹੜੇ ਉਹਦੀ ਅੱਗ ਬਾਲਣੀ ਆ ਜਾਂ ਦੂਜੇ ਨੂੰ, ਉਹ ਤਾਂ ਫਿਰ ਅੱਗ ਅਸੀਂ ਉਹੀ ਬਾਲ ਲਾਂਗੇ ਨਾ ਛਟੀਆਂ ਵਾਲੀ ਜਾਂ ਦੂਜੇ ਹੈਗਾ ਜੀ, ਹੈਨਾ। ਨਹੀਂ ਬਿਲਕੁਲ ਡਾਕਟਰ ਸਾਹਿਬ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਆਖਿਰ ਤੇ ਤੁਸੀਂ ਕੋਈ ਸੁਨੇਹਾ ਜਾਂ ਕੋਈ ਗੱਲ ਜਿਹੜੇ ਤੁਹਾਡੇ ਮਨ ਦੇ ਵਿੱਚ ਹੋਵੇ ਸਿੱਧੇ ਤੌਰ ਤੇ ਕਿਸਾਨਾਂ ਨਾਲ ਕਰਨੀ ਚਾਹੁੰਦੇ ਹੋ? 2-3 ਨੁਕਤੇ ਨੇ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹੜੇ ਜ਼ਿਮੀਂਦਾਰਾਂ ਨੂੰ ਅਗਲੇ ਸਾਲ ਨੂੰ ਗੁਲਾਬੀ ਸੁੰਡੀ ਨੂੰ ਠੱਲ ਪਾਉਣ ਵਾਸਤੇ ਜਾਂ ਚਿੱਟਾ ਮੱਛਰ ਵੀ ਸਾਡਾ ਨਾ ਆਵੇ। ਪਹਿਲੀ ਤਾਂ ਗੱਲ ਇਹ ਆ, ਕੋਸ਼ਿਸ਼ ਕਰੀਏ ਆਪਾਂ ਜਿਹੜੀਆਂ ਸਿਫਾਰਿਸ਼ ਕਿਸਮਾਂ ਯੂਨੀਵਰਸਿਟੀ ਵੱਲੋਂ ਦੱਸੀਆਂ ਜਾਂਦੀਆਂ ਨੇ, ਕਿਸਮ BT ਕਾਟਨ ਦੀ ਹਾਈਬ੍ਰਿਡ ਆ, ਉਹੋ ਇਹਦੇ ਆਪਾਂ ਉਹਦੀ ਬਿਜਾਈ ਕਰੀਏ। ਦੂਸਰਾ, ਟਾਈਮਲੀ ਸੋਇੰਗ ਜਿਹੜੀ ਉਹਦੀ ਬਿਜਾਈ ਜਿਹੜੀ ਸਮੇਂ ਸਿਰ ਤੇ ਕਰ ਦਿੱਤੀ ਜਾਵੇ। ਉਹਨਾਂ 'ਚ ਜਿਹੜੀ ਹੁੰਦੀ ਹੈ ਵੀ 15 ਮਈ ਤੱਕ ਮੈਕਸਿਮਮ ਟਾਈਮ ਹੈ। ਕੋਸ਼ਿਸ਼ ਕਰੋ ਵੀ ਜੇ ਮਈ ਦੇ ਪਹਿਲੇ ਹਫਤੇ ਜਾਂ ਅਪ੍ਰੈਲ ਦੇ ਲਾਸਟ ਹਫਤੇ, ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਪਿਛਲੇ ਸਾਲਾਂ 'ਚ ਵੀ ਕੀਤੀ ਹੈ, ਇਸ ਸਾਲ ਵੀ ਹੈਗਾ, ਗਵਰਨਮੈਂਟ ਨੂੰ ਵੀ ਲਿਖ ਕੇ ਭੇਜਿਆ ਹੈਗਾ ਜਾਂ ਦੂਜੂ ਨੇ ਹੈਗਾ, ਤਿੰਨਾਂ ਸਟੇਟਾਂ ਦੇ ਜਾਂ ਦੂਜੂ ਨੇ ਹੈਗਾ ਵੀ ਪਾਣੀ ਦਾ ਜਿਹੜਾ ਹੈਗਾ ਵੀ ਜਦੋਂ ਕਣਕ ਵੱਢੀ ਜਾਂਦੀ ਹੈ ਤੇ ਪਾਣੀ ਜਿਹੜਾ ਨਹਿਰਾਂ ਦੇ ਵਿੱਚੋਂ ਟਾਈਮਲੀ ਦਿੱਤਾ ਜਾਵੇ, ਕਿਉਂਕਿ 2-3 ਪਾਣੀ ਲੱਗ ਕੇ ਉਸ ਤੋਂ ਬਾਅਦ ਹੀ ਜਾ ਕੇ ਰੌਣੀ ਕਰਕੇ ਖੇਤ 'ਚ ਤਾਂ ਹੀ ਜਾ ਕੇ ਨਰਮਾ, ਜੇ ਹੁਣ ਕਿਸੇ ਨੇ 10 ਕਿੱਲੇ ਨਰਮਾ ਬੀਜਣਾ ਤੇ ਜੇ ਕਹੋ ਵੀ ਇੱਕੋ ਪਾਣੀ ਦੀ ਵਾਰੀ ਦੀ 'ਚ ਉਹ ਸਾਰਾ 10 ਕਿੱਲੇ ਬੀਜ ਲੂਗਾ ਤੇ ਪੋਸੀਬਲ ਨਹੀਂ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੇ ਦੂਜੇ ਨੇ ਹੈਗਾ ਵੀ ਤੁਹਾਡੇ 20 ਅਪ੍ਰੈਲ ਤੋਂ ਬਾਅਦ ਜਿਹੜਾ ਪਾਣੀ ਤੁਹਾਨੂੰ ਮਿਲ ਜੇ ਜਾਂ ਦੂਜੇ ਨੇ ਹੈਗਾ, ਤਾਂ ਕਿ ਉਹ 15 ਤਰੀਕ ਤੱਕ ਜਿਹੜੇ 2-3 ਹਫ਼ਤਿਆਂ 'ਚ ਵਾਰੀ ਜਦੋਂ ਆਉਂਦੀ ਹੈ ਤੁਹਾਡੀ, ਤਾਂ ਉਹਦੇ 'ਚ ਅਸੀਂ ਬਿਜਾਈ ਕਰ ਸਕੀਏ। ਕਿਉਂਕਿ ਸਮੇਂ ਸਿਰ ਬਿਜਾਈ ਕੀਤੀ ਜਾਂ ਦੂਜੇ ਨੂੰ ਉਨਾ ਹੀ ਹਮਲਾ ਜਿਹੜਾ ਉਹਦਾ ਘੱਟ ਹੋਏਗਾ, ਔਰ ਇੱਕੇ ਸਮੇਂ ਦੇ ਉੱਤੇ ਜੇ ਹੋ ਜੇ ਸਾਰਿਆਂ ਦੀ ਇਕੱਠੀ ਹੈਗਾ, ਕਿਉਂਕਿ ਔਰ ਦੂਸਰਾ ਜਿਹੜਾ ਇੱਕ ਸਮੇਂ ਸਿਰ ਬਿਜਾਈ। ਤੀਸਰਾ ਜਿਹੜਾ ਇੰਪੋਰਟੈਂਟ ਉਹਦੇ 'ਚ ਮੁੱਦਾ ਹੈਗਾ ਵੀ ਜਿਹੜਾ ਉਹਦੇ ਤੁਹਾਡੀ ਹੈ ਛਟੀਆਂ ਦੇ ਢੇਰ ਨੇ ਜਾਂ ਦੂਜੇ ਨੂੰ ਫਰਵਰੀ ਮਾਰਚ ਤੱਕ ਆਪਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੋ ਦੂਜੇ ਨੂੰ ਹੈਗਾ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਕਿ ਆਪਾਂ ਜੇ ਉਹ ਅਰੇਂਜਮੈਂਟ ਕਰ ਲਾਂਗੇ 50% ਜੰਗ ਅਸੀਂ ਇੱਥੇ ਜਿੱਤ ਜਾਣੀ ਹੈਗੀ ਆ। ਫਿਰ ਉਸ ਤੋਂ ਬਾਅਦ ਜਿਹੜੀ ਹੈ ਕਿ ਅਸੀਂ ਸਮੇਂ-ਸਮੇਂ ਦੇ ਉੱਤੇ ਅਖਬਾਰਾਂ 'ਚ ਇਸ਼ਤਿਹਾਰ ਜਾਂ ਦਿੰਦੇ ਰਹਿੰਦੇ ਆ ਜਾਂ ਦੂਜੇ ਨੂੰ ਦਵਾਈਆਂ ਨੇ ਜਾਂ ਦੂਜੇ ਨੂੰ ਹੈਗੀ, ਉਹ ਸਾਨੂੰ ਆਪਾਂ ਸਰਵੇਖਣ ਕਰਦੇ ਸ਼ੁਰੂ ਹੋਈਏ। ਔਰ ਜਿੱਦਾਂ ਤੁਸੀਂ ਝੋਨਾ ਵੇਚ ਕੇ ਵਿਹਲੇ ਹੋਏ ਮਤਲਬ ਬੀਜ ਕੇ ਵਿਹਲੇ ਹੋਏ ਜਾਂ ਦੂਜੇ ਨੂੰ ਹੈਗਾ ਨਾਲ ਹੀ ਉਧਰ ਬਰਸਾਤ ਦਾ ਮੌਸਮ ਆਉਂਦਾ, ਫੁੱਲ ਨਿਕਲਣੇ ਸ਼ੁਰੂ ਹੋਏ ਤੁਹਾਡੇ 2 ਮਹੀਨੇ ਦੇ, ਉਹਨਾਂ ਦਾ ਇੰਸਪੈਕਸ਼ਨ ਕਰਦੇ ਰਹੀਏ, ਟਿੰਡੇ ਨੂੰ ਵੀ ਤੋੜ ਕੇ ਦੇਖਦੇ ਰਹੀਏ 10-15 ਦਿਨਾਂ ਬਾਅਦ ਵੀ ਭਾਈ ਉਹਦੇ 'ਚ ਸੁੰਡੀ ਤੇ ਨਹੀਂ ਹੈਗੀ। ਜੇ ਸੁੰਡੀ ਹੈਗੀ ਆ ਤਾਂ ਆਪਾਂ ਇਮੀਡੀਏਟ ਜਿਹੜਾ ਉਹਦੀ ਸਪਰੇਅ ਜਿਹੜੀ ਹੈਗੀ ਆ ਉਹ ਆਪਾਂ ਯੂਨੀਵਰਸਿਟੀ ਲੋਕ ਕਿਤਾਬਾਂ 'ਚ ਸਿਫਾਰਿਸ਼ ਕੀਤੀਆਂ ਦਵਾਈਆਂ ਜਿਹੜੀਆਂ ਨੇ ਉਹਨਾਂ ਦੀ ਆਪਾਂ ਵਰਤੋਂ ਕਰੀਏ। ਜਾਂ ਦੂਜੇ ਨੂੰ ਉਹਨਾਂ ਚੀਜ਼ ਦਾ ਸ਼ੁਰੂਆਤੀ ਅਵਸਥਾ ਦੇ 'ਚ ਤੁਸੀਂ ਪ੍ਰੋਫੈਨੋਫਾਸ, ਜੇ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਹੈਗਾ ਤਾਂ ਪ੍ਰੋਫੈਨੋਫਾਸ ਜਿਹੜੀ ਦਵਾਈ ਜਿਹੜੀ ਹੈਗੀ ਆ ਜਿਹੜੀ ਮਿਲੀਬਗ ਵੇਲੇ ਵੀ ਵਰਤਦੇ ਰਹੇ ਆਪਾਂ 1/2 ਲੀਟਰ ਪੈਣੀ ਆ, ਉਹਦਾ ਇੱਕ ਪੰਥ 3 ਕਾਜ ਨੇ। ਇੱਕ ਤਾਂ ਮਿਲੀਬਗ ਨੂੰ ਬਹੁਤ ਸਟਰੋਂਗਲੀ ਕਰਦੀ ਜੇ ਕਿਤੇ ਮਾੜਾ ਮੋਟਾ ਤੁਹਾਡੇ ਖੇਤ 'ਚ ਆਉਂਦਾ, ਦੂਸਰਾ ਉਹ ਗੁਲਾਬੀ ਸੁੰਡੀ ਨੂੰ ਵਧੀਆ ਕੰਟਰੋਲ ਕਰਦੀ ਹੈਗੀ ਹੈ, ਤੀਸਰਾ ਜਿਹੜਾ ਹੈਗਾ ਉਹਦੇ 'ਚ ਵਾਈਟ ਫਲਾਈ ਜਿਹੜੀ ਹੈਗੀ ਉਹਨੂੰ ਵੀ ਕਰਦੀ ਹੈ, ਤੇ ਚੌਥੀ ਜਿਹੜੀ ਉਹਦੀ ਭੂਰੀ ਜੂੰ ਜਿਹੜੀ ਥ੍ਰਿਪ ਆ ਉਹ ਵੀ ਜੇ ਕਿਤੇ ਮਾੜਾ ਮੋਟਾ ਹਮਲਾ ਹੋਵੇ ਤਾਂ 70% ਤੱਕ ਉਹਨੂੰ ਵੀ ਕੰਟਰੋਲ ਕਰਦੀ, ਉਹਦੀ ਵੀ ਸਾਡੀ ਪੈਕੇਜ ਸਿਫਾਰਿਸ਼ ਕੀਤੀ ਹੈ। ਇਸ ਕਰਕੇ ਪਹਿਲ ਦੇ ਆਧਾਰ 'ਤੇ ਇਸ ਦਵਾਈ ਨੂੰ ਅਸੀਂ ਜਦੋਂ ਵਰਤੋਂ ਕਰ ਸਕਦੇ ਹੈਗੇ ਆ। ਬਾਕੀ ਜਦੋਂ ਤੁਹਾਨੂੰ ਲੋੜ ਪੈਂਦੀ ਹੈ ਜਾਂ ਦੂਜੀ ਨੂੰ ਹੈਗੀ ਹੈ ਤਾਂ ਆਪਾਂ ਜ਼ਰੂਰ ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਮਹਿਕਮਾ ਖੇਤੀਬਾੜੀ ਹੈ ਜਾਂ ਦੂਜੀ ਨੂੰ ਹੈਗਾ, ਆਪਾਂ ਉਹਨਾਂ ਨਾਲ ਸੰਪਰਕ ਸਾਂਭੀਏ। ਉਹਨਾਂ ਕੋਲ ਲਿਟਰੇਚਰ ਵੈਸੇ ਤਾਂ ਆਪਾਂ ਦਿੱਤੇ ਵੀ ਹੈ ਲੋਕਾਂ ਨੂੰ ਜਾਂ ਭੇਜੇ ਵੀ ਨਹੀਂ ਜਾਂ ਦੂਜੀ ਨੂੰ, ਪਰ ਫਿਰ ਵੀ ਉਹਨਾਂ ਦੇ ਕੋਲ ਅੱਜ ਕੱਲ੍ਹ ਤਾਂ ਕਿਉਂਕਿ ਡਿਜੀਟਲ ਆ ਗਿਆ ਜੀ, ਅੱਜ ਕੱਲ੍ਹ ਤਾਂ WhatsApp ਦੇ ਉੱਤੇ ਜਾਂ ਦੂਜੇ ਦੇ ਉੱਤੇ ਅਸੀਂ ਤਾਂ ਜਿੰਨੇ ਗਰੁੱਪ ਨੇ ਮੈਕਸਿਮ ਦੇ ਵਿੱਚ ਜੋ ਮੈਸੇਜ ਪੰਜਾਬੀ 'ਚ ਲਿਖਿਆ ਉਹਦੀਆਂ ਫੋਟੋਆਂ, ਆਇਡੈਂਟੀਫਿਕੇਸ਼ਨ, ਡੈਮੇਜ ਸਿੰਪਟਮ ਆਲਰੇਡੀ ਅਸੀਂ ਉਹ ਭੇਜੇ ਹੋਏ ਨੇ ਜਾਂ ਦੂਜੇ ਨੂੰ ਹੈਗਾ। ਤੇ ਤੁਸੀਂ ਜ਼ਰੂਰ ਮੇਰਾ ਨੰਬਰ ਵੀ ਨੋਟ ਕਰ ਸਕਦੇ ਹੈਗੇ ਜਦੋਂ ਜਿਹਨੂੰ, ਮੇਰਾ ਨਾਮ ਡਾਕਟਰ ਵਿਜੇ ਕੁਮਾਰ ਆ। ਮੋਬਾਈਲ ਨੰਬਰ ਮੇਰਾ ਹੈਗਾ 97 794 51 214। ਤੁਸੀਂ ਜਦੋਂ ਮਰਜ਼ੀ ਮੇਰੇ ਨਾਲ ਸੰਪਰਕ ਕਰ ਸਕਦੇ ਜਾਂ ਦੂਜੇ ਨੂੰ ਹੈਗਾ। ਤਾਂ ਮੈਂ ਕੋਸ਼ਿਸ਼ ਕਰਦਾ ਕਈ ਵਾਰੀ ਜਿੱਦਾਂ ਹੁਣ ਕਿ ਇਸ ਟਾਈਮ ਦੇ ਉੱਤੇ ਆਪਾਂ ਜਿੱਦਾਂ ਰੂਬਰੂ ਆਪਾਂ ਹੋਏ ਹਾਂ, ਗੱਲਬਾਤ ਕਰ ਰਹੇ ਹਾਂ, ਤਾਂ ਹੋ ਸਕਦਾ ਮੈਨੂੰ 2 ਫੋਨ ਆਏ, ਹੋ ਸਕਦਾ ਜ਼ਿਮੀਂਦਾਰ ਦੇ ਹੋਣਗੇ, ਪਰ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਮੈਂ ਬਾਅਦ 'ਚ ਸ਼ਾਮ ਨੂੰ ਉਹਨਾਂ ਨੂੰ ਜ਼ਰੂਰ ਫੋਨ ਕਰਾਂ ਜਾਂ ਦੂਜੇ ਨੂੰ ਹੈਗਾ। ਸੋ ਜੇ ਮੈਂ ਇੱਕ ਵਾਰੀ ਫੋਨ ਨਹੀਂ ਚੱਕਿਆ ਇਹਦਾ ਮਤਲਬ ਇਹ ਨਹੀਂ ਵੀ ਮੈਂ ਚੱਕਣਾ ਨਹੀਂ ਚਾਹ ਰਿਹਾ ਜੀ। ਜ਼ਿਮੀਂਦਾਰ ਭਰਾਵਾਂ ਨੂੰ ਬੇਨਤੀ ਹੈ ਦੁਬਾਰਾ ਫੇਰ ਕਰ ਲੈਣਾ, ਅਦਰਵਾਈਜ਼ ਮੈਂ ਹੀ ਕੋਸ਼ਿਸ਼ ਕਰੂੰਗਾ ਤੁਹਾਨੂੰ ਵਾਪਸ ਉੱਥੇ ਪਹੁੰਚਾਂ ਜਾਂ ਦੂਜੇ ਨੂੰ ਹੈਗਾ। ਜੋ ਵੀ ਜਾਣਕਾਰੀ ਲੈਣੀ ਹੈਗੀ ਹੈ ਯੂਨੀਵਰਸਿਟੀ ਦੇ ਤਕਰੀਬਨ ਸਾਰੇ ਸਾਇੰਸਦਾਨ ਚਾਹੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਦੂਜੇ ਨੂੰ ਹੈਗਾ, ਸਾਰੀ ਜਗ੍ਹਾ ਦੇ ਉੱਤੇ ਲਿਟਰੇਚਰ ਜੋ ਮੁਹੱਈਆ ਉਪਲਬਧ ਹੈਗਾ, ਜ਼ਰੂਰ ਪੜ੍ਹੋ, ਜਾਣੋ, ਕਿਉਂਕਿ ਜਿੰਨਾ ਅਸੀਂ ਜਾਣਾਂਗੇ ਜਾਂਚਾਂਗੇ ਉਹਨੂੰ ਪਰਖਾਂਗੇ ਜਾਂ ਦੂਜੇ ਨੂੰ ਹੈਗਾ, ਔਰ ਉਨੀ ਜਿੰਨੀ ਸਾਨੂੰ ਜਾਣਕਾਰੀ ਪੂਰੀ ਹੋਏਗੀ ਤਾਂ ਫਿਰ ਆਪਾਂ ਦੁਕਾਨ ਤੇ ਜਾ ਕੇ ਵੀ ਦਵਾਈ ਆਪਣੀ ਮਰਜ਼ੀ ਨਾਲ ਮੰਗੀਏ ਜਾਂ ਦੂਜੇ ਨੂੰ ਹੈਗਾ। ਸਾਨੂੰ ਪਤਾ ਹੈਗਾ ਕਿਉਂਕਿ ਕਈ ਵਾਰੀ ਲੋਕ ਜਿਵੇਂ ਕਈ ਵਾਰੀ ਕਿ ਆਪਾਂ ਕਿਸੇ ਕੋ ਵੀ ਜਾਂਦੇ ਦਵਾਈ ਲੈਣ ਜਾਂਦੇ ਆ ਤਾਂ ਉਹ ਵੀ ਅਗਲਾ ਕਹਿੰਦਾ ਵੀ ਆਹ ਦਵਾਈ ਵਧੀਆ ਜਾਂ ਦੂਜੇ ਨੂੰ, ਪਰ ਮੈਨੂੰ ਇਹ ਲੱਗਦਾ ਵੀ ਇੰਨੇ ਸਾਲਾਂ 'ਚ ਆਪਾਂ ਜਿੱਦਾਂ ਕਿ ਬੀ ਦਾ ਜਾਂ ਰੇਹ ਦਾ ਇਹ ਤਾਂ ਤੁਸੀਂ ਲੈਣ ਦਾ
ਦਵਾਈਆਂ ਦਾ ਪ੍ਰੋਗਰਾਮ ਵੀ ਕੀੜੇ ਜਾਂ ਬਿਮਾਰੀਆਂ ਵਾਸਤੇ ਹੈ, ਕਿਸੇ ਵੀ ਫਸਲ ਤੇ ਹੋਵੇ, ਇਕੱਲੇ ਨਰਮੇ ਦੀ ਗੱਲ ਨਹੀਂ ਕਰਦਾ, ਕਣਕ ਝੋਨੇ ਤੇ ਆਪਣੇ ਹੱਥ ਹੁਣ ਸਮਾਂ ਆ ਗਿਆ ਵੀ ਆਪਣੇ ਹੱਥ ਲੈਣ ਦੀ ਲੋੜ ਹੈਗੀ ਹੈ। ਆਪਣੇ ਕੋਲ ਮੋਬਾਈਲ ਹੈਗਾ, ਸੜਕੋ ਹੈਗਾ, ਆਪਣੇ ਆਪ ਨੂੰ ਜਿਹੜੀ ਦਵਾਈ ਇਸ ਵਾਰੀ ਵਰਤੀ ਸੀ, ਤੁਹਾਨੂੰ ਲੱਗਦਾ ਵੀ ਇਹਨੇ ਵਧੀਆ ਕੰਟਰੋਲ ਕੀਤਾ ਸੀ, ਜ਼ਰੂਰ ਆਪਣੇ ਆਪ ਨੂੰ ਇੱਕ ਮੈਸੇਜ ਕਰ ਲਓ, ਫੋਟੋ ਖਿੱਚ ਕੇ ਆਪਣੇ ਆਪ ਨੂੰ ਮੈਸੇਜ ਕਰ ਲਓ, ਤਾਂ ਕਿ ਦੁਕਾਨ ਤੇ ਜਾਓ। ਕੀ ਹੁੰਦਾ ਕਿ ਆਪਾਂ ਨੂੰ ਐਂ ਯਾਦ ਰਹਿੰਦਾ ਨੀਲਾ ਡੱਬਾ ਸੀ, ਲਾਲ ਡੱਬਾ ਸੀ, ਉਹ ਨਹੀਂ ਯਾਦ ਰਹਿੰਦਾ ਮੌਕੇ 'ਤੇ 6 ਮਹੀਨੇ ਬਾਅਦ। ਹੁਣ ਜਿੱਦਾਂ ਮੈਡੀਕਲ ਦਵਾਈਆਂ ਨੇ, ਉਹ ਮੈਨੂੰ ਵੀ ਨਹੀਂ ਯਾਦ, ਕਰੋਸਨ ਪੈਰਾਸੀਟਾਮੋਲ ਯਾਦ ਰਹੂਗਾ, ਦੂਜੀਆਂ ਦਵਾਈਆਂ ਮੈਂ ਭੁੱਲ ਜੂਗਾ। ਇੱਥੇ ਮੈਂ ਕੰਮ ਕਰਦਾ, ਮੈਨੂੰ ਦਵਾਈਆਂ ਪਤਾ ਨਹੀਂ, ਪਰ ਜ਼ਿਮੀਂਦਾਰ ਨੇ ਕਦੀ ਕਣਕ ਬੀਜ ਰਿਹਾ, ਝੋਨਾ ਬੀਜ ਰਿਹਾ, ਨਰਮਾ ਬੀਜ ਰਿਹਾ, ਕੁਛ ਬੀਜ ਰਿਹਾ, ਉਹ ਦਵਾਈਆਂ ਸਾਰੀਆਂ ਯਾਦ ਨਹੀਂ ਰਹਿੰਦੀਆਂ। ਪਰ ਮੈਨੂੰ ਇਹ ਲੱਗਦਾ ਕਿ ਹਰੇਕ ਕੋਲ ਹੁਣ ਕੋਈ ਮੋਬਾਈਲ ਆ ਚੁੱਕਾ, ਬੱਚਿਆਂ ਕੋਲ ਆਪਣੇ ਆ ਚੁੱਕਾ, ਤਾਂ ਜ਼ਰੂਰ ਜਿਹੜੀ ਵਧੀਆ ਦਵਾਈ ਹੈ, ਕਿੰਨੀ ਡੋਜ਼ ਤੇ ਕਿੰਨੀ ਢੋਲੇ ਦੀ ਪਾਈ ਸੀ, ਔਰ ਸਾਨੂੰ ਵਧੀਆ ਰਿਜ਼ਲਟ ਦਿੱਤੇ ਸੀ, ਤਾਂ ਜ਼ਰੂਰ ਆਪਣੇ ਕੋਲ ਨੋਟ ਕਰਕੇ ਰੱਖੋ, ਤਾਂ ਕਿ ਜਦੋਂ ਦੁਕਾਨ ਤੇ ਜਾਂਦਾ ਬੰਦਾ ਵੀ ਇਹ ਨਹੀਂ ਵੀ ਯਾਰ ਉਹ ਨੀਲੇ ਵਾਲੀ ਸੀ, ਕਿਉਂਕਿ ਇੱਕੋ ਹੀ ਦਵਾਈਆਂ ਸਭ ਦੇ ਨੀਲੇ ਬੋਰਡ ਉਹੀ ਲੱਗੇ ਹੁੰਦੇ ਨੇ। ਤਾਂ ਜ਼ਰੂਰ ਇੱਕ ਅਸੀਂ ਇਹ ਵੀ ਕੋਸ਼ਿਸ਼ ਕੀਤੀ ਹੈਗੀ ਵੀ ਦੁਕਾਨਾਂ ਦੇ ਉੱਤੇ ਪਿਛਲੇ ਸਾਲ ਲਾਏ ਸੀ, ਜਾਂ ਦੂਜੇ ਨੇ ਕਿਹਾ ਵੀ ਦੁਕਾਨਾਂ ਦੇ ਉੱਤੇ ਅਸੀਂ ਇਸ਼ਤਿਹਾਰ ਲਾਉਣਾ ਕੰਪਲਸਰੀ ਕੀਤਾ ਸੀਗਾ, ਕਿ ਉਹਦੇ 'ਚ ਪੰਜਾਬੀ ਦੇ ਵਿੱਚ ਸਾਰੀਆਂ ਦਵਾਈਆਂ ਦੇ ਕੀੜਾ ਮਕੌੜਾ ਇੱਧਰ ਲਿਖ ਕੇ, ਉਹਦੀ ਗਾਂ ਦਵਾਈ ਦੇ ਡੋਜ਼ ਵੀ ਲਿਖੀ ਸੀ, ਕਿਹੜਾ ਬ੍ਰਾਂਡ ਜਾਂ ਕਿੱਦਾਂ ਹੈਗਾ, ਤਾਂ ਕਿ ਦੁਕਾਨਦਾਰ ਉੱਥੇ ਕੰਪਲਸਰੀ ਕੀਤਾ ਸੀ ਹਰੇਕ ਪੈਸਟੀਸਾਈਡ ਡੀਲਰ ਸ਼ਾਪ ਦੇ ਉੱਤੇ ਤਕਰੀਬਨ ਉਹ 7000 ਕੈਲੰਡਰ ਆਪੇ ਬਣਾ ਕੇ ਲਵਾਇਆ ਸੀ, ਆਪਣੀ ਮਰਜ਼ੀ ਨਾਲ ਨਾ ਖਰੀਦਣ, ਵੀ ਉੱਥੇ ਜਾ ਕੇ ਪੜ੍ਹ ਲੈਣ, ਦੇਖ ਲੈਣ, ਜੇ ਭੁੱਲ ਗਏ ਨੇ ਤਾਂ ਦੇਖ ਕੇ ਸਾਹਮਣੇ ਯਾਦ ਆ ਜਾਂਦਾ, ਜਾਂ ਦੂਜੇ ਨੇ ਹੈਗਾ। ਪਰ ਮੈਨੂੰ ਇਹ ਲੱਗਦਾ ਵੀ ਇਹ ਕੰਮ ਆਪਣੇ ਹੱਥ ਲੈਣ ਹੁਣ ਜ਼ਿਮੀਂਦਾਰ ਭਰਾ ਜਿਹੜੇ ਹੈਗੇ ਨੇ, ਤਾਂ ਕਿ ਉਹਦੇ 'ਚ ਜਿਹੜੀ ਵੀ ਕਾਫੀ ਲੋਕਾਂ ਨੂੰ ਹੁਣ ਪਤਾ ਅਵੇਅਰਨੈਸ ਹੈਗੀ ਹੈ, ਪਰ ਕਿਉਂਕਿ ਨਵੀਂ ਪੀੜ੍ਹੀ ਆ ਗਈ ਤਾਂ ਉਹਨਾਂ ਨੂੰ ਵੈਸੇ ਹੀ ਇਸ ਦੀ ਮੋਬਾਈਲ ਦੇ ਸਿਸਟਮ ਦੇ ਵਿੱਚ ਕਾਫੀ ਜਾਣਕਾਰੀ ਹੈਗੀ ਹੈ, ਤਾਂ ਉਹ ਮੋਬਾਈਲ 'ਚ ਮੈਸੇਜ ਰੱਖਿਆ ਸਾਡੇ ਵਧੀਆ ਕੰਮ ਆ ਸਕਦਾ ਹੈ, ਬਿਲਕੁਲ ਜੀ, ਬਿਲਕੁਲ ਉਹਦਾ ਵਧੀਆ ਉਪਯੋਗੀ ਫਾਇਦਾ ਲਿਆ ਜਾ ਸਕਦਾ ਜੀ। ਡਾਕਟਰ ਸਾਹਿਬ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਦੋਸਤੋ ਮੈਂ ਤੁਹਾਨੂੰ ਵੀ ਇਹ ਗੱਲ ਦੱਸਣਾ ਚਾਹਣਾ ਕਿ ਆਪਾਂ ਜਿਵੇਂ ਡਾਕਟਰ ਸਾਹਿਬ ਨੇ ਸਾਰੇ ਇਹ ਸੇਵਾ 'ਚ ਹਾਜ਼ਰ ਨੇ, ਕਿਸਾਨਾਂ ਦੀ ਕੁਛ ਵੀ ਤੁਸੀਂ ਜਿਵੇਂ ਇਹਨਾਂ ਨੇ ਖਾਸ ਤੌਰ 'ਤੇ ਆਪਣਾ ਨੰਬਰ ਵੀ ਦੱਸਿਆ। ਡਾਕਟਰ ਸਾਹਿਬ ਮੈਂ ਆਪਣੇ ਪਿੰਡ ਵੀ ਮੇਰੇ ਚਾਚੇ ਨਾਲ ਵੀ ਮੇਰੀ ਗੱਲ ਹੋਈ, ਮੈਂ ਉਹਨੂੰ ਕਿਹਾ ਵੀ ਆਪਣੇ ਖੇਤੀਬਾੜੀ ਅਫਸਰ ਵੀ ਹੈਗੇ ਆ ਖੇਤੀਬਾੜੀ ਮਹਿਕਮੇ ਦੇ, ਤੁਸੀਂ ਗਏ ਹੋ ਕਿਤੇ ਉਹਨਾਂ ਨਾਲ ਗੱਲਬਾਤ ਕਰਦੇ ਹੋ ਕਿਤੇ ਵੀ ਭਾਈ ਆਹ ਗੱਲ ਹੋ ਗਈ ਜਾਂ ਆਹ ਬਿਮਾਰੀ ਹੋ ਗਈ ਜਾਂ ਕੋਈ ਮਿਲਟ ਆਉਂਦਾ ਉਹਦੇ ਨਾਲ ਗੱਲ ਕੀਤੀ? ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ। ਬਹੁਤ ਸਾਰੇ ਪੜ੍ਹੇ ਲਿਖੇ ਕਿਸਾਨਾਂ ਨੂੰ ਪਤਾ ਵੀ ਹੈ, ਬਹੁਤਿਆਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਸਾਡੀ ਸੇਵਾ ਲਈ ਬੰਦੇ ਬੈਠੇ ਆ, ਤੁਸੀਂ ਉਹਨਾਂ ਤੋਂ ਪੁੱਛੋ, ਸਿੱਧਾ ਡੀਲਰਾਂ ਕੋਲ ਜਾ ਕੇ ਕਈ ਵਿਚਾਰੇ ਲਟਾ ਹੋਈ ਜਾਂਦੇ ਰਹਿੰਦੇ ਹੈ ਨਾ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ। ਦੋਸਤੋ ਬਹੁਤ ਧੰਨਵਾਦ, ਸਾਨੂੰ ਸੁਣਨ ਲਈ ਬਹੁਤ ਸ਼ੁਕਰੀਆ।